ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਸਾਰੇ ਜਣੇ ਠੀਕ ਠਾਕ ਹੋਵੋਗੇ। ਮੈਂ ਸ਼ਰੀ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸੋ ਵੀਕਐਂਡ ਤੋਂ ਬਾਅਦ ਜਦੋਂ ਅਸੀਂ ਮਿਲਦੇ ਹਾਂ ਤੇ ਬਹੁਤ ਸਾਰੇ ਅਪਡੇਟਸ ਹੁੰਦੇ ਨੇ ਸਾਡੇ ਕੋਲ, ਔਰ ਜ਼ਾਹਿਰ ਜੀ ਗੱਲ ਹੈ ਬਹੁਤ ਸਾਰੇ ਅਪਡੇਟਸ ਆਪਾਂ ਸਾਂਝੇ ਕਰਨੇ ਹੁੰਦੇ ਨੇ, ਪਰ ਯਕੀਨਨ ਇਹ ਬਹੁਤ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਬਹੁਤ ਸਾਰੇ ਅਪਡੇਟਸ ਦੇ ਵਿੱਚ ਉਹ ਹਾਈਲਾਈਟਸ ਜਿਹੜੀਆਂ ਉਹ ਕਿਹੜੀਆਂ ਚੱਲ ਰਹੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਵੀ ਜਦੋਂ ਵੀ ਵੀਕਐਂਡ ਆ ਰਿਹਾ ਤਾਂ ਹਰ ਵੀਕਐਂਡ ਬਿਜ਼ੀ ਜਾ ਰਿਹਾ ਹੈ, ਕਿਉਂਕਿ ਚੋਣ ਪ੍ਰਚਾਰ ਜਿਹੜਾ ਉਹ ਧੜੱਲੇ ਨਾਲ ਚੱਲ ਰਿਹਾ ਹੈ। ਫੈਡਰਲ ਇਲੈਕਸ਼ਨਸ ਜਦੋਂ ਦੀਆਂ ਅਨਾਊਂਸ ਹੋਈਆਂ ਨੇ ਉਦੋਂ ਦੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਆਪੋ ਆਪਣੇ ਐਲਾਨ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ, ਆਪੋ ਆਪਣੇ ਵਾਅਦੇ ਕਰਨ 'ਚ ਲੱਗੀਆਂ ਹੋਈਆਂ ਨੇ, ਅਤੇ ਕਿਤੇ ਫੰਡ ਰੇਜ਼ ਪ੍ਰੋਗਰਾਮ ਰੱਖੇ ਜਾ ਰਹੇ ਨੇ। ਸੋ ਯਕੀਨਨ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਵੇਲੇ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਨੇ, ਪਰ ਜਿਹੜੀ ਆਮ ਜਨਤਾ ਹੈ, ਜਿਹੜੇ ਲੋਕ ਨੇ, ਉਹ ਇਹਨਾਂ ਵੋਟਾਂ ਨੂੰ ਲੈ ਕੇ ਕੀ ਕੁਝ ਸੋਚ ਰਹੇ ਨੇ, ਇਲੈਕਸ਼ਨਸ ਹੋ ਰਹੇ ਨੇ, ਸਹੀ ਸਮੇਂ 'ਤੇ ਹੋ ਰਹੇ ਨੇ ਜਾਂ ਨਹੀਂ, ਇਸ ਨੂੰ ਲੈ ਕੇ ਹਰ ਹਫ਼ਤੇ ਨਵੇਂ ਤੋਂ ਨਵੇਂ ਜਿਹੜਾ ਸਰਵੇ ਹੈ ਉਹ ਸਾਹਮਣੇ ਆ ਰਿਹਾ। ਕਦੀ ਸਰਵੇ ਦੇ ਵਿੱਚ ਇਸ ਚੀਜ਼ ਸਾਹਮਣੇ ਆ ਰਹੀ ਹੈ ਕਿ ਬਹੁਤ ਜ਼ਿਆਦਾ ਫੀਸਦੀ ਇੱਦਾਂ ਦੇ ਲੋਕਾਂ ਦੀ ਹੈ ਜਿਹੜੇ ਕਹਿੰਦੇ ਨੇ ਵੀ ਇਲੈਕਸ਼ਨ ਸਹੀ ਸਮੇਂ 'ਤੇ ਅਨਾਊਂਸ ਨਹੀਂ ਹੋਏ, ਪਰ ਕਦੀ ਸਰਵੇ ਜਿਹੜਾ ਉਲਟ ਜਾਂਦਾ ਹੈ, ਕਹਿੰਦੇ ਨੇ ਕਿ ਠੀਕ ਸਮਾਂ ਇਲੈਕਸ਼ਨਸ ਹੋਣੇ ਹੁਣ ਜ਼ਰੂਰੀ ਹੋ ਚੁੱਕੇ ਹੋਏ ਸੀਗੇ। ਹੁਣ ਲਿਬਰਲ ਪਾਰਟੀ ਹੈ, ਲਿਬਰਲ ਪਾਰਟੀ ਦੇ ਵੱਲੋਂ ਇਹ ਖਾਸ ਸਮਾਂ ਚੁਣਿਆ ਗਿਆ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਪਹਿਲਾਂ ਕਾਲ ਦਿੱਤੀ ਸੀ ਕਿ ਸਤੰਬਰ ਤੱਕ ਜਿਹੜੀ ਨੇ ਉਹ ਵੈਕਸੀਨੇਸ਼ਨ ਜਿਹੜੀ ਕਾਫੀ ਪੂਰੀ ਹੋ ਜਾਏਗੀ, 80% ਤੱਕ ਜਿਹੜੀ ਹੈ ਕੰਪਲੀਟ ਹੋ ਜਾਏਗੀ। ਸੋ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਇਲੈਕਸ਼ਨਸ ਹੈ ਅਨਾਊਂਸ ਕਰ ਦਿੱਤੀਆਂ ਗਈਆਂ। ਸਮੇਂ ਦੀ ਜਿਹੜੀ ਸੇਫਟੀ ਹੈ ਉਹਦਾ ਖਾਸ ਤੌਰ 'ਤੇ ਖਿਆਲ ਰੱਖਿਆ ਗਿਆ। ਓਪੋਜ਼ਿਟ ਪਾਰਟੀ ਜਿਹੜੀ ਹੈ ਉਹ ਸਾਰੀਆਂ ਇਸ ਦੇ ਵਿਰੋਧ ਜਾ ਰਹੀਆਂ ਨੇ। ਆਮ ਲੋਕਾਂ ਦੇ ਵੀ ਵੱਖੋ ਵੱਖਰੀ ਮਿਲੀ ਜੁਲੀ ਜਿਹੜੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਹੁਣ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਕੀ ਹੋਣ ਜਾ ਰਿਹਾ, ਸਪੈਸ਼ਲੀ ਸਭ ਦਾ ਇੰਤਜ਼ਾਰ ਹੈ ਕਿ ਇਮੀਗ੍ਰੇਸ਼ਨਸ ਨੂੰ ਲੈ ਕੇ ਜਿਹੜੀਆਂ ਨੇ ਉਹ ਕਿਹੜੀਆਂ ਜਿਹੜੀਆਂ ਨੇ ਕਾਲਾਂ ਆ ਸਕਦੀਆਂ ਨੇ, ਕਿਹੜੇ ਐਲਾਨ ਹੋ ਸਕਦੇ ਨੇ, ਜਾਂ ਇਲੈਕਸ਼ਨਸ ਖਤਮ ਹੋਣ ਤੋਂ ਬਾਅਦ ਕਿਹੜੀ ਤਬਦੀਲੀ ਵੱਡੀ ਇਮੀਗ੍ਰੇਸ਼ਨਸ ਦੇ ਵਿੱਚ ਆਉਣ ਜਾ ਰਹੀ ਹੈ। ਉਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਯਕੀਨਨ ਅਸੀਂ ਤੁਹਾਨੂੰ ਕਿਹਾ ਸੀ ਵੀ MP ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜਨਗੇ। ਅੱਜ ਸਟੂਡੀਓ ਦੇ ਵਿੱਚ MP ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਸਪੈਸ਼ਲੀ ਮੈਂ ਦੱਸਦਾ ਜਿਹੜੇ ਸਾਡੇ ਕਾਲਰਸ ਨੇ ਇਸ ਸਾਰੇ ਮੁੱਦੇ ਦੇ ਉੱਤੇ ਕੋਈ ਵੀ ਉਹ ਗੱਲ ਕਰਨਾ ਚਾਹੁੰਦੇ ਨੇ, ਚਾਹੇ ਇਮੀਗ੍ਰੇਸ਼ਨ ਰਿਗਾਰਡਿੰਗ ਜਾਂ ਫਿਰ ਕੈਨੇਡੀਅਨ ਜਿਵੇਂ ਇਲੈਕਸ਼ਨਸ ਹੁਣ ਹੋਣ ਜਾ ਰਹੇ ਨੇ ਫੈਡਰਲ, ਉਹਨਾਂ ਰਿਗਾਰਡਿੰਗ ਅਗਰ ਤੁਹਾਨੂੰ ਲੱਗਦਾ ਵੀ ਇਹ ਮੁੱਦਾ ਜਿਹੜਾ ਇਹ ਵੀ ਚੁੱਕਿਆ ਜਾਣਾ ਚਾਹੀਦਾ ਸੀ ਪਰ ਇਲੈਕਸ਼ਨਸ ਦੇ ਵਿੱਚ ਚੁੱਕਿਆ ਨਹੀਂ ਜਾ ਰਿਹਾ, ਸੋ ਤੁਸੀਂ ਕਾਲ ਕਰ ਸਕਦੇ ਹੋ। ਆਪਾਂ ਲਗਾਤਾਰ ਤੁਹਾਡੀ ਕਾਲ ਅਟੈਂਡ ਕਰਾਂਗੇ, ਤੁਹਾਡੇ ਸਵਾਲ ਵੀ ਨਾਲ ਦੀ ਨਾਲ ਜਿਹੜੇ ਆਪਾਂ ਲੈਂਦੇ ਰਵਾਂਗੇ। ਸੋ MP ਸੁਖ ਧਾਲੀਵਾਲ ਜੀ ਜੁੜੇ ਹੋਏ ਨੇ। ਸੁਖ ਧਾਲੀਵਾਲ ਜੀ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਸ਼ੈਰੀ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਸਤਿਕਾਰ ਜੀ। ਜੀ ਸੁਖ ਧਾਲੀਵਾਲ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸ ਦਿਓ ਵੀ ਤੁਹਾਡਾ ਵੀਕਐਂਡ ਜਿਹੜਾ ਉਹ ਕਿਵੇਂ ਗੁਜ਼ਰਿਆ, ਕੀ ਕੁਝ ਰੁਝਾਨ ਰਹੇ ਇਸ ਵੀਕਐਂਡ ਦੇ ਵਿੱਚ? ਦੇਖੋ, ਜਿਹੜਾ ਵੀਕਐਂਡ ਆ ਉਹ ਯੂਜੂਅਲੀ ਬਿਜੀ ਰਹਿੰਦਾ। ਹਾਂਜੀ। ਪਹਿਲਾਂ ਵੀ, ਕਿਉਂਕਿ ਮੇਰਾ ਜ਼ਿੰਦਗੀ ਦਾ ਇੱਕੋ ਹੀ ਮਨੋਰਥ ਹੈਗਾ ਕਿ ਜਦੋਂ ਈਵਨ ਪਾਰਲੀਮੈਂਟ ਵੀ ਸਿੱਟ ਹੁੰਦੀ ਹੈਗੀ ਆ, ਮੰਡੇ ਟੂ ਥਰਸਡੇ ਆਟਵਾ, ਫਰਾਈਡੇ ਨੂੰ ਕਾਂਸਟੀਚੁਐਂਸੀ ਦੇ ਵਿੱਚ ਓਪਨ ਹਾਊਸ, ਤੇ ਵੀਕਐਂਡ ਜਿਹੜਾ ਮੇਰਾ ਆਪਣਾ ਫੈਮਿਲੀ ਦੇ ਨਾਲ ਸਪੈਂਡ ਕਰਨ ਦਾ ਟਾਈਮ ਹੁੰਦਾ। ਇਨਫੈਕਟ ਮੇਰੀ ਫੈਮਿਲੀ ਹੁਣ ਬਹੁਤ ਵੱਡੀ ਆ, ਜਿਹਦੇ ਵਿੱਚ ਮੈਨੂੰ ਮਿੱਤਰ ਪਿਆਰੇ ਜਿਹੜੇ ਆ ਆਪੋ ਆਪਣੇ ਦੁੱਖ ਸੁੱਖ ਦੇ ਵਿੱਚ ਜਿਹੜਾ ਸ਼ਰੀਕ ਹੋਣ ਦਾ ਮੌਕਾ ਦਿੰਦੇ। ਉੱਥੇ ਵੀ ਵੀਕਐਂਡ ਕਿਉਂਕਿ ਹੁਣ ਜਿਹੜਾ ਵਾ ਸੀਜ਼ਨ ਚੱਲਿਆ, ਉੱਥੇ ਮੈਂ ਬੜਾ ਬਿਜੀ, ਪਲੱਸ ਨਾਲ ਹੀ ਜਿਹੜੀ ਕੈਂਪੇਨ ਹੈਗੀ, ਕਿਉਂਕਿ ਇੱਕ ਤਾਂ ਹੁੰਦਾ ਵੀ ਕੈਂਪੇਨ ਉਦੋਂ ਕਰਦੇ ਨੇ ਕੈਂਡੀਡੇਟ, ਤੁਹਾਨੂੰ ਦੀਂਦੇ ਨੇ ਵੀ ਜਦੋਂ ਅੱਜ ਇਲੈਕਸ਼ਨ ਆ ਗਿਆ ਉਹ ਲੋੜ ਆ ਉਹ ਆ ਜਾਣਗੇ, ਬਾਕੀ ਚੱਲ ਜਾਣ। ਪਰ ਮੇਰਾ ਤਾਂ ਜਿਹੜਾ ਵਾ ਉਹ ਨਾਰਮਲ ਰੂਟੀਨ ਹੀ ਜਿਹੜਾ ਹੈਗਾ, ਜਿਹੜਾ ਵਾ 7 ਦਿਨ 365 ਡੇਜ਼ ਜਿਹੜਾ ਈਅਰ ਉਹ ਉੱਦਾਂ ਹੀ ਚੱਲਦਾ ਰਹਿੰਦਾ ਹੈਗਾ। ਬਿਲਕੁਲ। ਔਰ ਇਸ ਗੱਲ ਦੀ ਗਵਾਹ ਤਾਂ ਮੈਂ ਖੁਦ ਹੈਗੀ, ਜਦੋਂ ਤੁਹਾਡੀ ਇੰਟਰਵਿਊ ਕਰਨ ਲਈ ਅਸੀਂ ਜਾਂਦੇ ਹਾਂ, ਸੋ ਇੰਟਰਵਿਊ ਲਈ ਤੁਸੀਂ ਸਾਨੂੰ ਮਿਲਦੇ ਨਹੀਂ, ਤੇ ਜਦੋਂ ਆਪਾਂ ਕਿਸੇ ਦੇ ਵੀ ਦੁੱਖ ਸੁੱਖ ਦੇ ਵਿੱਚ ਅਸੀਂ ਜਾਂਦੇ ਹਾਂ ਸ਼ੂਟ ਕਰਨ ਲਈ, ਕੋਈ ਖਬਰ ਲਈ, ਉੱਥੇ ਹਮੇਸ਼ਾ ਤੁਸੀਂ ਕਮਿਊਨਿਟੀ ਦੇ ਲੋਕਾਂ ਦੇ ਵਿੱਚ ਖੜੇ ਦਿਖਦੇ ਹੋ। ਉਹਦਾ ਕਾਰਨ ਹੀ ਇਹ ਹੈਗਾ ਕਿਉਂਕਿ ਦੇਖੋ ਲੋਕ ਹੀ ਹੈਗੇ ਨੇ, ਲੋਕਾਂ ਦੀ ਪਾਵਰ ਹੈਗੀ। ਜੇ ਅੱਜ ਅਸੀਂ ਦੇਖਦੇ ਡੈਮੋਕ੍ਰੈਟਿਕ ਪਾਵਰ ਜਿਹੜੀ ਹੈ, ਲੋਕ ਚੁਣ ਕੇ ਭੇਜਦੇ ਨੁਮਾਇੰਦੇ ਨੂੰ, ਔਰ ਉਹ ਇਹ ਐਕਸਪੈਕਟ ਕਰਦੇ ਆ ਕਿ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਐਕਸੈਸੀਬਲ ਹੋਵੇ। ਇਹ ਨਾ ਹੋਵੇ ਵੀ ਉਹਨਾਂ ਨੂੰ ਜਿਹੜਾ ਹੈਗਾ ਪਹਿਲਾਂ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ, ਕਿਉਂਕਿ ਹੁਣ ਜਦੋਂ ਮੈਂ ਵੀਕਐਂਡ 'ਤੇ ਬਾਹਰ ਜਾਂਦਾ ਮੈਨੂੰ ਹੰਡਰਡਸ ਆਫ ਪੀਪਲ ਜਿਹੜੇ ਨੇ ਉਹ ਮਿਲਦੇ ਹੈਗੇ ਆ, ਔਰ ਉਹ ਈਜ਼ੀਲੀ ਮੈਨੂੰ ਅਪਰੋਚ ਕਰਦੇ। ਸੋ ਵੀਕਐਂਡ ਜਿਹੜਾ ਹੈਗਾ ਮੈਂ ਬੜਾ ਇੰਜੋਏ ਵੀ ਕਰਦਾ। ਇਨਫੈਕਟ ਮੇਰਾ ਪੈਸ਼ਨ ਹੀ ਇਹ ਹੈਗਾ ਕਿ ਲੋਕਾਂ 'ਚ ਰਹਿਣਾ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਉਹਨਾਂ ਵਰਗਾ ਬਣ ਕੇ। ਸੋ ਇਹ ਜਿਹੜੀ ਹੈਗੀ ਆ ਉਹ ਮੈਂ ਆਪਣੇ ਆਪ ਦੀ ਸਟਰੈਂਥ ਵੀ ਸਮਝਦਾ, ਔਰ ਇਹੀ ਕਾਰਨ ਹੈਗਾ ਕਿ ਲੋਕ ਇੰਨਾ ਪਿਆਰ ਦਿੰਦੇ ਨੇ। ਕਿਉਂਕਿ ਦੂਸਰੇ ਕੈਂਡੀਡੇਟ ਦੇਖ ਲਓਗੇ ਤੁਸੀਂ, ਜੇ ਚੁਣੇ ਜਾਣ ਤਾਂ ਉਹਨਾਂ ਨੇ ਆਟਵਾ ਜਾ ਕੇ ਬਹਿ ਜਾਣਾ, ਮੁੜ ਕੇ ਇੱਥੇ ਨਹੀਂ ਦਿਖਣਾ ਜਦੋਂ ਲੋਕਾਂ ਨੂੰ ਲੋੜ ਪੈਣੀ ਹੈਗੀ। ਕਿਉਂਕਿ ਹਰ ਇੱਕ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਨੇ ਸਾਡੀ ਕਾਂਸਟੀਚੁਐਂਸੀ ਆਫਿਸ 'ਚ ਆਉਂਦੇ ਆ, ਜਿਨ੍ਹਾਂ ਨੂੰ ਇੰਨੀ ਸਹਾਇਤਾ ਦੀ ਲੋੜ ਹੁੰਦੀ, ਵਨਰੇਬਲ ਸਿਚੁਏਸ਼ਨ 'ਚ ਹੁੰਦੇ ਆ, ਔਰ ਬਹੁਤ ਡਿਸਟਰੈਸਡ ਰੋ ਰਹੇ ਹੁੰਦੇ। ਜਦੋਂ ਉਹਨਾਂ ਦੀ ਮੈਂ ਕੋਈ ਨਾ ਕੋਈ ਮਦਦ ਕਰਦਾ ਤਾਂ ਮੈਨੂੰ ਸਕੂਨ ਮਿਲਦਾ ਹੈਗਾ। ਤੇ ਆਟਵਾ ਦਾ ਕੰਮ ਤਾਂ ਚਲੋ ਕਰਨਾ ਹੀ ਹੁੰਦਾ, ਕਿਉਂਕਿ ਉਹ ਮੰਡੇ ਟੂ ਥਰਸਡੇ
ਜਿਹੜਾ ਹੈਗਾ ਹਰ ਮੈਂਬਰ ਆਫ ਪਾਰਲੀਮੈਂਟ ਨੇ ਆਪੋ ਆਪਣੀ ਡਿਊਟੀ ਵੀ ਦੇਣੀ ਆ, ਆਪੋ ਆਪਣੀ ਕਮੇਟੀ ਵੀ ਕਰਨੀ ਆ, ਆਪੋ ਆਪਣਾ ਨੈਸ਼ਨਲ ਇੰਟਰਨੈਸ਼ਨਲ ਜਿਹੜੀਆਂ ਹੋਰ ਇੰਗੇਜਮੈਂਟਸ ਨੇ ਉਹ ਵੀ ਕਰਨੀਆਂ। ਪਰ ਜਿਹੜਾ ਮੋਸਟ ਇੰਪੋਰਟੈਂਟ ਮੈਂ ਸਮਝਦਾ ਕਿ ਚੁਣੇ ਹੋਏ ਨੁਮਾਇੰਦਾ ਜਿਹੜਾ ਹੈਗਾ ਉਹਦਾ ਕੰਮ ਹੈਗਾ, ਉਹਦਾ ਇਹ ਕੰਮ ਹੈਗਾ ਵੀ ਆਪਦੇ ਕੰਸਟੀਚੁਐਂਸ ਦੇ ਲਈ ਜਿਹੜਾ ਈਜ਼ੀਲੀ ਜਿਹੜਾ ਐਕਸੈਸੀਬਲ ਹੋਵੇ ਤਾਂ ਕਿ ਲੋਕ ਉਹਦੇ ਤਾਈਂ ਸੌਖਾ ਰਾਬਤਾ ਜਿਹੜਾ ਉਹ ਬਣਾ ਸਕਣ। ਉਹਦੇ ਲਈ ਮੈਂ ਇਹ ਨਹੀਂ ਵੀ ਲੋਕਾਂ ਨੂੰ ਮੇਰੇ ਕੋਲ ਚੱਲ ਕੇ ਆਉਣਾ ਪੈਂਦਾ, ਇਨਫੈਕਟ ਮੈਂ ਕੋਸ਼ਿਸ਼ ਕਰਦਾ ਕਿ ਵੀਕਐਂਡ ਦੇ ਉੱਤੇ ਲੋਕਾਂ ਕੋਲ ਚੱਲ ਕੇ ਜਾਵਾਂ। ਬਿਲਕੁਲ। ਸੋ ਤੁਹਾਡਾ ਫੰਡਰੇਜ਼ ਇਵੈਂਟ ਵੀ ਸੀਗਾ, ਉਹ ਕਿੱਦਾਂ ਰਿਹਾ? ਜ਼ਾਹਿਰ ਗੱਲ ਅਸੀਂ ਵੀ ਕਵਰੇਜ ਵਾਸਤੇ ਉੱਥੇ ਪਹੁੰਚੇ ਸੀਗੇ, ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਸੀਗਾ। ਹਾਲਾਂਕਿ ਲੱਗ ਰਿਹਾ ਸੀਗਾ ਵੀ ਸ਼ਾਇਦ ਮੇ ਵੀ ਸ਼ੋਰਟ ਨੋਟਿਸ ਦੇ ਉੱਤੇ ਲੋਕ ਘੱਟ ਆ ਰਹੇ ਨੇ ਜਿਵੇਂ ਕਿ, ਬਟ ਉੱਥੇ ਬਹੁਤ ਜ਼ਿਆਦਾ ਕਰਾਊਡ ਸੀਗਾ। ਸੋ ਕਿਵੇਂ ਰਿਸਪੌਂਸ ਮਿਲਿਆ ਤੁਹਾਨੂੰ ਕਮਿਊਨਿਟੀ ਦਾ? ਦੇਖੋ, ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਬਹੁਤ ਸਾਰੇ ਡੋਨਰ ਜਿਹੜੇ ਆ ਜਿਨ੍ਹਾਂ ਨੇ ਮੈਨੂੰ ਜਿਹੜੇ ਆਏ, ਔਰ ਬਹੁਤ ਸਾਰੇ ਡੋਨਰਸ ਨੇ, ਕਿਉਂਕਿ ਪੈਂਡੈਮਿਕ ਕਰਕੇ ਸੀਟਿੰਗ ਜਿਹੜੀ ਸੀਗੀ ਉਹ ਅੱਧੀ ਸੀ ਹਾਲ ਦੀ, ਕਿਉਂਕਿ ਹਾਲ ਮੈਂ ਉੱਥੇ ਹੀ ਕਰਦਾ ਇੱਕੋ ਹੀ, ਕਿਉਂਕਿ ਮੈਂ ਬਦਲਦਾ ਨਹੀਂ ਜਗ੍ਹਾ। ਉਹ ਉੱਥੇ ਹਾਲ ਦੇ ਵਿੱਚ ਅੱਧੀ ਕੈਪੈਸਿਟੀ ਹੋਣ ਕਰਕੇ ਜਿੰਨੀ ਫੁੱਲ ਕੈਪੈਸਿਟੀ ਸੀ ਉਹਨੇ ਜਿਹੜੇ ਸੀਗੇ ਲੋਕ ਉੱਥੇ ਆਏ, ਔਰ ਬੜਾ ਵੱਡਾ ਹੌਸਲਾ ਵੀ ਮਿਲਦਾ ਇਹਦੇ ਨਾਲ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜੇ ਕੈਨੇਡਾ ਦੇ ਵਿੱਚ ਡਿਊਰਿੰਗ ਇਲੈਕਸ਼ਨ ਕੈਂਪੇਨ ਕੋਈ ਫੰਡ ਰੇਜ਼ਿੰਗ ਹੋਇਆ ਹੋਊ ਤਾਂ ਮੈਨੂੰ ਲੱਗਦਾ ਕਿ ਸਰੀ ਨਿਊਟਨ ਜਿਹੜੀ ਆ ਉਹ ਸਾਰਿਆਂ ਨਾਲੋਂ ਉੱਤੇ ਹੋਊਗੀ। ਸੋ ਬਹੁਤ ਧੰਨਵਾਦੀ ਸਾਰੇ ਡੋਨਰਸ ਦਾ ਜਿਹੜੇ ਚੱਲ ਕੇ ਆਏ। ਔਰ ਉਹਦੇ ਨਾਲ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਪੈਸੇ, ਚਲੋ ਪੈਸੇ ਤਾਂ ਕੈਂਪੇਨ, ਕਿਉਂਕਿ ਇਹ ਹੁੰਦਾ ਕਿ ਸਾਰੇ ਤਿਲ ਕਰਕੇ ਆਪਾਂ ਸਾਰਾ ਕਰਦੇ ਤੋਕਾ ਕਰਕੇ ਸਮੁੰਦਰ ਬਣ ਜਾਂਦਾ। ਸੋ ਜਦੋਂ ਸਾਰਿਆਂ ਦੀ ਕੰਟਰੀਬਿਊਸ਼ਨ ਹੁੰਦੀ ਆ ਉਹ ਬਹੁਤ ਵਧੀਆ ਲੱਗਦਾ ਕਿ ਬਹੁਤ ਸਾਰੇ, ਇਹ ਨਹੀਂ ਵੀ ਇੱਕ ਸਿੰਗਲ ਬੰਦਾ ਹੀ ਤੁਹਾਨੂੰ ਜਿਹੜਾ ਹੈ। ਔਰ ਚੁਣੇ ਗਏ ਨੁਮਾਇੰਦੇ ਨੂੰ ਵੀ ਬਹੁਤ ਹਿੰਮਤ ਮਿਲਦੀ ਹੈ ਕਿ ਕਮਿਊਨਿਟੀ ਉਹਦੇ ਨਾਲ ਖੜੀ ਹੈ, ਕਿਉਂਕਿ ਔਰ ਛੋਟੇ ਸੱਦੇ ਤੇ। ਔਰ ਮੈਂ ਕਈ ਲੋਕਾਂ ਨੂੰ ਤਾਂ ਕਾਲ ਵੀ ਨਹੀਂ, ਸਿਰਫ ਮੈਸੇਜ ਹੀ ਭੇਜਿਆ। ਔਰ ਉਹਦੇ ਵਿੱਚ ਜਿਹੜਾ ਸੀਗਾ ਬਹੀਰਾਂ ਘੱਤੀਆਂ ਆਏ ਉਸ ਦਿਨ, ਉਹਦੇ ਨਾਲ ਜਿਹੜੀ ਆ ਮੈਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਮੈਂ ਪਬਲਿਕ ਸਰਵਿਸ ਦੇ ਵਿੱਚ ਇੰਨਾ ਟਾਈਮ ਲਾਉਣਾ, ਆਪਣੇ ਫੈਮਿਲੀ ਦੇ ਵਿੱਚੋਂ, ਆਪਣੇ ਬਿਜ਼ਨਸ ਚੋਂ ਟਾਈਮ ਛੱਡ ਕੇ ਇੱਧਰ ਲੱਗਿਆ। ਤੇ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਲੋਕ ਨੇ ਉਹ ਤੁਹਾਡੀ ਮਿਹਨਤ ਨੂੰ ਜਾਇਆ ਨਹੀਂ ਜਾਣ ਦਿੰਦੇ, ਉਹ ਐਪਰੀਸ਼ੀਏਟ ਕਰਦੇ ਨੇ ਕੈਨੇਡੀਅਨ ਲੋਕ ਜਾਂ ਜਿਹੜੇ ਕੰਸਟੀਟੂਐਂਟਸ ਤੁਹਾਡੇ ਹੈਗੇ ਨੇ। ਸੋ ਇਹਦੇ ਵਿੱਚ ਜਿਹੜਾ ਸੀ ਬਹੁਤ ਵੱਡਾ ਹੌਸਲਾ ਤੁਸੀਂ ਦੇਖਿਆ ਹੀ ਆ ਉਸ ਦਿਨ। ਔਰ ਉਹਦੇ ਵਿੱਚ ਜਿਹੜਾ ਸੀ ਸਾਰੇ ਕੈਂਡੀਡੇਟਸ ਵੀ ਅਸੀਂ ਸੱਦੇ ਸੀ, ਕਿਉਂਕਿ ਉਹਦੇ ਨਾਲ ਅਸੀਂ ਸੀਗਾ ਵੀ ਮੈਂ ਚਾਹੁੰਦਾ ਸੀਗਾ ਕਿ ਇੱਕ ਟੀਮ ਦੇ ਤੌਰ ਤੇ, ਕਿਉਂਕਿ ਇਕੱਲਾ ਬੰਦਾ ਕਾਮਯਾਬ ਨਾਲ, ਮੈਂ ਡੈਲਟਾ ਤੋਂ ਤੇ ਸਾਰੇ ਸਰੀ ਦੇ ਉਮੀਦਵਾਰ ਜਿਹੜੇ ਸੀਗੇ ਉਹ ਸੱਦੇ ਹੋਏ ਸੀਗੇ ਤਾਂ ਕਿ ਅਸੀਂ ਉਹ ਵੀ ਇੰਟਰੋਡਿਊਸ ਜਿਹੜੀ ਆ ਉਹ ਕਰ ਸਕੀਏ। ਸੋ ਬੜੀ ਵਧੀਆ ਜਿਹੜਾ ਸੀ ਇਵੈਂਟ ਸ਼ਾਰਟ ਨੋਟਿਸ ਤੇ ਰਿਹਾ। ਔਰ ਪੈਂਡੈਮਿਕ ਦੇ ਦੌਰਾਨ ਆਪਾਂ ਈਵਨ ਹਾਫ ਕੈਪੈਸਿਟੀ ਸੀਗੀ, ਰਾਈਟ, ਉਹਦੇ ਵਿੱਚ ਵੀ ਜਿਹੜਾ ਹੈਗਾ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਉਹ ਫਾਈਨੈਂਸ਼ੀਅਲ ਜਿਹੜੀ ਮਦਦ ਕਰਨੀ ਸਰੀ ਨਿਊਟਨ ਦੀ ਔਰ ਮੇਰੀ ਕੈਂਡੀਡੇਸੀ ਦੀ, ਐਂਡ ਨਾਲ ਹੀ ਜਿਹੜਾ ਹੈਗਾ ਆ ਕੇ ਮੇਰਾ ਹੌਸਲਾ ਵਧਾਉਣਾ, ਇਹ ਇੱਕ ਜਿਹੜਾ ਮੈਂ ਮਤਲਬ ਕਦੇ ਨਹੀਂ ਭੁੱਲਦਾ। ਇਹੀ ਚੀਜ਼ ਮੈਨੂੰ ਦਿਨੋਂ ਦਿਨ ਜਿਹੜੀ ਉਹ ਬਾਰ ਸੈੱਟ ਕਰ ਦਿੰਦੇ ਨਾ, ਹਰ ਰੋਜ਼ ਜਿਹੜੀ ਆ ਨਵੀਂ ਬਾਰ ਸੈੱਟ ਕਰਦੇ ਆ ਲੋਕ, ਸੈੱਟ ਕਰਦੇ ਨੇ। ਫਿਰ ਮੈਂ ਉਹਨੂੰ ਇੰਸਪਾਇਰ ਕਰਦਾ ਰਹਿਣਾ ਵੀ ਮੈਂ ਇਹਨੂੰ ਮੀਟ ਕਰਾਂ, ਮੈਂ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਵਾ ਜਿਹੜੀ ਚੀਜ਼ ਉਹ ਮਿਲ ਲਈ ਇੱਕ ਹਰ ਰੋਜ਼ ਜਿਹੜਾ ਵਾ ਉਹ ਜਿਹੜਾ ਇੰਨਾ ਪਿਆਰ ਦੇ ਕੇ ਉਹ ਇੰਨੀ ਸੈੱਟ ਕਰਦੇ, ਮੈਂ ਉਹਨੂੰ ਇੰਸਪਾਇਰ ਕਰਦਾ ਹੀ ਰਹਿਣਾ ਹਮੇਸ਼ਾ ਹੀ ਵੀ ਜ਼ਿੰਦਗੀ 'ਚ ਮੈਂ ਹੋਰ ਚੰਗਾ ਕਰਾਂ, ਤਾਂ ਕਿ ਕੋਈ ਵੀ ਕੰਸਟੀਟੂਐਂਟ ਜਿਹਨੇ ਮੈਨੂੰ ਵੋਟ ਪਾਈ ਆ, ਫਾਈਨੈਂਸ਼ੀਅਲ ਸਪੋਰਟ ਕੀਤੀ, ਵਲੰਟੀਅਰ ਕੀਤਾ ਜਾਂ ਮੇਰੇ ਕੋਲ ਆ ਕੇ ਇਨਕਰੇਜਮੈਂਟ ਦਿੱਤੀ ਆ, ਉਹਨੂੰ ਕੋਈ ਇਹ ਨਾ ਕਹੇ ਵੀ ਜੀ ਤੁਸੀਂ ਤੁਹਾਡਾ ਚੁਣਿਆ ਹੋਇਆ ਮੈਂ ਤਾਂ ਤੁਸੀਂ ਸਾਨੂੰ ਵੋਟ ਪਾਉਣ ਵਾਸਤੇ ਇਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼, ਤੁਸੀਂ ਇਹਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਵਾਸਤੇ ਕਿਹਾ ਸੀ, ਤੁਸੀਂ ਇਹਦੀ ਵਲੰਟੀਅਰ ਕਰਨ ਵਾਸਤੇ ਕਿਹਾ ਸੀ, ਵੀ ਇਹ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਉਹ ਲੋਕਾਂ ਤੋਂ ਪਰੇ ਹਟ ਗਿਆ। ਔਰ એનર્ਜੀ ਇਹ ਨਹੀਂ ਅੱਜ ਤੋਂ ਜੇ 10 ਸਾਲ ਪਹਿਲਾਂ ਵੀ ਮੈਂ ਉਸੇ ਰਫਤਾਰ 'ਚ ਕੰਮ ਕਰਦਾ ਸੀ, ਅੱਜ ਵੀ ਉਸੇ ਰਫਤਾਰ 'ਚ, ਕਿਉਂਕਿ ਮੇਰੀ ਨਾ ਰਫਤਾਰ 'ਚ ਫਰਕ ਪਿਆ, ਪੈਸ਼ਨ ਹੋਰ ਵਧਿਆ। ਇਨਫੈਕਟ ਮੈਂ ਹੁਣ ਅੱਗੇ ਹੋਰ ਮਜਬੂਰੀਆਂ ਵੀ ਹੁੰਦੀਆਂ ਸੀ, ਬੱਚੇ ਛੋਟੇ, ਹੁਣ ਬੱਚੇ ਜਿਹੜੇ ਆ ਉਹ ਆਪੋ ਆਪਣੇ ਜਿਹੜੇ ਨੇ ਥਾਂ ਤੇ ਨੇ, ਤੇ ਹੁਣ ਤਾਂ ਮੇਰੇ ਕੋਲ ਟਾਈਮ ਜਿਹੜਾ ਉਹ ਖੁੱਲ੍ਹਾ ਵਾ ਤਾਂ ਕਿ ਹੋਰ ਵੀ ਜਿਹੜੀ ਵਧੀਆ ਢੰਗ ਦੇ ਨਾਲ ਮੈਂ ਲੋਕਾਂ ਦੀ ਜਿਹੜੀ ਸੇਵਾ ਕਰ ਸਕਾਂ ਔਰ ਉਹਨਾਂ ਦੇ ਮਸਲੇ ਵੀ, ਕਿਉਂਕਿ ਇਹ ਨਹੀਂ ਇਕੱਲਾ ਵੀ। ਔਰ ਜਦੋਂ ਮੈਂ ਗੱਲ ਵੀ ਕਰ ਕਿਉਂਕਿ ਕਾਕਸ ਵਿੱਚ ਮੈਨੂੰ ਜਦੋਂ ਇੰਨੀ ਵੱਡੀ ਸਪੋਰਟ ਤੁਹਾਡੀ ਕੰਸਟੀਟੂਐਂਸੀ 'ਚੋਂ ਹੋਵੇ ਤਾਂ ਜਦੋਂ ਲੀਡਰਸ਼ਿਪ ਆ ਜਾਂ ਕਾਕਸ ਮਿਨਿਸਟਰੀ ਆ ਉਹ ਵੀ ਕੇਅਰ ਕਰਦੇ ਨੇ ਵੀ ਲੋਕਾਂ ਦੀ ਸਪੋਰਟ ਇਹਦੇ ਪਿੱਛੇ ਹੈਗੀ। ਤੇ ਜਦੋਂ ਗੱਲ ਕਰੀਦੀ ਆ ਜਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰੀਦੀ ਆ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਇੱਥੇ ਸਾਨੂੰ ਰੱਖਦੇ ਆ ਉਹ ਗੱਲ ਕਰਦੀ, ਉਹਨੂੰ ਫਿਰ ਬੜੇ ਧਿਆਨ ਦੇ ਨਾਲ ਜਿਹੜਾ ਹੈਗਾ ਤਵੱਜੋ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਬਿਲਕੁਲ। ਸੁਖ ਧਾਲੀਵਾਲ ਜੀ, ਇਲੈਕਸ਼ਨ ਕੈਂਪੇਨ ਜਿਹੜੀ ਆ ਉਹ ਕਿਵੇਂ ਚੱਲ ਰਹੀ ਹੈ? ਕਿਹੜੇ ਮੁੱਦੇ ਜਿਹੜੇ ਨੇ ਉਹ ਬਹੁਤ ਹਾਈਲਾਈਟਸ ਹੋ ਰਹੇ ਨੇ, ਸਪੈਸ਼ਲੀ ਤੁਹਾਡੀ ਪਾਰਟੀ ਦੇ ਵੱਲੋਂ ਜਿਹੜਾ ਉਹ ਕੀ ਕੁਝ ਲਿਆਂਦਾ ਜਾ ਰਿਹਾ ਲੋਕਾਂ ਲਈ?
ਦੇਖੋ ਜਿਹੜੀ ਪਾਰਟੀ ਦੇ ਵਿੱਚੋਂ ਹਮੇਸ਼ਾ ਹੀ ਜਿਹੜੀ ਹੈਗੀ ਹੈ, ਜੇ ਤੁਸੀਂ ਸ਼ੁਰੂ ਤੋਂ ਹੀ ਦੇਖੋ, ਜਦੋਂ 2015 ਤੋਂ ਪ੍ਰਧਾਨ ਮੰਤਰੀ ਬਣੇ ਆ ਜਸਟਿਨ ਟਰੂਡੋ, ਇੱਕੋ ਹੀ ਚੀਜ਼ ਅਸੀਂ ਕੀਤੀ ਹੈਗੀ ਕਿ ਜਿਹੜਾ ਆਮ ਸਧਾਰਨ ਵਿਅਕਤੀ ਹੈਗਾ ਉਹਦੀ ਲਾਈਫ ਕਿੱਦਾਂ ਸੌਖੀ ਬਣ ਸਕਦੀ, ਉਹਦੇ ਵਿੱਚ ਜਿਹੜੇ ਆਰਡੀਨਰੀ ਮਿਡਲ ਕਲਾਸ ਫੈਮਿਲੀ ਜਿਹੜੀਆਂ ਉਹ ਕਿਸ ਤਰੀਕੇ ਨਾਲ ਗਰੋ ਹੋ ਸਕਦੀਆਂ, ਜਿਹੜੀ ਲੋ ਇਨਕਮ ਫੈਮਿਲੀ ਉਹ ਮਿਡਲ ਕਲਾਸ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਹੋ ਸਕਦੇ ਆ, ਬੱਚੇ ਜਿਹੜੇ ਨੇ ਯੂਨੀਵਰਸਿਟੀ ਜਾਣਾ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਮਦਦ ਕਰਦੇ ਆ, ਸੀਨੀਅਰਸ ਨੂੰ ਲੋੜ ਆ ਉਹ ਕਿਸ ਤਰ੍ਹਾਂ ਅਫੋਰਡੇਬਲ ਹਾਊਸਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਐਜ਼ ਏ ਗਵਰਨਮੈਂਟ ਕੰਮ ਕਰ ਸਕਦੇ ਹਾਂ। ਸੀਨੀਅਰ ਕੇਅਰ ਦੀ ਗੱਲ ਹੈਗੀ ਆ ਵੀ ਉਹ ਅਸੀਂ ਕਿਵੇਂ ਜਿਹੜਾ ਕੀ ਅਸੀਂ ਕਰੀਏ ਤਾਂ ਕਿ ਜਿਹੜੇ ਸੀਨੀਅਰਸ ਘਰੇ ਚਾਹੁੰਦੇ ਨੇ ਉਹਨਾਂ ਦੀ ਕੇਅਰ ਹੋਵੇ। ਔਰ ਇਮੀਗ੍ਰੇਸ਼ਨ ਨੀਤੀ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਡੀ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਲਿਬਰਲ ਦੀ, ਉਹ ਪਿਛਲੇ ਸਮੇਂ 'ਚ, ਕਿਉਂਕਿ ਮੈਨੂੰ ਆਪ ਮੌਕਾ ਮਿਲਿਆ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਰਿਫਿਊਜੀ ਕਮੇਟੀ ਜਿਹੜੀ ਹੈਗੀ ਉਸ 'ਤੇ ਬੈਠਣ ਦਾ, ਉਹਦੇ ਵਿੱਚ ਬੈਠ ਕੇ ਮਿਨਿਸਟਰ ਦੇ ਨਾਲ ਜਿਹੜਾ ਵਾ ਐਵਰੀ ਡੇ ਤਲੁਕਾਤ ਪੈਦਾ ਕਰਕੇ ਦੇਖਦਾ ਕਿ ਜਿਹੜੀ ਪਾਲਿਸੀ ਅਸੀਂ ਲੈ ਕੇ ਆ ਰਹੇ ਹਾਂ ਇਮੀਗ੍ਰੇਸ਼ਨ ਦੀ, ਉਹ ਇੱਕ ਕੈਨੇਡਾ ਦੇ ਲਈ ਬਹੁਤ ਵਧੀਆ ਇਕਨੋਮਿਕ ਪਾਲਿਸੀ ਆ। ਅੱਗੇ ਹੁੰਦੀ ਸੀ ਇਮੀਗ੍ਰੇਸ਼ਨ ਇੱਕ ਸੋਸ਼ਲ ਨੀਤੀ ਬਣਦੀ ਵੀ ਸੋਸ਼ਲੀ ਸਾਨੂੰ ਚਾਹੀਦਾ ਜੀ ਸਾਡੇ ਪੇਰੈਂਟਸ ਇੱਥੇ ਆਉਣ, ਸਾਡਾ ਸਪਾਊਸ ਇੱਥੇ ਆ ਜਾਏ, ਸਾਡੀ ਭੂਆ ਦਾ ਮੁੰਡਾ ਇੱਥੇ ਆ ਜਾਏ, ਮਾਮੇ ਦਾ ਮੁੰਡਾ। ਹੁਣ ਕੀ ਹੈਗਾ ਕਿ ਉਹ ਜਿਹੜੇ ਅਸੀਂ ਇੱਥੇ ਆ ਰਹੇ ਨੇ ਨਾ ਲੋਕ, ਉਹ ਇਨਫੈਕਟ ਇੱਕ ਸੋਸ਼ਲ ਨੀਤੀ ਤਾਂ ਸਾਡੀ ਜਿਹੜੀ ਆ ਉਹਨੂੰ ਤੈਅ ਕਰਦੀ ਹੋਈ ਹੈ, ਪਰ ਨਾਲ ਨਾਲ ਇੱਕ ਇਕਨੋਮਿਕ ਨੀਤੀ ਵੀ ਆ। ਜੇ ਅਸੀਂ ਸਸਟੇਨ ਕਰਨਾ ਨਾ ਫਿਊਚਰ ਦੇ ਵਿੱਚ, ਤਾਂ ਸਾਨੂੰ ਇੱਕ ਐਫੀਸ਼ੀਐਂਟ ਸਟਰੋਂਗ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਚਾਹੀਦੀ। ਉਹਦੇ ਵਿੱਚ ਸਾਡੀ ਪਾਰਟੀ ਨੇ ਬਹੁਤ ਵਧੀਆ ਰੋਲ ਜਿਹੜਾ ਉਹ ਅਦਾ ਕੀਤਾ। এনवायरमेंट ਦੀ ਗੱਲ ਕਰ ਲਓ, ਹੁਣ ਜੇ ਦੇਖੋ ਵੈਜ ਇਸ਼ੂਜ਼ ਹੈਗੇ ਆ, ਉਹ ਟੂਲ ਉਹਨਾਂ ਦੇ ਨਾਲ এনवायरमेंट ਅਸੀਂ ਕਿਹਾ 2050 ਤੱਕ ਜ਼ੀਰੋ ਨੈਟ ਐਮਿਸ਼ਨਸ ਲੈ ਕੇ ਆਵਾਂਗੇ, ਬਾਈ 2030 ਜਿਹੜਾ ਪਲਾਸਟਿਕ ਪੋਲਿਊਸ਼ਨ ਆ ਉਹਨੂੰ ਐਲੀਮੀਨੇਟ ਕਰਾਂਗੇ। ਅੱਜ ਇੱਕ ਹੋਰ ਕਿਹਾ ਵੀ $1 ਬਿਲੀਅਨ ਇਨਵੈਸਟ ਕਰਾਂਗੇ ਅਸੀਂ ਲੇਕਸ ਤੇ ਰਿਵਰ ਦੇ ਵਿੱਚ ਪਾਣੀ ਜਿਹੜਾ ਸਾਫ਼ ਪਾਣੀ ਜਿਹੜਾ ਉਹਨੂੰ ਅਸੀਂ ਰੱਖ ਸਕੀਏ। ਸੋ ਚਾਹੇ এনवायरमेंट ਦੀ ਗੱਲ ਕਰ ਲਈਏ, ਚਾਹੇ ਇਕਨੋਮੀ ਦੀ, ਚਾਹੇ ਲੋਕਾਂ ਦੀ ਸਿਹਤ ਸੇਵਾਵਾਂ ਦੀ ਗੱਲ ਕਰ ਲਈਏ, ਚਾਹੇ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ, ਜਸਟ ਸੀਨੀਅਰ ਦੀ, ਉਹਦੇ ਵਿੱਚ ਅਸੀਂ ਅੱਗੇ ਆਏ ਜੀ। ਆਪਾਂ ਇਹ ਮੁੱਦੇ ਅੱਗੇ ਵੀ ਕੰਟੀਨਿਊ ਰੱਖਾਂਗੇ। ਕਾਲਰ ਵੀ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਜਸਪਾਲ ਸਿੰਘ ਬੋਲ ਰਿਹਾ ਡੈਲਟਾ ਤੋਂ। ਜੀ ਜਸਪਾਲ ਜੀ। ਹਾਂਜੀ, ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇੱਕਦਮ ਚੋਣਾਂ ਦੇ ਬਾਰੇ ਕਹਿ ਰਹੇ ਆ ਵੀ ਇਹ ਸਹੀ ਟਾਈਮ ਸੀ ਟਰੂਡੋ ਦੇ ਚੋਣਾਂ ਨੂੰ ਕਾਲ ਕਰਨਾ, ਕਿਉਂਕਿ ਮਿਨੋਰਟੀ ਗਵਰਨਮੈਂਟ ਆ ਤੇ ਮਿਨੋਰਟੀ ਜਿਹੜੀ ਗਵਰਨਮੈਂਟ ਹੈ ਬਹੁਤ ਚਿਰ ਨਹੀਂ ਚੱਲਦੀ ਹੁੰਦੀ, ਜਾਂ ਦੁਨੀਆਂ ਦੇ ਸਹਾਰੇ ਨਹੀਂ ਚੱਲ ਸਕਦੀ ਉਹ। ਹਾਂਜੀ, ਤੇ ਇਹਦਾ ਜੇ ਨਾ ਵੀ ਇਲੈਕਸ਼ਨ ਟਰੂਡੋ ਨਹੀਂ ਬੁਲਾਉਂਦੇ, ਅਗਲੇ ਸਾਲ ਇਹਨਾਂ ਪਾਰਟੀਆਂ ਨੇ ਮਜਬੂਰ ਕਰ ਦੇਣਾ ਸੀ ਇਹਨੂੰ ਇਲੈਕਸ਼ਨ ਕਾਲ ਕਰਨ ਲਈ। ਤੇ ਇਸ ਕਰਕੇ ਉਹਨਾਂ ਨੇ ਆਪਣੇ ਆਪ ਇਲੈਕਸ਼ਨ ਬੁਲਾ ਲਈ ਆ। ਇਹਨਾਂ ਨੂੰ ਇੱਕ ਮੈਂਡੇਟ ਲੈਣ ਦੀ ਵੀ ਜ਼ਰੂਰਤ ਸੀ। ਟਰੂਡੋ ਨੇ ਕਾਫੀ ਸੋਹਣਾ ਕੰਮ ਕੀਤਾ, ਚੰਗਾ ਕੰਮ ਕੀਤਾ, ਤੇ ਪੈਸੇ ਵੀ ਕਾਫੀ ਲੋਕਾਂ ਨੂੰ ਪਾਏ ਆ। ਪਿੰਡਾਂ ਦੇ ਵਿੱਚ ERB ਬਣਿਆ, EI ਬੈਨੀਫਿਟ ਵੀ ਵਧਿਆ, ਤੇ ਟਰੂਡੋ ਨੇ ਬਹੁਤ ਚੰਗਾ ਕੰਮ ਕੀਤਾ। ਮੈਂ ਇੱਕ ਧਾਲੀਵਾਲ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਵੀ ਸਿਹਤ ਸਹੂਲਤਾਂ ਤਾਂ ਠੀਕ ਆ, ਅਸੀਂ ਇੱਥੇ ਇੰਗਲੈਂਡ ਤੋਂ ਆਏ ਹਾਂ ਡਿਪੈਂਡੈਂਟ ਬਣ ਕੇ, ਤੇ ਅਸੀਂ ਚਾਹੁੰਦੇ ਹਾਂ ਵੀ ਲਿਬਰਲ ਪਾਰਟੀ ਕੁਛ ਡੈਂਟਲ ਟ੍ਰੀਟਮੈਂਟ ਬਾਰੇ ਵੀ ਕੋਈ ਹੋਰ ਸਹੂਲਤਾਂ ਦੇਵੇ। ਜੀ ਜਸਪਾਲ ਜੀ ਡੈਂਟਲ ਸਹੂਲਤਾਂ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ ਜੀ, ਠੀਕ ਹੈ ਜੀ। ਓਕੇ, ਡੈਂਟਲ ਵਿੱਚ ਜਿੱਦਾਂ ਤੁਸੀਂ ਜਾਓ ਨਾ, ਮੈਂ ਵੀ ਬਸ ਗਈ ਸੀ ਕਿ 70 ਸਾਲ ਤੋਂ ਉੱਤੇ ਆ, ਅਸੀਂ ਡਿਪੈਂਡੈਂਟ ਨੇ, ਸਾਨੂੰ ਇੱਥੇ ਪੈਨਸ਼ਨ ਵਾਲੇ ਮਿਲਦੇ ਨਹੀਂ, ਸਾਨੂੰ 5-6 ਸਾਲ ਹੋਇਆ ਆਏ ਨੂੰ। ਤੇ ਉਹ ਡੈਂਟਲ ਟ੍ਰੀਟਮੈਂਟ ਕਹਿੰਦੇ 3 ਦੰਦ ਭਰਾਉਣੇ ਆ, ਤਾਂ ਉਹਨਾਂ ਦੀ ਕੈਵਿਟੀ ਜਿਹੜੀ ਕਹਿੰਦੇ ਅਸੀਂ ਕਿੰਨੇ ਪੈਸੇ ਲੱਗੂਗੇ, ਕਹਿੰਦੇ ਸੀ $1100। ਹੁਣ ਉਹ $1100 ਅਸੀਂ, ਸਾਨੂੰ ਤਾਂ ਪੈਨਸ਼ਨ ਤਾਂ ਹੈ ਨਹੀਂ ਕੋਈ ਵੀ, ਅਸੀਂ ਕਿੱਦਾਂ ਲੈ ਸਕਦੇ ਹਾਂ? ਜੀ ਠੀਕ ਹੈ ਜੀ ਜਸਪਾਲ ਜੀ, ਅਸੀਂ ਕਰਦੇ ਹਾਂ ਇਸ ਤੇ ਗੱਲ। ਹਾਂਜੀ, ਮੈਂ ਇਹਨਾਂ ਨੂੰ ਧੰਨਵਾਦ ਵੀ ਇਹਨਾਂ ਬਾਰੇ ਵੀ ਕੋਈ ਗੱਲ ਕਰੋ। ਤੇ ਹੁਣ ਅਸੀਂ ਤਾਂ ਇਹ ਸੋਚਦੇ ਹਾਂ ਵੀ ਅਸੀਂ ਇਹਨਾਂ ਤਾਂ ਅਸੀਂ ਇੰਗਲੈਂਡ ਜਾਵਾਂਗੇ ਇੱਕ ਵਾਰੀ, ਉੱਥੇ ਜਾ ਕੇ ਟ੍ਰੀਟਮੈਂਟ ਆਪਣਾ ਕਰਾਵਾਂਗੇ, ਇਹ ਤਾਂ ਸਾਨੂੰ ਤਾਂ ਉਹੀ ਸਸਤਾ ਪੈਣਾ ਹੈਗਾ। ਤੇ ਇਹ ਜ਼ਰੂਰ ਕਰਨ ਵਾਲੀ ਗੱਲ ਆ। ਤੇ ਮੈਂ ਇਹਨਾਂ ਦਾ ਵਿਚਾਰ ਜਾਣਨਾ ਚਾਹੁੰਦਾ ਵੀ ਡੈਂਟਲ ਟ੍ਰੀਟਮੈਂਟ ਬਾਰੇ ਇਹ
ਕੀ ਕਰਨਗੇ। ਥੈਂਕ ਯੂ ਵੈਰੀ ਜੀ ਮਚ। ਥੈਂਕ ਯੂ ਜਸਪਾਲ ਜੀ। ਸੁਖ ਧਾਲੀਵਾਲ ਜੀ, ਫਰਾਈਡੇ ਨੂੰ ਵੀ ਮੇਰੇ ਕੋਲ ਇੱਕ ਇਦਾਂ ਦੀ 2-3 ਮੇਰੇ ਕੋਲ ਕਾਲਸ ਆਈਆਂ ਸੀਗੀਆਂ ਜਿਨ੍ਹਾਂ ਨੇ ਸਪੈਸ਼ਲ ਮਤਲਬ ਕਿਹਾ ਸੀ ਵੀ ਜਿਹੜੀ ਡੈਂਟਲ ਜਿਹੜੀ ਕਾਸਟ ਹੈ ਬਹੁਤ ਜ਼ਿਆਦਾ ਸਾਨੂੰ ਪੈਂਦੀ ਹੈ। ਸੋ ਇਸ ਟੌਪਿਕ ਦੇ ਉੱਤੇ ਜਿਹੜੀ ਹੈ ਉਹ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ, ਸਾਨੂੰ ਜ਼ਰੂਰਤ ਹੈ। ਕਹਿੰਦੇ ਹੁਣ ਜਿਹੜੇ ਬਜ਼ੁਰਗ, ਜਿਵੇਂ ਇਹਨਾਂ ਨੇ ਗੱਲ ਕੀਤੀ ਜਸਪਾਲ ਜੀ ਨੇ, ਉਵੇਂ ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਨਹੀਂ ਪੈਨਸ਼ਨ ਮਿਲਦੀ ਪਈ ਆ, ਜਿਹੜੇ ਇੱਦਾਂ ਹੀ ਬੈਠੇ ਨੇ, ਔਰ ਜਿਹੜੇ ਜਦੋਂ ਡੈਂਟਿਸਟ ਦੇ ਕੋਲ ਜਾਂਦੇ ਨੇ ਤਾਂ ਉਹਨੂੰ ਬਹੁਤ ਜ਼ਿਆਦਾ ਖਰਚਾ ਜਿਹੜਾ ਪੈਂਦਾ। ਸੋ ਕੀ ਇਹਦੇ ਤੇ ਕੁਝ ਹੋ ਜਦੋਂ ਸਕਦਾ ਆਪਾਂ ਹੁਣ ਇੱਕ ਚਾਹੇ ਉਹ ਡੈਂਟਲ ਕੇਅਰ ਦੀ ਗੱਲ ਕਰ ਲਈਏ, ਚਾਹੇ ਉਹ ਫਾਰਮਾ ਕੇਅਰ ਦੀ ਗੱਲ ਕਰੀਏ, ਦੇਖੋ ਹੈ ਇਹ ਜ਼ਰੂਰੀ ਹੈ। ਇਹ ਜੀ ਆਵਾਜ਼ ਜਿਹੜੀ ਆ ਉਹ ਹਮੇਸ਼ਾ ਅਸੀਂ ਲੈ ਕੇ ਜਾਂਦੇ ਹਾਂ, ਪਰ ਸਮੇਂ ਮੁਤਾਬਕ ਜਿਹੜੀਆਂ ਨੇ ਉਹ ਪਲਾਨਸ ਲੈ ਕੇ ਆ ਰਹੇ ਹਾਂ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਸ ਵੇਲੇ ਸਾਡੇ ਕੋਲ ਮਿਨੋਰਟੀ ਜਿਹੜਾ ਸੀਗਾ ਉਹ ਪਾਰਲੀਮੈਂਟ ਸੀਗੀ, ਔਰ ਉਹਦੇ ਵਿੱਚ ਕੀ ਸੀਗਾ, ਜਿਹੜਾ ਵੀ ਅਸੀਂ ਪਾਲਿਸੀ ਲਿਆਉਣ ਦੀ ਕੋਸ਼ਿਸ਼ ਕਰਦੇ ਸੀ ਉਹਦੇ ਵਿੱਚ ਬਹੁਤ ਸਾਰੀਆਂ ਪਾਲਿਸੀ ਸੀਗੀਆਂ ਜਿਹਦੇ ਵਿੱਚ NDP ਜਿਹੜੀ ਸੀਗੀ ਉਹ ਰਾਜ ਰੋੜਾ ਬਣਦੀ ਸੀ, ਔਰ ਇਹਨਾਂ ਦੇ ਨਾਲ ਮੈਂ ਇਹ ਸਹਿਮਤ ਹਾਂ। ਦੂਸਰੇ ਪਾਸੇ ਬਲਾਕ ਕਈ ਵਾਰ ਰੋੜਾ ਬਣਦੀ ਸੀ, ਔਰ ਕਈ ਵਾਰ ਜੇ ਬਲਾਕ ਤੇ NDP ਦੀ ਸਪੋਰਟ ਤੇ ਕੰਜ਼ਰਵੇਟਿਵ ਰੋੜਾ ਬਣਦੀ ਸੀ, ਕਿਉਂਕਿ ਜਿਹੜੀਆਂ ਇਹੋ ਜਿਹੀਆਂ ਪਾਲਿਸੀਜ਼ ਹੈਗੀਆਂ ਨੇ ਜਦੋਂ ਉਹ ਲੈ ਕੇ ਆਉਣੀਆਂ ਨੇ ਬੋਲਡ ਪਾਲਿਸੀਜ਼, ਉਹਦੇ ਲਈ ਕਈ ਵਾਰ ਮੈਂਡੇਟ ਜਿਹੜਾ ਸਟਰੋਂਗ ਮੈਂਡੇਟ ਬੜਾ ਜ਼ਰੂਰੀ ਹੁੰਦਾ। ਇਸ ਮੈਂਡੇਟ ਦੇ ਵਿੱਚ 2 ਸਾਲ ਸੀਗੇ, ਠੀਕ ਹੈ ਨਾ। ਉਹ 2 ਸਾਲ ਦੇ ਵਿੱਚ ਸਾਨੂੰ ਜਿਹੜਾ ਸੀਗਾ ਉਹ ਕੋਵਿਡ ਨੇ ਜਿਹੜਾ ਹੈਗਾ ਉਹ ਘੇਰ ਲਿਆ, ਔਰ ਉਹ ਕਿਉਂਕਿ ਹਰ ਦਿਨ ਜਿਹੜਾ ਸੀਗਾ ਸਾਡਾ ਇੱਧਰ ਲੱਗਿਆ ਸੀ ਪ੍ਰਧਾਨ ਮੰਤਰੀ ਦਾ ਜਾਂ ਕੈਬਨਿਟ ਦਾ, ਸਾਰੀ ਗਵਰਨਮੈਂਟ ਦਾ, ਜਦੋਂ ਦੇਖਦੇ ਹਾਂ ਕਿ ਅਸੀਂ ਜਿਹੜਾ ਹੈਗਾ ਉਹ ਕੋਵਿਡ ਨੂੰ ਪਹਿਲਾਂ ਤਾਂ ਸਹੂਲਤਾਂ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਆਮ ਸਧਾਰਨ ਇਨਸਾਨ ਨੂੰ, ਬਜ਼ੁਰਗਾਂ ਨੂੰ, ਸਟੂਡੈਂਟਸ ਨੂੰ, ਬਿਜ਼ਨਸ ਨੂੰ ਕਿਸ ਤਰੀਕੇ ਨਾਲ ਸਹੂਲਤਾਂ ਦੇਣੀਆਂ ਤਾਂ ਕਿ ਲੋਕ ਬੈਂਕਰਪਟ ਨਾ ਹੋਣ, ਬਿਜ਼ਨਸ ਬੈਂਕਰਪਟ ਨਾ ਹੋਣ, ਉਹਦੇ ਵਿੱਚ ਜਿਹੜਾ ਸੀਗਾ ਅਸੀਂ ਕਾਮਯਾਬ ਜਿਹੜਾ ਉਹ ਰਹੇ। ਔਰ ਦੂਸਰਾ ਆ ਗਿਆ ਸੀ ਵੈਕਸੀਨੇਸ਼ਨ ਦਾ, ਫਿਰ ਸਾਡਾ ਇਹ ਵੀ ਮੇਨ ਸੀਗਾ। ਉਹਦੇ ਵਿੱਚ ਵੀ ਤੁਸੀਂ ਦੇਖੋ ਗਵਰਨਮੈਂਟ ਦੀ ਬੜੀ ਜਿਹੜੀ ਸੀ ਪਹਿਲਾਂ ਕ੍ਰਿਟਿਕ ਬਣਦੇ ਸੀ ਕੰਜ਼ਰਵੇਟਿਵ ਪਾਰਟੀ ਜੀ, ਇਹ ਵੈਕਸੀਨੇਸ਼ਨ ਦਾ ਇਹਨਾਂ ਨੇ ਇਹ ਪੱਠਾ ਬਿਠਾਤਾ, ਇੱਦਾਂ ਨਹੀਂ। ਔਰ ਉਹਦੇ ਵਿੱਚ ਸੀਗਾ ਮੋਸਟ ਡਾਈਵਰਸ ਜਿਹੜਾ ਸੀਗਾ ਉਹ ਅਸੀਂ ਸਿਸਟਮ ਪਿਕ ਕੀਤਾ ਵੀ ਵੱਖੋ ਵੱਖਰੀਆਂ ਕੰਪਨੀਆਂ ਨੂੰ ਕੰਟਰੈਕਟ ਜਿਹੜੇ ਸੀਗੇ ਉਹ ਸਾਈਨ ਕੀਤੇ ਵੈਕਸੀਨੇਸ਼ਨ ਲਈ। ਤੁਸੀਂ ਆਪ ਮੈਂਸ਼ਨ ਕੀਤਾ ਵੀ ਅਸੀਂ ਐਂਡ ਆਫ ਸਪਟੈਂਬਰ ਕਿਹਾ ਸੀਗਾ, ਠੀਕ ਹੈ ਨਾ। ਅਸੀਂ ਐਂਡ ਆਫ ਸਪਟੈਂਬਰ ਦੀ ਬਜਾਏ ਜਿਹੜਾ ਸੀਗਾ ਉਹ 2 ਮਹੀਨੇ ਪਹਿਲਾਂ ਆਪਦਾ ਉਹ ਜਿਹੜਾ ਟਾਰਗੇਟ ਸੀਗਾ ਉਹ ਪੂਰਾ ਕਰਦਾ। ਹੁਣ ਇਹ ਦੱਸਦਾ ਕਿ ਜਿਹੜੀ ਅਸੀਂ ਪਲਾਨ ਫੜਦਾ ਸੀਗੇ ਉਹ ਜਦੋਂ ਪੂਰੀ ਹੋਈ ਆ ਉਹਦੇ ਵਿੱਚ ਜਿਹੜਾ ਵਾ ਅਸੀਂ ਇਹ 2 ਸਾਲਾਂ 'ਚ ਕਾਮਯਾਬੀ। ਸੋ 2 ਸਾਲ ਸਾਡੇ, ਹੁਣ ਅਸੀਂ ਜਿਹੜੀ ਫਾਰਮਾ ਕੇਅਰ ਦੀ ਗੱਲ ਕਰਦੇ, ਡੈਂਟਲ ਕੇਅਰ ਦੀ ਗੱਲ ਕਰਦੇ, ਇਹੋ ਜਿਹੀਆਂ ਜਿਹੜੀ ਪਲਾਨ ਹੈਗੀ ਉਹ ਸਾਡੇ ਏਜੰਡੇ ਤੇ ਹੈਗੀ। ਅਸੀਂ ਹੁਣ ਇਸ ਵੇਲੇ ਫਾਰਮਾ ਕੇਅਰ ਤੇ ਫੋਕਸ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਹੈਗੀ, ਕਿਉਂਕਿ ਉਹਦੇ ਲਈ ਅਸੀਂ ਕਮੇਟੀ ਬਣਾਈ, ਉਹਨੇ ਫਿਰ ਜਿਹੜੀਆਂ ਹੈਗੀਆਂ ਨੇ ਉਹ ਰਿਕਮੈਂਡੇਸ਼ਨ ਸਾਨੂੰ ਦਿੱਤੀਆਂ ਵੀ ਅਸੀਂ ਕੀ ਕਰ ਸਕਦੇ ਹੈਗੇ ਆ। ਸੋ ਉਸ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਨਾ, ਔਰ ਉਸੇ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਇਹ ਚਾਹੇ ਉਹ ਫਾਰਮਾ ਕੇਅਰ ਹੈ, ਚਾਹੇ ਉਹ ਡੈਂਟਲ ਕੇਅਰ ਹੈ, ਚਾਹੇ ਉਹ ਐਨਵਾਇਰਨਮੈਂਟਲ ਪਾਲਿਸੀ, ਚਾਹੇ ਉਹ ਵਧੀਆ ਇਮੀਗ੍ਰੇਸ਼ਨ ਪਾਲਿਸੀ, ਚਾਹੇ ਇਕਨੋਮਿਕ ਨੀਤੀਆਂ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਪ੍ਰਾਈਮ ਮਿਨਿਸਟਰ ਨੂੰ ਸਟਰੋਂਗ ਮੈਂਡੇਟ ਚਾਹੀਦਾ ਕਿ ਜਿਸ ਤਰੀਕੇ ਨਾਲ ਪਿੱਛੇ ਪਾਰਟੀਆਂ ਜਿਹੜੀਆਂ ਦੂਜੀਆਂ ਸੀ ਅਪੋਜੀਸ਼ਨ ਪਾਰਟੀ, ਉਹ ਹਰ ਚੀਜ਼ ਨੂੰ ਡਿਲੇ ਕਰ ਰਹੀਆਂ ਸੀਗੀਆਂ, ਉਹ ਜਿਹੜਾ ਸੀਗਾ ਉਸ ਲਈ ਜਿਹੜਾ ਇਹ ਇਲੈਕਸ਼ਨ ਜਿਹੜਾ ਸੀ ਉਹ ਕਾਲ ਕੀਤਾ। ਹੋਪਫੁਲੀ ਲੋਕ ਜਿਹੜੇ ਨੇ ਉਹ ਸਟਰੋਂਗ ਮੈਂਡੇਟ ਪ੍ਰਧਾਨ ਮੰਤਰੀ ਨੂੰ ਦੇਣਗੇ, ਔਰ ਸਰੀ ਨਿਊਟਨ ਦੇ ਵਿੱਚ ਜਿਹੜਾ ਵਾ ਉਹ ਸੁਖ ਧਾਲੀਵਾਲ ਨੂੰ, ਇਹ ਡੈਲਟਾ ਤੋਂ ਬੋਲ ਰਿਹਾ, ਔਰ ਡੈਲਟਾ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਮੇਰੇ ਕੋਲ ਚੱਲ ਕੇ ਆਉਂਦੇ। ਕੋਈ ਵੀ ਮੈਂ ਅੱਜ ਤਾਈਂ ਕਿਸੇ ਨੂੰ ਨਾ ਨਹੀਂ ਕੀਤੀ ਵੀ ਤੁਸੀਂ ਆਏ ਹੋ ਮੇਰੇ ਕੋਲ ਸਵਾਲ ਲੈ ਕੇ ਆਏ ਹੋਣ, ਆਪਣਾ ਪਰਸਨਲ ਕੰਮ ਲੈ ਕੇ ਆਏ ਹੋਣ, ਇਹ ਨਹੀਂ ਵੀ ਮੇਰੀ ਕੰਸਟੀਚੁਐਂਸੀ ਨਹੀਂ ਰਹਿੰਦੇ। ਆਲਵੇਜ਼ ਉਹਨਾਂ ਦੀ ਵੌਇਸ ਜਿਹੜੀ ਹੈ ਮੈਂ ਅੱਗੇ ਉੱਪਰਦੀ ਕੀਤੀ, ਇਹਨਾਂ ਦੀ ਜਸਪਾਲ ਉਹਨਾਂ ਦੀ ਵੀ ਜਿਹੜੀ ਆਵਾਜ਼ ਹੈਗੀ ਹੈ ਇਹ ਵੀ ਇਹ ਹਮੇਸ਼ਾ ਹੀ ਮੈਂ ਲਿਖ ਲੈਣਾ ਜਾ ਕੇ। ਫਿਰ ਉਹ ਇਸ਼ੂ ਜਿਹੜੇ ਡੈਂਟਲ ਕੇਅਰ ਬਹੁਤ ਵੱਡਾ ਇਸ਼ੂ ਹੈ, ਬਹੁਤ ਕਾਲਸ ਇਸ ਰਿਗਾਰਡਿੰਗ ਫਾਰਮਾ ਕੇਅਰ ਦੋਨੇ ਮੇਜਰ ਇਸ਼ੂ ਹੈਗਾ, ਉਹਦੇ ਉੱਤੇ ਇਸ ਵੇਲੇ ਸਾਡਾ ਫਾਰਮਾ ਕੇਅਰ ਦੇ ਉੱਤੇ ਜਿਹੜਾ ਮੋਸਟ ਲਾਈਕਲੀ ਜਿਹੜੀ ਸਾਡੀ ਪ੍ਰਾਇੋਰਟੀ ਹੋਊਗੀ ਮੂਵਿੰਗ ਫਾਰਵਰਡ, ਜੇ ਲੋਕ ਫਤਵਾ ਦਿੰਦੇ ਹੈਗੇ ਤਾਂ ਇਹ ਹੋਊਗਾ ਵੀ ਅਸੀਂ ਉਸ ਚੀਜ਼ ਨੂੰ ਪਹਿਲਾਂ ਕਿਸ ਤਰੀਕੇ ਨਾਲ ਫਿਕਸ ਕਰਨਾ। ਬਿਲਕੁਲ। ਸੋ ਸੁਖ ਧਾਲੀਵਾਲ ਜੀ, ਜਿਸ ਤਰੀਕੇ ਨਾਲ ਜਸਪਾਲ ਜੀ ਨੇ ਕਿਹਾ ਵੀ ਸਰਕਾਰ ਹੈ ਜਿਸ ਤਰੀਕੇ ਨਾਲ ਮਿਨੋਰਿਟੀ ਦੀ ਹੈ, ਜ਼ਰੂਰਤ ਸੀਗੀ ਹੁਣ ਜਿਹੜੀ ਹੈ ਇਲੈਕਸ਼ਨਸ ਕਾਲ ਕੀਤੀਆਂ ਜਾਣ। ਇੱਦਾਂ ਦੇ ਬਹੁਤ ਸਾਰੇ ਸਰਵੇ ਆਏ ਨੇ। ਅੱਜ ਦਾ ਹੀ ਸਰਵੇ ਜਿਹੜਾ ਮੈਂ ਇਪਸੋਸ ਦਾ ਜਿਹੜਾ ਉਹ ਪੜ੍ਹਿਆ, ਉਹਦਾ ਸਰਵੇ ਦੇ ਵਿੱਚ ਲੋਕ ਜਿਹੜੇ ਨੇ ਉਹ ਕਾਫੀ ਹੱਦ ਤੱਕ 58% ਜਿਹੜੇ ਲੋਕ ਨੇ ਉਹ ਇਸ ਚੀਜ਼ ਦੇ ਖਿਲਾਫ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਇਲੈਕਸ਼ਨਸ ਦਾ ਜਿਹੜਾ ਸਮਾਂ ਸਹੀ ਨਹੀਂ ਹੈ, ਇਸ ਸਮੇਂ ਕਾਲ ਨਹੀਂ ਕਰਨੀ ਚਾਹੀਦੀ। ਇਪਸੋਸ ਦਾ ਪਿਛਲੇ ਹਫਤੇ ਦਾ ਜਿਹੜਾ ਸਰਵੇ ਸੀਗਾ ਉਹਦੇ ਵਿੱਚ 1000 ਦੇ ਵਿੱਚ ਕੋਈ 1/4 ਲੋਕ ਸੀਗੇ ਜਿਨ੍ਹਾਂ ਨੇ ਸਿਰਫ ਇਹ ਗੱਲ ਕਹੀ ਸੀ ਵੀ ਇਲੈਕਸ਼ਨਸ ਦਾ ਗਲਤ ਸਮਾਂ ਚੂਜ਼ ਕੀਤਾ ਗਿਆ। ਸੋ ਇਹ ਸਰਵੇ ਬਦਲ ਰਿਹਾ ਹੈ, ਜਿਵੇਂ ਜਿਵੇਂ ਇਲੈਕਸ਼ਨਸ ਚੋਣਾਂ ਯਾਨੀ ਕਿ ਵੋਟਾਂ ਪੈਣ ਦਾ ਦਿਨ ਨਜ਼ਦੀਕ ਆ ਰਿਹਾ, ਉਵੇਂ ਉਵੇਂ ਸਰਵੇ ਬਦਲ ਰਹੇ ਨੇ, ਲੋਕ ਖਿਲਾਫਤ ਕਰ ਰਹੇ ਨੇ ਇਸ ਚੀਜ਼ ਦੀ,
ਚਿੰਤਾ ਦੇ ਵਿੱਚ ਨੇ ਕਿ ਗਲਤ ਸਮੇਂ ਦੇ ਉੱਤੇ ਜਿਹੜੀ ਇਲੈਕਸ਼ਨਸ ਕਾਲ ਕਰ ਲਈ ਗਈ। ਪਰ ਦੇਖੋ ਕਈ ਲੋਕ ਜਿਹੜੇ ਨੇ ਉਹਦੇ ਵਿੱਚ ਅਵੇਅਰਨੈਸ ਦੀ ਬੜੀ ਜ਼ਰੂਰੀ ਹੈ। ਹਾਂਜੀ, ਦੇਖੋ ਜਸਪਾਲ ਜੀ ਨੇ ਜਿਸ ਤਰ੍ਹਾਂ ਇਹਨਾਂ ਨੂੰ ਅਵੇਅਰਨੈਸ ਹੈਗੀ ਆ ਪੋਲੀਟੀਕਲ ਇਹਨਾਂ ਨੇ ਗੱਲ ਕੀਤੀ ਵੀ ਜਿਹੜਾ ਵਾ ਉਹ ਟਾਈਮਿੰਗ ਸਹੀ ਆ, ਉਹਨਾਂ ਨੂੰ ਇਲੈਕਸ਼ਨ ਕਾਲ ਕਰਨਾ ਚਾਹੀਦਾ। ਪਰ ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਜਾਵੇ ਇਸ ਵੇਲੇ ਅਸੀਂ ਬੜੇ ਕ੍ਰਿਟੀਕਲ ਤੇ ਮੋਸਟ ਜਿਹੜਾ ਭਿਆਨਕ ਜਿਹੜਾ ਸਮਾਂ ਪਿਛਲੇ 100 ਸਾਲ 'ਚ ਅਸੀਂ ਦੇਖਿਆ ਹੋਊਗਾ ਟਾਈਮ ਪੀਰੀਅਡ 'ਚ ਉਹ 'ਚੋਂ ਅਸੀਂ ਲੰਘ ਰਹੇ ਸੀ। ਮਹਾਮਾਰੀ ਆਈ, ਹੁਣ ਉਸ ਨੂੰ ਨਜਿੱਠਣ ਦੀ ਗੱਲ ਕਰ ਲਈਏ। ਹੁਣ ਇਸ ਤੋਂ ਬਾਅਦ ਅਸੀਂ ਇਹ ਵੀ ਦੇਖਣਾ ਵੀ ਅਸੀਂ ਜਿਹੜੀਆਂ ਜੌਬਸ ਲੂਜ਼ ਹੋਈਆਂ ਇਹ ਮਹਾਮਾਰੀ ਦੌਰਾਨ ਉਹਨੂੰ ਕਿਸ ਤਰੀਕੇ ਨਾਲ ਰਿਵਾਈਵ ਕਰਨਾ, ਬਿਜ਼ਨਸ ਕਿੱਦਾਂ ਸਰਵਾਈਵ ਕਰਨਗੇ। ਜੇ ਇਹ ਕਰਨਗੇ ਤਾਂ ਹੀ ਅਸੀਂ ਵਧੀਆ ਹੈਲਥ ਕੇਅਰ, ਵਧੀਆ ਜਿਹੜੇ ਨੇ ਡੈਂਟਲ ਕੇਅਰ, ਹੈਲਥ ਜਾਂ ਮੈਡੀਕਲ ਕੇਅਰ ਦੀ ਗੱਲ ਕਰਦੇ, ਇਹ ਤਾਂ ਹੀ ਸੂਬੇ ਤੇ ਫੈਡਰਲ ਗਵਰਨਮੈਂਟ ਰਲ ਕੇ ਵਧੀਆ ਜਿਹੜੀਆਂ ਸਹੂਲਤਾਂ ਲਿਆ ਸਕਦੀ ਹੈ ਜੇਕਰ ਸਾਡੀ ਇਕਨੋਮਿਕ ਰਿਕਵਰੀ ਜਿਹੜੀ ਆ ਉਹ ਫਾਸਟ ਹੁੰਦੀ। ਔਰ ਉਸ ਲਈ ਜਿਹੜਾ ਮੈਂਡੇਟ ਸੀਗਾ ਇਸ ਵੇਲੇ ਬੜਾ ਜ਼ਰੂਰੀ ਸੀ। ਸਰਵੇ ਜਿਹੜੇ ਨੇ ਹਰ ਰੋਜ਼ ਅੱਜ ਇੱਦਾਂ ਹੋ ਗਿਆ, ਦੂਜੇ ਲੁੱਟ ਹੋ ਗਿਆ, ਪਰ ਓਨਲੀ ਸਰਵੇ ਦੈਟ ਮੈਟਰਸ ਇਜ਼ ਕਿ 20 ਜਿਹੜਾ ਹੈਗਾ ਸਤੰਬਰ ਨੂੰ ਸਹੀ ਉਮੀਦਵਾਰ ਨੂੰ, ਪਰਖਿਆ ਹੋਇਆ ਉਮੀਦਵਾਰ ਔਰ ਪਰਖਿਆ ਹੋਇਆ ਜਿਹੜਾ ਲੀਡਰ ਆ, ਦੇਖੋ ਆਪੋ ਆਪਣੀ ਕੰਸਟੀਚੁਐਂਸੀ 'ਚ ਪਰਖਿਆ ਹੋਇਆ ਉਮੀਦਵਾਰ ਔਰ ਫੈਡਰਲੀ ਜਿਹੜਾ ਪਰਖਿਆ ਹੋਇਆ ਤੁਹਾਡਾ ਪ੍ਰਾਈਮ ਹੈਗਾ ਲੀਡਰ ਪ੍ਰਾਈਮ ਮਿਨਿਸਟਰ ਲਈ, ਉਹਨੂੰ ਵੋਟ ਪਾਓ ਤਾਂ ਕਿ ਵਧੀਆ ਪਾਲਿਸੀ ਜਿਹੜੀਆਂ ਅੱਗੇ ਲੈ ਕੇ ਆ ਸਕੀਆਂ। ਬਿਲਕੁਲ। ਸੋ ਮੇਨ ਸਰਵੇ ਉਸ ਦਿਨ ਹੋਏਗਾ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਜਿਹੜਾ ਤੁਹਾਡਾ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਉਹ ਕਿੱਥੇ ਤੇ ਕਦ ਡੇਟ ਜਿਹੜਾ ਤੁਸੀਂ ਕਰਵਾਉਣਾ ਆ? ਓਕੇ, ਸੋ ਜਿਹੜਾ ਤੀਆਂ ਦਾ ਪ੍ਰੋਗਰਾਮ ਹੈ ਜੀ ਉਹ 5 ਸਤੰਬਰ ਨੂੰ ਹੋ ਰਿਹਾ। ਤੁਹਾਨੂੰ ਜਲਦੀ ਹੀ ਸਾਡੇ ਚੈਨਲ ਦੇ ਉੱਤੇ ਉਹਦਾ ਪ੍ਰੋਮੋ ਦਿਖ ਜਾਏਗਾ। ਠੀਕ ਹੈ ਜੀ। ਸੈਪਟੈਂਬਰ 5 ਨੂੰ। ਓਕੇ, ਬਿਕਾਜ਼ ਅਸੀਂ ਆਊਟ ਆਫ ਟਾਊਨ ਆਉਣਾ, ਸੋ ਵੀ ਜਸਟ ਨੀਡ ਟੂ ਮੇਕ ਅਰੇਂਜਮੈਂਟਸ। ਜੇ ਤੁਸੀਂ ਮੈਨੂੰ ਦੱਸ ਸਕਦੇ ਆ ਵੀ ਕਿੱਥੇ ਹੋਣੀ ਆ ਲੋਕੇਸ਼ਨ? ਬਿਲਕੁਲ 5 ਸਤੰਬਰ ਨੂੰ ਹੋ ਰਿਹਾ ਜੀ ਬੀਅਰ ਕ੍ਰੀਕ ਪਾਰਕ ਦੇ ਵਿੱਚ ਸ਼ਾਮੀ 4 ਤੋਂ 7 ਵਜੇ ਤੱਕ। ਠੀਕ ਹੈ ਜੀ। ਓਕੇ, ਥੈਂਕ ਯੂ। ਕੋਈ ਹੋਰ ਸਵਾਲ ਹੈ ਜੀ? ਹਾਂਜੀ, ਨੋ ਥੈਂਕ ਯੂ, ਦੈਟ ਇਜ਼ ਇਟ, ਥੈਂਕ ਯੂ ਜੀ। ਦੇਖੋ ਗੱਲ ਆਪਾਂ ਹੁਣ ਮੇਲੇ ਦੀ ਕਰਦੇ ਹਾਂ, ਭੈਣਾਂ ਸਾਡੀਆਂ ਇਕੱਠੀਆਂ ਹੋ ਕੇ ਇੱਕ ਜਿਹੜੀ ਵਿਮਨ ਐਮਪਾਵਰਮੈਂਟ ਦੀ ਵੀ ਬਹੁਤ ਇਸ ਵੇਲੇ ਲੋੜ ਹੈਗੀ ਆ। ਠੀਕ ਹੈ ਨਾ, ਜਦੋਂ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਪਾਲਿਸੀ ਦੀ ਗੱਲ ਕਰਦੇ ਹੈਗੇ ਆ, ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇੱਕ ਪਹਿਲੇ ਲੀਡਰ ਹੋਏ ਆ ਜਿਹੜੇ ਇੰਟਰਨੈਸ਼ਨਲ ਲੀਡਰ ਜਿਨ੍ਹਾਂ ਨੇ ਜਿਹੜੀਆਂ ਔਰਤਾਂ ਨੇ ਉਹਨੂੰ 50% ਜਿਹੜੀ ਆ ਆਪਦੀ ਕੈਬਨਿਟ ਦੇ ਵਿੱਚ ਨਵਾਜਿਆ। ਔਰ ਹਰ ਇੱਕ ਤੁਸੀਂ ਦੇਖੋ ਜਿਹੜੀਆਂ ਪੋਸਟ ਮੇਜਰ ਪੋਸਟ ਨੇ ਉਹਨਾਂ ਦੇ ਉੱਤੇ ਜਿਹੜਾ ਵਾ ਉਹ ਵਿਮਨ ਐਮਪਾਵਰਮੈਂਟ ਲਈ ਜਿਹੜੀ ਉਹ ਕਰ ਰਹੇ। ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਹੈਗਾ $10 ਡੇ ਕੇਅਰ ਲਿਆਉਣਾ, ਉਹ ਵੀ ਜਿਹੜੀ ਹੈਗੀ ਵਿਮਨ ਐਮਪਾਵਰਮੈਂਟ ਹੈਗੀ ਤਾਂ ਕਿ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੇ ਬੱਚੇ ਜਿਹੜੇ ਆ ਉਹ ਕੰਮ ਤੇ ਜਾ ਸਕਣ ਜੇ ਉਹਨਾਂ ਨੂੰ $10 ਡੇ ਕੇਅਰ ਜਿਹੜਾ ਵਾ ਉਹ ਪ੍ਰੋਵਾਈਡ ਹੋਏਗਾ। ਬਿਲਕੁਲ। ਸੋ ਜਿਹੜੇ ਕਾਲਰਸ ਕਾਲ ਕਰ ਰਹੇ ਸੀਗੇ ਉਹ ਨਾਲ ਦੀ ਨਾਲ ਕਾਲ ਕਰ ਸਕਦੇ ਨੇ, ਨਾਲ ਦੀ ਨਾਲ ਕਾਲ ਆਪਾਂ ਜਿਹੜੀਆਂ ਪਿਕ ਕਰਾਂਗੇ। ਇਸ ਤੋਂ ਇਲਾਵਾ ਸੁਖ ਧਾਲੀਵਾਲ ਜੀ, ਇੱਕ ਚੀਜ਼ ਮੈਂ ਮੈਂਸ਼ਨ ਕਰਨਾ ਚਾਹੁੰਦਾ ਸੀ। ਇੱਕ ਚੀਜ਼ ਮੈਂ ਤੁਹਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਅਵੇਅਰਨੈਸ ਦੇਣੀ ਚਾਹੁੰਦਾ ਔਰ ਦੱਸਣਾ ਚਾਹੁੰਦਾ ਕਿ ਇਲੈਕਸ਼ਨਸ ਕੈਨੇਡਾ ਨੇ ਬਿਲਕੁਲ ਕਲੀਅਰ ਕੀਤਾ ਹੈਗਾ ਕਿ ਜਿਹੜਾ ਵੀ ਪ੍ਰਾਣੀ ਵੋਟ ਪਾਉਣ ਆਉਂਦਾ ਹੈਗਾ ਜਾਂ ਜਿਹੜੇ ਉੱਥੇ ਵਰਕਰ ਕੰਮ ਕਰਨਗੇ ਉਹ ਬਿਲਕੁਲ ਸੇਫ ਜਿਹੜਾ ਉਹਨਾਂ ਨੂੰ ਸੇਫ এনवायरमेंट ਜਿਹੜਾ ਹੈਗਾ ਉਹ ਦਿੱਤਾ ਜਾਏਗਾ। ਔਰ ਬਹੁਤ ਸਾਰੇ ਸੂਬਿਆਂ 'ਚ ਵੀ ਇਲੈਕਸ਼ਨ ਹੋਏ ਨੇ, ਪਹਿਲਾਂ ਦੇਖਿਆ ਈਵਨ ਪੈਂਡੈਮਿਕ ਹਾਈ ਪੈਂਡੈਮਿਕ ਦੇ ਥਰੂ ਸੀ। ਹੁਣ ਤਾਂ ਜਿਹੜੇ ਹੈਗੇ ਇਸ ਵੇਲੇ 84% ਤੋਂ ਉੱਤੇ 85% ਤੋਂ ਉੱਤੇ ਜਿਹੜੇ ਨੇ ਵੈਕਸੀਨੇਸ਼ਨ ਜਿਹੜੀ ਇੱਕ ਡੋਜ਼ ਲੱਗ ਚੁੱਕੀ ਆ। ਤਕਰੀਬਨ 74% ਤੋਂ ਉੱਤੇ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਹੈਗੇ। ਪਰ ਫਿਰ ਵੀ ਇਲੈਕਸ਼ਨ ਕੈਨੇਡਾ ਨੇ ਜਿਹੜਾ ਉਹ ਵਿਸ਼ਵਾਸ ਦਵਾਇਆ ਕਿ ਇਹ ਜਿਹੜਾ ਵਾ ਜਿਹੜਾ ਵੀ ਪ੍ਰਾਣੀ ਵੋਟ ਪਾਉਣੀ ਚਾਹੁੰਦਾ ਉਹਦੇ ਲਈ ਜਿਹੜੀ ਆ ਉਹ ਸੇਫ এনवायरमेंट। ਔਰ ਵੋਟਾਂ ਹਰ ਰੋਜ਼ ਪੈ ਰਹੀਆਂ, ਹੁਣ ਵੀ ਪੈ ਰਹੀਆਂ 9 ਵਜੇ ਤੋਂ ਲੈ ਕੇ ਸਵੇਰ ਦੇ ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 9 ਤੋਂ 6, ਸੰਡੇ 12 ਤੋਂ 4। ਹੁਣ ਵੀ ਵੋਟਾਂ ਪੈ ਰਹੀਆਂ 10, 11, 12, 13 ਨੂੰ ਐਡਵਾਂਸ ਪੋਲਿੰਗ, 20 ਨੂੰ ਜਿਹੜੀ ਆ ਉਹ ਫਾਈਨਲ ਵੋਟਿੰਗ। ਸੋ ਇਹ ਚਾਹੀਦਾ ਸਾਰੇ ਵੋਟਰਸ ਨੂੰ ਇਹਨਾਂ ਦੇ ਵਿੱਚ ਆਪਣਾ ਸਮਾਂ ਦੇਖ ਕੇ ਜਿਹੜੀ ਆ ਹੁਣੇ ਤੋਂ ਹੀ ਵੋਟ ਪਾਉਣ, ਕਿਉਂਕਿ ਵੋਟ ਦਾ ਅਧਿਕਾਰ ਮਿਲਿਆ ਬੜਾ ਜ਼ਰੂਰੀ ਆ। ਜੇ ਅੱਜ ਫੈਸਲਾ ਕਰਨਾ ਨਾ ਫੈਸਲਾ ਤਾਂ ਹੀ ਹੋ ਸਕਦਾ ਜੇ ਅਸੀਂ ਵੋਟ ਆਪਣੀ ਹੈਗੀ ਆ ਉਹ ਬਕਸੇ 'ਚ ਪਾਵਾਂਗੇ। ਫਿਰ ਜਿਹੜੀਆਂ ਪਾਲਿਸੀਆਂ ਅਸੀਂ ਐਡਮਾਇਰ ਕਰਦੇ ਆ ਉਹ ਅਸੀਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਸਕਦੇ ਹਾਂ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹੈ ਜੀ ਤੁਹਾਡਾ ਸਵਾਲ? ਸਾਡਾ ਸਵਾਲ ਹੈ ਕਿ ਜਿਹੜੇ ਇਹ ਸੁਪਰ ਵਿਜੇ ਵਾਲੇ ਮਾਪੇ ਇੱਥੇ ਆਉਂਦੇ 10-20 ਹਜ਼ਾਰ ਪੱਕਾ ਕਰਦੇ, 5-6 ਲੱਖ ਬੰਦਾ ਸੱਦਿਆ ਜੀ ਇਹਨਾਂ ਨੇ ਲੱਖ ਬੰਦਾ ਪੱਕਾ ਕਰਿਆ ਕਰਨ ਸਾਲ ਦਾ ਤਾਂ ਕਿਸੇ ਵਾਰੀ ਆਊਗੀ। ਠੀਕ ਹੈ ਜੀ, ਓਕੇ ਜੀ, ਬਿਲਕੁਲ
ਇਹ ਪੱਕੇ ਹੋਣ ਦਾ ਇਹਦਾ ਸਵਾਲ ਬਹੁਤ ਹੀ ਵਧੀਆ ਕੁਐਸਚਨ ਸ਼ੈਰੀ ਜੀ ਇਹਨਾਂ ਨੇ ਰੇਜ਼ ਕੀਤਾ। ਦੇਖੋ ਇਹਨਾਂ ਨੇ ਲੱਖ ਬੰਦੇ ਦੀ ਗੱਲ ਕੀਤੀ ਨਹੀਂ, ਜਿਹੜੇ ਕੰਜ਼ਰਵੇਟਿਵ ਸੀਗੇ ਇਹ ਮੈਨੂੰ ਲੱਗਦਾ ਵੀ ਉਸ ਵੇਲੇ ਦੀ ਗੱਲ ਕਰਦੇ ਆ ਵੀ ਜਦੋਂ 5000 ਐਪਲੀਕੇਸ਼ਨ ਲੈਂਦੇ ਸੀ ਤਾਂ ਉਹਦੇ ਵਿੱਚ 2 ਜਾਂ 3, ਕਿਉਂਕਿ 2 ਹੀ ਰਹਿ ਜਾਂਦੇ ਸੀ, ਕਿਉਂਕਿ ਉਹਨਾਂ ਨੇ ਏਜ ਜਿਹੜਾ ਡਿਪੈਂਡੈਂਟ ਦੀ ਏਜ ਸੀਗੀ ਉਹ 22 ਸਾਲ ਤੋਂ ਘਟਾ ਕੇ 18 ਸਾਲ ਕਰਤੀ। ਹੁਣ 18 ਸਾਲ ਤੋਂ ਉੱਤੇ ਜਿਹੜਾ ਬੱਚਾ ਨਹੀਂ ਸੀ ਆ ਸਕਦਾ, ਉਹਦੇ ਲਈ ਪੇਰੈਂਟਸ ਵੀ ਨਹੀਂ ਸੀ ਆਉਂਦੇ, ਸੋ ਇੱਕ ਐਪਲੀਕੇਸ਼ਨ 'ਚ 2 ਜਾਂ 3 ਲੱਗਦੇ ਸੀ ਐਵਰੇਜ। ਸੋ ਐਵਰੇਜ ਜੇ ਦੇਖਿਆ ਜਾਵੇ ਉਹਨਾਂ ਵੇਲੇ 7-8 ਹਜ਼ਾਰ ਜਾਂ 10,000 ਤੋਂ ਲੈ ਕੇ 12,000 ਤੱਕ ਜਿਹੜੇ ਸੀ ਉਹ ਆਉਂਦੇ ਸੀ। ਹੁਣ ਇਹਨਾਂ ਨੇ ਜਿਹੜਾ ਸਵਾਲ ਉਠਾਇਆ ਬੜਾ ਵਧੀਆ ਹੈਗਾ, ਉਹਦੇ ਵਿੱਚ ਮੈਂ ਇਹਨਾਂ ਨੇ ਕਿਹਾ ਵੀ 1 ਲੱਖ ਆਉਣਾ ਚਾਹੀਦਾ। ਉਹਦੇ ਵਿੱਚ ਇਹਨਾਂ ਨੂੰ ਮੈਂ ਦੱਸਾਂ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਸ਼ਾਇਦ ਨਾ ਪਤਾ ਹੋਵੇ, ਇਸ ਸਾਲ ਅਸੀਂ 30,000 ਐਪਲੀਕੇਸ਼ਨ ਲਈ ਆ। ਬਿਲਕੁਲ ਹਾਂ, 30,000 ਐਪਲੀਕੇਸ਼ਨ ਦੇ ਨਾਲ ਇੱਕ ਇਹ ਵੀ ਕੀਤਾ ਕਿ ਜਿਹੜੀ ਏਜ ਹੈਗੀ ਸੀ, ਜਿਸ ਤਰ੍ਹਾਂ ਕੰਜ਼ਰਵੇਟਿਵ ਜਿਹੜੇ ਸੀਗੇ ਉਹ 18 ਸਾਲ ਦਾ ਬੱਚਾ ਜਿਹੜਾ ਉਹਨੂੰ ਐਪਲੀਕੇਸ਼ਨ 'ਚ ਐਂਟਰ ਕਰਨ ਦਿੰਦੇ ਸੀ, ਉਹਦੇ ਥੱਲੇ ਜਿਹੜਾ 18 ਤੋਂ 22 ਦਾ ਹੋ ਗਿਆ ਉਹਨੂੰ ਬਿਲਕੁਲ ਨਹੀਂ ਸੀ ਜੀ। ਅਸੀਂ ਉਹ 18 ਤੋਂ ਵਧਾ ਕੇ ਜਿਹੜੀ ਏਜ ਆ ਉਹ 22 ਸਾਲ ਕਰ ਦਿੱਤੀ, ਔਰ 22 ਸਾਲ ਦੇ ਨਾਲ ਇਹ ਵੀ ਹੈ ਜੇ ਬੱਚਾ ਪੜ੍ਹਦਾ ਤਾਂ ਉਹ ਡਿਪੈਂਡੈਂਟ ਰਹਿ ਜਾਊਗਾ। ਫਿਰ ਵੀ ਅਪਲਾਈ 22 ਤੋਂ ਪਹਿਲਾਂ ਕਰਨਾ, ਫਿਰ ਵੀ ਜੇ ਪੜ੍ਹਦਾ ਤੁਸੀਂ ਹੁਣ ਉਹਦੇ ਵਿੱਚ ਐਪਲੀਕੇਸ਼ਨ ਦੇਖੋ 2 ਪੇਰੈਂਟਸ ਹੋ ਗਏ, ਐਟ ਲੀਸਟ 2 ਜਾਂ 3 ਬੱਚੇ ਉਹਦੇ ਵਿੱਚ ਆ ਜਾਂਦੇ ਨੇ, ਕਿਉਂਕਿ ਜੇ ਆਪਾਂ ਉਸ ਏਜ ਗਰੁੱਪ ਨੂੰ ਦੇਖਦੇ ਹੈਗੇ ਆ। ਸੋ ਜੇ ਆਪਾਂ ਐਵਰੇਜ 4 ਤੋਂ 5 ਲਾਈਏ ਤਾਂ ਲੱਖ ਤੋਂ 1.5 ਲੱਖ ਜਿਹੜਾ ਹੈਗਾ, ਜਿਹੜਾ ਜਿੰਨੇ ਕਿ ਚਾਹੁੰਦੇ ਨੇ ਉਦੋਂ ਜ਼ਿਆਦਾ ਜਿਹੜੇ ਨੇ ਉਹ ਇਸ ਐਪਲੀਕੇਸ਼ਨ ਸਿਸਟਮ ਦੇ ਵਿੱਚ ਆਉਣਗੇ, ਪਰਮਾਨੈਂਟ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਔਰ ਦੂਸਰਾ ਇਹ ਸੀ, ਬੜੀ ਆਵਾਜ਼ ਉੱਠਦੀ ਸੀਗੀ, ਤੁਸੀਂ ਦੇਖੋਗੇ ਪਿੱਛੇ ਬਈ ਜੀ ਉਹ ਲਾਟਰੀ ਸਿਸਟਮ ਆ ਨਹੀਂ ਠੀਕ, ਕੰਪਿਊਟਰ ਸਿਸਟਮ ਨਹੀਂ ਠੀਕ, ਵੀ ਕਈ ਲੋਕ 1 ਸਾਲ 'ਚ ਅਪਲਾਈ ਕਰਦੇ, ਪਹਿਲੇ ਸਾਲ ਉਹਨਾਂ ਦਾ ਨੰਬਰ ਆ ਜਾਂਦਾ ਸੀ, 2-3 ਸਾਲ ਹੋ ਗਏ ਕਿਸੇ ਨੂੰ 3-4 ਸਾਲ ਉਹਨਾਂ ਦਾ ਆਉਂਦਾ ਨਹੀਂ ਸੀ। ਉਹਦੇ ਲਈ ਅਸੀਂ ਕੀ ਕੀਤਾ ਵੀ ਜਿਹੜੀ ਇਹ 30,000 ਐਪਲੀਕੇਸ਼ਨ ਕੱਢਣੀ 20 ਸਤੰਬਰ ਨੂੰ ਲੈਣੀ ਸ਼ੁਰੂ ਕਰਨੀ, ਉਹਦੇ ਵਿੱਚ ਅਸੀਂ ਕੀ ਕੀਤਾ ਕਿ ਅਸੀਂ ਜਿਹੜੀ ਪੁਰਾਣੀ ਇਨਵੈਂਟੋਰੀ ਆ ਉਹਦੇ ਵਿੱਚੋਂ ਹੀ ਲੈਣੇ। ਸੋ ਇਹਨਾਂ ਨੇ ਜਿਹੜਾ ਸਵਾਲ ਸੀਗਾ ਐਕਚੁਅਲੀ ਵਧੀਆ ਕੀਤਾ ਕਿ ਮੈਨੂੰ ਕਈ ਵਾਰ ਜਿਹੜੇ ਕਾਲਰ ਵੀ ਹੈ ਨਾ ਸ਼ਾਇਦ ਉਹ ਬੜੇ ਵਧੀਆ ਸਵਾਲ ਲੈ ਕੇ ਆਉਂਦੇ ਜਿਹਦੇ ਨਾਲ ਸਾਡੇ ਬਿਹਾਈਂਡ ਦਾ ਮਾਈਂਡ ਉਹ ਸੋਲੂਸ਼ਨ ਤਾਂ ਪਿਆ ਹੁੰਦਾ, ਪਰ ਉਹ ਦੱਸਣਾ ਜਿਹੜਾ ਹੁੰਦਾ ਕਈ ਵਾਰ ਭੁੱਲ ਜਾਂਦੇ ਐਕਸਪ੍ਰੈਸ ਕਰਨਾ। ਪਰ ਮਿਹਰਬਾਨੀ ਇਹਨਾਂ ਨੇ ਰੇਜ਼ ਕੀਤਾ ਜੀ। ਸੋ ਇਸ ਅਜਿਹੇ ਦੇ ਵਿੱਚ ਹੀ ਇਮੀਗ੍ਰੇਸ਼ਨਸ ਦੇ ਹੋਰ ਵੀ ਜਿਹੜੇ ਨੇ ਪਾਲਿਸੀਆਂ ਦੇ ਇੰਤਜ਼ਾਰ ਕੀਤਾ ਜਾ ਰਿਹਾ ਲੋਕਾਂ ਵੱਲੋਂ ਵੀ। ਕਾਫੀ ਦੇਰ ਹੋ ਗਈ ਹੈ ਇਮੀਗ੍ਰੇਸ਼ਨ ਦੇ ਵੱਲੋਂ ਕੋਈ ਇੱਦਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਗਈ ਜਿਹੜੀ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਸਪੈਸ਼ਲੀ ਇਮੀਗ੍ਰੇਸ਼ਨ ਦੇ ਬੇਸ ਦੇ ਉੱਤੇ। ਬਹੁਤ ਸਾਰੇ ਲੋਕ ਇਸ ਵੇਲੇ ਇੰਡੀਆ ਦੇ ਵਿੱਚ ਵੀ ਬੈਠੇ ਇੰਤਜ਼ਾਰ ਕਰ ਰਹੇ ਨੇ। ਕਈ ਸਟੂਡੈਂਟਸ ਇਹੋ ਜਿਹੇ ਨੇ ਜਿਹੜੇ 2.5, 3, 3.5 ਲੱਖ ਰੁਪਏ ਦੀ ਟਿਕਟ ਲੈ ਕੇ ਉਹ ਕੈਨੇਡਾ ਪਹੁੰਚ ਰਹੇ ਨੇ, ਔਰ ਕਿਉਂਕਿ ਡਾਇਰੈਕਟ ਫਲਾਈਟਾਂ ਵੀ ਬੰਦ ਹੈ ਔਰ ਕੁਆਰੰਟੀਨ ਦੇ ਸਭ ਚੀਜ਼ਾਂ ਦਾ ਉਹਨਾਂ ਨੂੰ ਖਿਆਲ ਰੱਖਣਾ ਪੈ ਰਿਹਾ। ਅਜਿਹੇ ਦੇ ਵਿੱਚ ਕੋਈ ਚੰਗੀ ਪਾਲਿਸੀ ਜਿਹੜੀ ਹੈ ਉਹ ਅਨਾਉਂਸਮੈਂਟ ਦਾ ਇੰਤਜ਼ਾਰ ਕੀਤਾ ਜਾ ਰਿਹਾ। ਸੁਖ ਧਾਲੀਵਾਲ ਜੀ, ਕੋਈ ਹੈਗੀ ਇਦਾਂ ਦੀ ਲਿਸਟ ਵਿੱਚ ਅਨਾਉਂਸਮੈਂਟ ਜਿਹੜੀ ਲੋਕਾਂ ਨੂੰ ਰਾਹਤ ਦੇਵੇ? ਸ਼ੈਰੀ ਜੀ, ਮੈਂ ਤਾਂ ਐਕਚੁਅਲੀ ਟੇਕ ਪ੍ਰਾਈਡ ਬਿਲਕੁਲ ਜਦੋਂ ਪਹਿਲੀ ਪਾਲਿਸੀ ਲੈ ਕੇ ਆਂਦੀ ਹੈ ਇਸ ਸਾਲ, ਕਿਉਂਕਿ ਅਸੀਂ ਪਹਿਲਾਂ ਅਨਾਉਂਸ ਕੀਤਾ ਸੀ ਵੀ ਅਗਲੇ 3 ਸਾਲਾਂ 'ਚ 1.2 ਮਿਲੀਅਨ ਜਿਹੜੇ ਇਮੀਗ੍ਰੈਂਟ ਲੈ ਕੇ ਆਉਣੇ, ਠੀਕ ਹੈ ਨਾ। ਇਹ ਕੀਤੀ ਤਕਰੀਬਨ 4 ਲੱਖ ਹੋ ਗਿਆ ਸਾਲ ਦਾ ਗਿਵ ਐਂਡ ਟੇਕ। ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਐਪਲੀਕੇਸ਼ਨ ਲਈ ਅਸੀਂ 27,232 ਐਪਲੀਕੇਸ਼ਨਾਂ ਐਕਸਪ੍ਰੈਸ ਐਂਟਰੀ ਦੀਆਂ ਕੱਢੀਆਂ, ਜਿਹਦੇ ਵਿੱਚ ਤੁਸੀਂ ਚਾਹੇ ਸਟੂਡੈਂਟਸ, ਵਰਕ ਪਰਮਿਟ ਵਾਲੇ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਤਜਰਬਾ ਹੈਗਾ, ਉਹਦੇ ਵਿੱਚ ਸਕੋਰ ਕਿੰਨਾ ਲਾਇਆ ਵੀ ਜਿਹਦਾ 75 ਸਕੋਰ ਆ ਉਹ ਆ ਜਾਏ। ਹੁਣ ਸ਼ੈਰੀ ਜੀ 75 ਸਕੋਰ 'ਚ ਤਾਂ ਮੇਰੇ ਹਿਸਾਬ ਨਾਲ ਜਿਹਦੀ ਉਮਰ 30 ਸਾਲ ਤੋਂ ਥੱਲੇ ਕੁਛ ਵੀ ਨਹੀਂ ਕੀਤਾ ਜਿਹਨੇ, ਉਹ ਆ ਗਿਆ। ਨਹੀਂ, ਉਹਦੇ ਪੁਆਇੰਟ ਇਕੱਲੇ ਏਜ ਦੇ ਹੀ ਜਿਹੜੇ ਆ ਉਹ ਉਹਨੇ ਪੁਆਇੰਟ ਬਣ ਜਾਣੇ ਆ ਹੋਰ ਚੀਜ਼ਾਂ ਪਾ ਕੇ। ਸੋ ਇਹਦਾ ਮਤਲਬ ਉਹ ਉਦੋਂ 27,000 ਜਿਹੜੀ ਸੀ ਐਪਲੀਕੇਸ਼ਨ 'ਚ ਆਲਮੋਸਟ ਜਿਹਨੇ ਐਪਲੀਕੇਸ਼ਨ ਦਿੱਤੀ ਉਹੀ ਹੋ ਗਿਆ। ਉਸ ਤੋਂ ਬਾਅਦ ਫਿਰ ਗਿਆ, ਉਦੋਂ ਵੀ ਇਹੀ ਗੱਲ ਸੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਕੋਈ ਨਵੀਂ ਪਾਲਿਸੀ ਜਿਹੜੀ ਆ ਉਹਦੀ ਇੰਤਜ਼ਾਰ ਕਰਦੇ ਹੈਗੇ। ਫਿਰ ਉਸ ਤੋਂ ਬਾਅਦ ਜਿਹੜੇ ਸੀ 90,000 ਐਪਲੀਕੇਸ਼ਨ ਕੱਢੀ ਆਪਾਂ, ਠੀਕ ਹੈ ਨਾ। ਇਹ ਵੱਡੀ ਗਿਣਤੀ ਸੀ। ਉਹਦੇ ਵਿੱਚੋਂ 40,000 ਸਿਰਫ ਉਹ ਸੀ ਜਿਹੜੇ ਸਟੂਡੈਂਟਸ ਪਿਛਲੇ 3 ਸਾਲਾਂ 'ਚ ਗ੍ਰੈਜੂਏਟ ਹੋਏ ਹੋਣ। ਉਸ ਤੋਂ ਬਾਅਦ 30,000 ਸੀਗੀ ਐਸੈਂਸ਼ੀਅਲ ਵਰਕਰ, ਚਾਹੇ ਕੋਈ ਫਾਰਮ ਵਰਕਰ ਆ, ਚਾਹੇ ਕੋਈ ਮੈਡੀਕਲ ਪ੍ਰੋਫੈਸ਼ਨਲ ਆ ਜਾਂ ਹੋਰ ਕਿਸੇ ਕਿੱਤੇ 'ਚ ਪ੍ਰੋਫੈਸ਼ਨਲ, ਉਹਨਾਂ ਲਈ 30,000। 20,000 ਜਿਹੜੀ ਸੀ ਉਹ ਸੀਗੀ ਹੈਲਥ ਕੇਅਰ ਵਰਕਰਸ ਲਈ। 40,000 ਐਪਲੀਕੇਸ਼ਨ ਤਾਂ ਭਰ ਗਈ ਮਿੰਟੋ ਮਿੰਟੀ ਸਟੂਡੈਂਟਸ ਨਾਲ, ਹੋ ਗਈ ਨਹੀਂ। ਉਸ ਤੋਂ ਬਾਅਦ 30,000 ਭਰਨ ਦਾ ਨਾਂ ਨਹੀਂ ਸੀ ਲੈਂਦੀ। ਕਿਉਂ? ਕਿਉਂਕਿ ਉਹਦੇ ਵਿੱਚ ਸਾਨੂੰ ਐਨਫ ਜਿਹੜੇ ਵਰਕ ਪਰਮਿਟ ਦੇ ਲੋਕ ਸੀ ਜਿਹੜੇ ਉਸ ਦੇ ਵਿੱਚ ਕੁਆਲੀਫਾਈ ਕਰਦੇ ਸੀ, ਅਸੀਂ ਤਾਂ ਸਿੱਧਾ ਹੀ ਕਹਿਤਾ ਵੀ ਜਿਹਦੇ 1550 ਘੰਟੇ ਬਣੇ ਆ, ਤੁਸੀਂ ਕੰਮ ਕੀਤਾ ਤੇ ਅਪਲਾਈ ਕਰ ਦਿਓ। ਉਹਦੇ ਵਿੱਚ ਉਹ ਨਹੀਂ ਮਿਲੇ। ਫਿਰ ਹੁਣ ਉਹ 30,000 ਭਰਨੀ ਤਾਂ ਸੀਗੀ। ਫਿਰ ਅਸੀਂ ਕਿਹਾ ਵੀ ਚਲੋ ਜਿਹੜੇ ਸਟੂਡੈਂਟ ਵੀ ਨੇ
ਇਹ ਨਹੀਂ ਵੀ ਉਹ ਵਰਕ ਪਰਮਿਟ ਤੇ ਹੋਣ, ਜਿਹੜੇ ਸਟੂਡੈਂਟ ਵੀ ਜਿਹੜੇ ਪਾਰਟ ਟਾਈਮ 20 ਘੰਟੇ ਕੰਮ ਕਰਦੇ ਨੇ, ਜੇ ਉਹਨਾਂ ਦੇ ਘੰਟੇ ਬਣ ਗਏ 1500 ਉਹ ਤਾਂ ਬਣ ਹੀ ਜਾਣੇ ਆ। ਜੇ ਹੁਣ ਪਿਛਲੇ 3 ਸਾਲ 'ਚ ਦੇਖੋ ਜਿਹੜਾ ਬੱਚਾ ਕੰਮ ਕਰ ਰਿਹਾ 20 ਘੰਟੇ ਵੀਕ ਦੇ, ਤੇ ਉਹਦੇ ਤੁਸੀਂ 52 ਹਫ਼ਤਿਆਂ ਦੇ ਕਰ ਲਓ ਗੁਣਾ ਪਹਿਲਾਂ, ਤੇ ਉਹਨੂੰ ਤੁਸੀਂ 3 ਨਾਲ ਗੁਣਾ ਕਰ ਲਈਏ ਤਾਂ ਆਪਾਂ ਜਿੰਨੇ ਘੰਟੇ ਉਹਨਾਂ ਨੂੰ ਚਾਹੀਦੇ ਉਹ ਪੂਰੇ ਹੋਏ 1 ਸਾਲ ਦੇ ਵਿੱਚ ਹੀ ਪੂਰੇ ਹੋਏ। ਉਹਦੇ ਵਿੱਚ ਜਿਹੜੇ ਸੀ ਬਹੁਤ, ਸੋ ਅਸੀਂ ਬੜੀਆਂ ਵਧੀਆ ਪਾਲਿਸੀ ਜਿਹੜੀਆਂ ਪਿੱਛੇ ਲੈ ਕੇ ਆਉਂਦੀਆਂ, ਤਾਂ ਅੱਗੇ ਵੀ ਆਸ ਆ ਕਿ ਉਹ 30,000 ਤੁਹਾਨੂੰ ਦੱਸਿਆ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ 5,000 ਲੈਂਦੇ ਸੀਗੇ ਕੰਜਰਟਿਵ ਵਾਲੇ, ਹੁਣ 30,000 ਕਿੰਨੇ ਗੁਣਾ ਹੋ ਗਈ? 6 ਗੁਣਾ ਐਪਲੀਕੇਸ਼ਨ ਹੋ ਗਈ, ਪਲੱਸ 22 ਸਾਲ ਦੀ ਉਮਰ ਕਰਨਾ। ਮੈਂ ਦਾਅਵੇ ਨਾਲ ਕਹਿਣਾ ਕਿ ਜਿੰਨੇ ਉਹਨਾਂ ਦੇ ਪਹਿਲਾਂ ਐਪਲੀਕੈਂਟ ਆਉਂਦੇ ਸੀ ਉਹ 5,000 ਐਪਲੀਕੇਸ਼ਨ 'ਚ, ਜੇ ਉਦੋਂ ਜਿਹੜੇ ਨੇ ਹੁਣ 6 ਗੁਣਾ ਤੇ 12 ਗੁਣਾ ਹੋ ਜਾਣਗੇ ਮੇਰੇ ਹਿਸਾਬ ਦੇ ਨਾਲ ਕਰਕੇ। ਸੋ ਓਕੇ, ਸੋ ਇੱਕ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਹੀ ਜਿਸ ਤਰੀਕੇ ਨਾਲ ਸੁਖ ਧਾਲੀਵਾਲ ਜੀ ਗੱਲ ਕਰ ਰਹੇ ਸੀਗੇ, ਇਹਦੇ ਵਿੱਚ ਕਈ ਜਿਹੜੀਆਂ ਹੁਣ ਤੁਸੀਂ ਅਨਾਉਂਸਮੈਂਟ ਜਿਹੜੀ ਕੀਤੀ ਸੀਗੀ ਸਰਕਾਰ ਨੇ, ਸਪੈਸ਼ਲੀ PR ਵਾਸਤੇ ਐਪਲੀਕੇਸ਼ਨਸ ਰੱਖੀਆਂ ਜਾ ਰਹੀਆਂ ਸੀਗੀਆਂ, ਉਹ ਜਦੋਂ ਲੋਕਾਂ ਨੇ ਧੜਾ ਧੜ PR ਲਾਣੀਆਂ ਸ਼ੁਰੂ ਕਰਤੀਆਂ, ਨੋ ਡਾਊਟ ਕਈਆਂ ਦੀ PR ਅਸੀਂ ਖੁਦ ਦੇਖੀ ਆ ਵੀ 2-2 ਮਹੀਨੇ 'ਚ ਵੀ ਆ ਰਹੀ, 3-3 ਮਹੀਨੇ 'ਚ ਵੀ PR ਜਿਹੜੀ ਆ ਰਹੀ ਹੈ, ਪਰ ਕੁਝ ਐਪਲੀਕੇਸ਼ਨਸ ਜਿਹੜੀਆਂ ਉਹਨਾਂ ਤੋਂ ਪਹਿਲਾਂ ਦੀਆਂ ਅਪਲਾਈ ਕੀਤੀਆਂ, ਇਸ ਅਨਾਉਂਸਮੈਂਟ ਤੋਂ ਪਹਿਲਾਂ ਦੀ ਜਿਹੜੀ ਲੋਕਾਂ ਨੇ ਅਪਲਾਈ ਕੀਤੀ ਹੋਈ, ਉਹਨਾਂ ਨੂੰ ਕੋਈ ਹੁਣ ਤੱਕ ਮੇਲਸ ਨਹੀਂ ਆ ਰਹੀਆਂ, ਕੋਈ ਉਹਨਾਂ ਨੂੰ ਰਿਪਲਾਈ ਨਹੀਂ ਆ ਰਿਹਾ। ਉਹ ਕਹਿੰਦੇ ਸਾਡੀਆਂ ਫਾਈਲਾਂ ਚੱਕੀਆਂ ਨਹੀਂ ਜਾ ਰਹੀਆਂ, ਰੁਕੀਆਂ ਪਈਆਂ ਵਿੱਚ ਕੰਮ। ਸੋ ਕੀ ਉਹਨਾਂ ਫਾਈਲਾਂ ਦੇ ਉੱਤੇ ਵੀ ਕੰਮ ਹੋ ਰਿਹਾ? ਨਾਲ ਇੱਕ ਕਾਲ ਵੀ ਆਪਾਂ ਪਿਕ ਕਰ ਰਹੇ ਹਾਂ, ਨਵੇਂ ਅਫਸਰ ਵੀ ਹਾਇਰ ਕਰ ਰਹੇ ਹਾਂ ਜੀ। ਸੁਖ ਧਾਲੀਵਾਲ ਜੀ ਇੱਕ ਕਾਲਰ ਵੀ ਆਪਣੇ ਨਾਲ ਜੁੜੇ ਨੇ, ਇਹਨਾਂ ਦਾ ਸਵਾਲ ਵੀ ਲਈਏ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਜਿੱਦਾਂ ਆਪਣੇ ਸੁਖ ਧਾਲੀਵਾਲ ਨਾਲ ਗੱਲ ਹੋ ਰਹੀ ਹੈ ਕਿ ਜਿਨ੍ਹਾਂ ਦਾ ਇੰਡੀਆ ਕੋਈ ਹੈ ਹੀ ਨਹੀਂ ਹੈਗਾ, ਤਾਂ ਉਹ ਬੰਦੇ ਇੱਥੇ ਆਏ ਆ, ਮਾਂ ਪਿਓ ਇੱਥੇ ਆਏ ਆ, ਉਹ ਨਾ ਤਾਂ ਪਿੱਛੇ ਨੂੰ ਜਾਣ ਜੋਗੇ ਨਾ ਇੱਥੇ ਪੱਕੇ ਹੁੰਦੇ ਆ। ਉਹਨਾਂ ਬਾਰੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਦਾ ਨੰਬਰ ਪਹਿਲਾਂ ਰੱਖ ਕੇ ਉਹਨਾਂ ਪੱਕੇ ਕੀਤਾ ਜਾਵੇ ਇਹਨਾਂ ਨੂੰ। ਜੀ ਠੀਕ ਹੈ ਜੀ, ਜੀ ਬਿਲਕੁਲ ਜੀ, ਥੈਂਕ ਯੂ। ਹਾਂਜੀ, ਦੇਖੋ ਜਿਸ ਤਰ੍ਹਾਂ ਇਹ ਕਹਿੰਦੇ ਵੀ ਹੁਣ ਜਿਹੜੇ ਪੇਰੈਂਟਸ ਦੀ ਇਹ ਗੱਲ ਕਰਦੇ ਹੈਗੇ ਆ, ਠੀਕ ਹੈ ਨਾ, ਉਹਦੇ ਵਿੱਚ ਤਾਂ ਅਸੀਂ ਹੁਣ ਕਿਹਾ ਹੀ ਇਸ ਤਰ੍ਹਾਂ ਹੈਗਾ ਕਿ ਅੱਗੇ ਉਹ ਤਾਂ ਨਹੀਂ ਸੀ ਹੁੰਦੇ ਕਿਉਂਕਿ ਕੰਜ਼ਰਵੇਟਿਵ ਗਵਰਨਮੈਂਟ ਜੇ ਆਈ, ਅੱਗੇ ਵੀ ਇੱਦਾਂ ਹੀ ਸੀ ਲੋਕ, ਜਦੋਂ ਕੰਜ਼ਰਵੇਟਿਵ ਗਵਰਨਮੈਂਟ ਪਹਿਲਾਂ ਵਾਅਦੇ ਬੜੇ ਕੀਤੇ ਜੀ ਅਸੀਂ ਐਂ ਕਰ ਦਿਆਂਗੇ, ਪਾਉਂਦਿਆਂ ਉਹਨਾਂ ਨੇ ਐਸੀਆਂ ਰਿਗਰੈਸਿਵ ਪਾਲਿਸੀ ਲੈ ਕੇ ਆਉਂਦੀਆਂ ਜਿਹੜੀ ਪਰਮਾਨੈਂਟ ਇਮੀਗ੍ਰੇਸ਼ਨ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸੀ ਉਹਨੂੰ ਤਾਂ ਬੰਦ ਹੀ ਕਰਨ ਲੱਗੇ ਸੀ। ਆਲਮੋਸਟ 2 ਸਾਲ ਕੀਤੀ ਹੀ ਨਹੀਂ, ਲਈ ਨਹੀਂ ਐਪਲੀਕੇਸ਼ਨ, ਜੇ ਲੈਂਦੇ ਵੀ ਤਾਂ 5। ਇਸੇ ਕਰਕੇ ਹੁਣ 30,000 ਜਿਹੜੀ ਐਪਲੀਕੇਸ਼ਨ ਲਈ ਔਰ ਪੁਰਾਣੀ ਇਨਵੈਂਟਰੀ ਚੋਂ ਕੱਢਣੀ, ਜਿਹੜੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਇਹ ਗੱਲ ਕਰਦੇ ਜਿਨ੍ਹਾਂ ਦਾ ਕੋਈ ਪਿੱਛੇ, ਉਹਨਾਂ ਦੇ ਬਹੁਤ ਚਾਂਸ ਹੁਣ ਜਿਹੜੇ ਬਣ ਗਏ ਕਿ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਇਸ ਵੇਲੇ ਸਤੰਬਰ ਦੇ ਵਿੱਚ ਸ਼ੁਰੂ ਨਹੀਂ, ਉਹ ਗੱਲ ਹੋ ਜਾਏਗੀ। ਤੇ ਤੁਸੀਂ ਹੁਣ ਦੂਸਰਾ ਸਵਾਲ ਸੀਗਾ ਤੁਹਾਡਾ, ਤੁਸੀਂ ਕੀਤਾ ਸੀ ਕਿ ਪੁਰਾਣੀਆਂ ਫਾਈਲਾਂ ਜਿਹੜੀਆਂ ਚੱਕੀਆਂ ਨਹੀਂ ਜਾ ਰਹੀਆਂ। ਹਾਂਜੀ, ਉਹਦੇ ਵਿੱਚ ਦੇਖੋ ਕਈ ਫਾਈਲ ਐਸੀਆਂ ਸੀ ਜਿਹੜੀਆਂ ਪੇਪਰ ਫਾਈਲਸ ਲੱਗੀਆਂ ਹੋਈਆਂ ਸੀ, ਉਹ ਅਸੀਂ ਕੀ ਕਰ ਰਹੇ ਹਾਂ ਹੁਣ ਡਿਜੀਟਾਈਜ਼ ਕਰ ਰਹੇ ਹਾਂ, ਤਾਂ ਕਿ ਡਿਜੀਟਾਈਜ਼ ਕਰਨਾ ਅਫਸਰ ਕਿਤੇ ਬੈਠਾ ਹੋਵੇ ਦੁਨੀਆ ਦੇ ਕਾਰਨਰ 'ਚ, ਉਹ ਫਾਈਲ ਦਾ ਜਿਹੜਾ ਫੈਸਲਾ ਉਹ ਜਲਦੀ ਹੋ ਸਕੇ। ਔਰ ਜਿਹੜੀਆਂ ਇਹ ਹੈਗਾ ਕਿ ਤਵੱਜੋ ਸਾਡੀ ਹੈਗੀ ਵੀ ਅਸੀਂ 4 ਲੱਖ ਜਿਹੜਾ ਹੈ ਇਸ ਸਾਲ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਆ ਜੀ। ਉਹ ਆਪਣਾ ਟੀਚਾ ਪੂਰਾ ਕਰਨ ਲਈ ਜਿਹੜੀਆਂ ਤੁਸੀਂ ਫਾਈਲ ਦੀ ਗੱਲ ਕਰਦੇ, ਉਹਨਾਂ ਦਾ ਨੰਬਰ ਜਿਹੜਾ ਵਾ ਉਹ ਲੱਗ ਜਾਣਾ। ਹੁਣ 1 ਮਹੀਨੇ ਦੀ ਗੱਲ ਹੈਗੀ ਆ ਕਿਉਂਕਿ ਇਸ ਵੇਲੇ ਜਿਹੜੀ ਆ ਉਹ ਇਲੈਕਸ਼ਨ ਚੱਲ ਰਿਹਾ। ਹੋਪਫੁਲੀ ਜਿਹੜੇ ਜਿਹੜੀ ਆ ਲੋਕ ਫਿਰ ਇੱਕ ਵਾਰ ਫਤਵਾ ਦੇਣਗੇ ਆਪਦੇ ਪਰਖੇ ਹੋਏ ਲੀਡਰ ਨੂੰ ਨੈਸ਼ਨਲ ਲੈਵਲ ਦੇ ਉੱਤੇ, ਜਸਟਿਨ ਟਰੂਡੋ ਉਹਨਾਂ ਨੂੰ, ਔਰ ਲੋਕਲੀ ਸਰੀ ਨਿਊਟਨ 'ਚ ਉਹਨਾਂ ਦਾ ਪਰਖਿਆ ਹੋਇਆ ਲੌਂਗ ਟਾਈਮ ਜਿਹੜਾ ਹੈਗਾ ਮੈਂਬਰ ਜਿਹੜਾ ਉਹ ਕਮਿਊਨਿਟੀ 'ਚ ਹੀ ਰਿਹਾ ਹੈਗਾ, ਸੁਖ ਧਾਲੀਵਾਲ ਨੂੰ ਮੌਕਾ ਦੇ, ਕਿਉਂਕਿ ਇੱਕ ਸੀਟ ਜ਼ਰੂਰੀ ਆ। ਜੇ ਅਸੀਂ ਇੱਕ ਲਿਬਰਲ ਮੈਂਬਰ ਹਰੇਕ ਰਾਈਡਿੰਗ 'ਚੋਂ ਚੁਣ ਕੇ ਭੇਜਾਂਗੇ ਤਾਂ ਹੀ ਸਰਕਾਰ ਬਣਨੀ ਜਸਟਿਨ ਟਰੂਡੋ ਦੀ। ਇਹ ਵੀ ਨਹੀਂ ਵੀ ਇਕੱਲਾ ਸਰੀ ਨਿਊਟਨ 'ਚੋਂ ਭੇਜ ਦਈਏ ਤੇ ਬਾਕੀ ਅਸੀਂ ਡੈਲਟਾ ਛੱਡ ਦਈਏ, ਤਾਂ ਇਸ ਤਰ੍ਹਾਂ ਤਾਂ ਨਹੀਂ ਗੱਲ ਬਣਨੀ। ਵੀ ਹੁਣ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿੱਥੇ ਜਿੱਥੇ ਵੀ ਲਿਬਰਲ ਮੈਂਬਰ ਹੈਗਾ ਉਹਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਜੀ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਆਪਣਾ ਤੁਸੀਂ ਟੀਵੀ ਤੋਂ ਬੋਲ ਰਹੇ ਹੋ ਜੀ? ਜੀ ਬਿਲਕੁਲ ਜੀ। ਇਸ ਟਾਈਮ ਆਪਣੇ ਨਾਲ MP ਸੁਖ ਧਾਲੀਵਾਲ ਜੀ ਜੁੜੇ ਹੋਏ ਨੇ ਸ਼ੋਅ ਦੇ ਵਿੱਚ, ਕੈਂਡੀਡੇਟ ਬਿਲਕੁਲ ਉਮੀਦਵਾਰ ਸੁਖ ਧਾਲੀਵਾਲ ਜੀ। ਹਾਂਜੀ, ਕੁਐਸਚਨ ਦਾ ਜਵਾਬ ਲੈਣਾ ਹੈ, ਜਵਾਬ ਲੈਣਾ ਹੈ ਜੀ। ਬਿਲਕੁਲ। ਵੀ ਜਿਹੜੇ ਇੱਥੋਂ ਦੇ ਬੌਰਨ ਬੱਚਾ ਜੇ ਕੋਈ ਇੰਡੀਆ ਦੇ ਵਿੱਚ ਮਾਰਚ ਅਪ੍ਰੈਲ ਤੇ ਵਿਆਹ ਕਰਾ ਕੇ ਆਇਆ ਹੈ, ਉਹਨਾਂ ਦੀਆਂ ਫਾਈਲਾਂ ਕਦੋਂ ਕੁ ਲੱਗਣਗੀਆਂ ਨਾ ਇਹ ਲਾਉਣਗੇ? ਜੀ ਬਿਲਕੁਲ, ਥੈਂਕ ਯੂ ਜੀ। ਪੁੱਛਦੇ ਹਾਂ ਜੀ ਅਸੀਂ ਇਸ ਤੇ। ਹਾਂਜੀ, ਇੱਕ ਇਹਨਾਂ ਨੇ ਵਧੀਆ ਸਵਾਲ ਜਿਹੜਾ ਰੇਜ਼ ਕੀਤਾ ਕਿ ਜਦੋਂ ਕੰਜ਼ਰਵੇਟਿਵ ਦੀ ਸਰਕਾਰ ਸੀਗੀ ਇੱਥੋਂ ਸਾਡੇ ਬੱਚੇ ਉੱਥੇ ਜਾ ਕੇ ਵਿਆਹ ਹੀ ਨਹੀਂ ਸੀ ਕਰਾਉਂਦੇ। ਕਿਉਂ? ਕਿਉਂਕਿ 3-3 4-4 ਸਾਲ ਜਿਹੜੇ 4-4 ਸਾਲ ਲੱਗਦੇ ਸੀ ਫਾਈਲਾਂ ਨੂੰ। ਔਰ ਫਿਰ ਕੀ ਸੀ ਵੀ ਇੱਥੋਂ ਜਾ ਕੇ ਵਿਆਹ ਤਾਂ ਉੱਥੇ ਕਰਾਉਣਾ ਪੈਂਦਾ, 15-20 ਦਿਨ ਹੀ ਫੈਸਲਾ ਹੋ ਜਾਂਦਾ ਸੀ ਕਿਉਂਕਿ ਰੇਜ਼ਡ ਮੈਰਿਜਸ ਦਾ ਸੀਗਾ। ਔਰ ਇੱਕ ਜੈਸਨ ਕੈਨੀ ਜਿਹੜੇ ਨੇ ਰੈਗੂਲੇਸ਼ਨ 4 ਲਿਆ ਕੇ ਲਾ ਕੇ ਸਾਡੇ ਸਿਰ ਤੇ ਰੱਖ ਗਏ, ਜਿਹਦੇ ਕਰਕੇ ਇਹ ਸੀ ਵੀ ਬਹੁਤ ਸਾਰੀਆਂ ਫਾਈਲਾਂ ਰਿਜੈਕਟ ਬਹੁਤ ਹੁੰਦੀਆਂ ਸੀ। ਠੀਕ ਹੈ ਨਾ, ਅਸਲੀ ਵਿਆਹ ਹੋਣਾ ਸਾਰਾ ਕੁਝ ਠੀਕ ਆ। ਉਹ ਕਹਿੰਦੇ ਵਿਆਹ ਜੈਨੂਅਨ ਆ
ਪਰ ਜਦੋਂ ਤੁਸੀਂ ਵਿਆਹ 'ਚ ਐਂਟਰ ਕੀਤੇ ਤੁਹਾਡੀ ਜਿਹੜੀ ਸੀਗੀ ਉਹ ਜੈਨੂਇਨ ਨਹੀਂ ਸੀ ਇੰਟੈਂਸ਼ਨ, ਕਿਉਂਕਿ ਤੁਸੀਂ ਸਿਰਫ ਇਮੀਗ੍ਰੇਸ਼ਨ ਲੈਣੀ ਸੀ ਕਹਿੰਦੇ। ਪਰ ਇਹਨਾਂ ਲਈ ਅਸੀਂ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਜਿਹੜੀਆਂ ਉਹ 4 ਸਾਲ ਲਾਉਂਦੇ ਸੀ, 3 ਤੋਂ 4 ਸਾਲ, ਅਸੀਂ 1 ਸਾਲ ਦੇ ਵਿੱਚ ਫਾਈਲਾਂ ਜਿਹੜੀਆਂ ਉਹ ਪ੍ਰੋਸੈਸ ਕਰਾਂਗੇ। ਔਰ ਉਹ ਜਿਹੜਾ ਉਹ ਕਰਕੇ ਦਿਖਾਇਆ ਪਿੱਛੇ ਵੀ, ਹੁਣ ਕੋਵਿਡ ਕਰਕੇ ਥੋੜਾ ਜਿਹੀ ਮੇਬੀ ਡਿਲੇ ਹੋਈ ਹੋਵੇ, ਪਰ ਆ ਕੋਵਿਡ ਖਤਮ ਹੋਣ ਤੋਂ ਬਾਅਦ ਜਦੋਂ ਫੁੱਲ ਸਟਾਫ ਚਲੇ ਜਾਂਦਾ ਤਾਂ ਜਿਹੜੀਆਂ ਉਹ ਫਾਈਲਸ ਫੇਰ ਜਿਹੜੀਆਂ ਨੇ ਜਲਦੀ ਤੋਂ ਜਲਦੀ ਪ੍ਰੋਸੈਸ ਬਿਲਕੁਲ। ਸੋ ਉਹਨਾਂ ਦੀ ਰਫ਼ਤਾਰ ਜਿਹੜੀ ਉਹ ਤੇਜ਼ ਹੋਏਗੀ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਮੈਮ, ਮੇਰਾ ਕੁਐਸਚਨ ਆ ਵੀ ਸਰ ਕੋਲੋਂ ਜਿਹੜਾ ਹਾਊਸਿੰਗ ਦੇ ਪ੍ਰਾਈਸ ਬਹੁਤ ਵੱਧ ਰਹੇ ਨੇ, ਇੱਕ ਰੈਂਟ ਜਿਹੜੇ ਉਹ ਆਪਣੀ ਮਰਜ਼ੀ ਦੇ ਨਾਲ ਹਰ ਓਨਰ ਜਿਹੜਾ ਬਾਏ ਕਰਦਾ ਆਪਣੀ ਮਰਜ਼ੀ ਨਾਲ ਰੈਂਟ ਵਧਾਈ ਜਾ ਰਿਹਾ, ਇਹਦੇ ਉੱਤੇ ਵੀ ਕੋਈ ਹੋ ਰਿਹਾ ਜੀ? ਕਰਨਗੀ ਸਰਕਾਰ ਕੋਈ ਇਸ ਇਲੈਕਸ਼ਨ ਤੋਂ ਬਾਅਦ? ਜੀ ਬਿਲਕੁਲ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ। ਐਕਸਲੈਂਟ ਹਾਊਸਿੰਗ ਦਾ ਮੁੱਦਾ ਸੁਖਤਾ ਲੀਵਾਲ ਜੀ ਟੌਪਿਕ ਆਪਾਂ ਨਹੀਂ ਸੀ ਟੱਚ ਕੀਤਾ। ਦੇਖੋ ਹੁਣ ਆਪਾਂ ਕਹਿੰਦੇ ਕਾਲਰ ਕਿੱਡੇ ਮਹੱਤਵਪੂਰਨ ਜਿਹੜਾ ਰੋਲ ਅਦਾ ਕਰਦੇ ਨੇ ਆਪਣੀ ਜਿਹੜਾ ਆਪਾਂ ਡਿਸਕਸ਼ਨ ਦੇ ਵਿੱਚ ਵੀ। ਹੁਣ ਉਹਨਾਂ ਨੇ ਜਿਹੜੀ ਹੋਮ ਜੇ ਹਾਊਸਿੰਗ ਅਫੋਰਡੇਬਿਲਿਟੀ ਦੀ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਕੀ ਹੈਗਾ ਕਿ 3 ਆਰਡਰਸ ਆਫ ਗਵਰਨਮੈਂਟ ਜਿਹੜੀਆਂ ਨੇ ਸਾਨੂੰ ਰਲ ਕੇ ਕੰਮ ਕਰਨਾ ਪੈਣਾ। ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਵੇਂ ਰੀਜ਼ੋਨਿੰਗ ਹੈਗੀ, ਕਿੰਨੇ ਘਰ ਜਿਹੜੇ ਨੇ ਉਹ ਬਣਾਉਣ ਦੀ ਇਜਾਜ਼ਤ ਜਿਹੜੀ ਆ ਉਹਨਾਂ ਨੇ ਯੂਨਿਟ ਬਣਾਉਣ ਦੀ ਇਜਾਜ਼ਤ ਦੇਣੀ, ਉਹ ਲੋਕਲ ਗਵਰਨਮੈਂਟ ਦੇ ਕੋਲ ਆ। ਜਦੋਂ ਉਹ ਖੋਲਣਗੇ ਵੱਧ ਤੋਂ ਵੱਧ ਯੂਨਿਟ ਬਣਾਉਣਗੇ ਤਾਂ ਉਹਦੇ ਨਾਲ ਜਿਹੜੀ ਹੈਗੀ ਆ ਉਹ ਜਦੋਂ ਅਵੇਲੇਬਿਲਿਟੀ ਜ਼ਿਆਦਾ ਹੋਈ, ਠੀਕ ਹੈ ਨਾ, ਤਾਂ ਜਿਹੜਾ ਵਾ ਇਹ ਰੈਂਟ ਵੀ ਸਸਤਾ ਉੱਦਾਂ ਵੀ ਫੁੱਲ। ਦੂਸਰਾ ਹੈ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਆਪਦੀ ਹਾਊਸਿੰਗ ਸਟ੍ਰੈਟਜੀ ਬਣਾਉਂਦੀ, ਉਹਦੇ ਵਿੱਚ ਪੈਸੇ ਪਾਉਂਦੀ। ਪਰ ਫੈਡਰਲ ਸਰਕਾਰ ਦੇ ਤੌਰ ਤੇ ਅਸੀਂ ਹੁਣ ਜਿਹੜਾ ਵਾਅਦਾ ਕੀਤਾ, ਗੱਲ ਕੀਤੀ ਵੀ ਜੇ ਸਰਕਾਰ ਬਣਦੀ ਹੈਗੀ ਲਿਬਰਲ ਦੀ ਸਾਡੀ ਦੁਆਰਾ, ਅਸੀਂ ਜਿਹੜਾ ਹੈਗਾ ਹਾਊਸਿੰਗ ਅਫੋਰਡੇਬਿਲਿਟੀ ਸਾਰਿਆਂ ਨਾਲੋਂ ਪਹਿਲਾ ਕੰਮ ਤਾਂ ਇਹ ਹੈਗਾ ਕਿ ਅਨਲੌਕ ਕਰਾਂਗੇ ਜਿਹੜੀ ਹੋਮ ਸਟ੍ਰੈਟਜੀ ਜਿਹੜੀ ਹੈਗੀ। ਉਹਦੇ ਵਿੱਚ ਕੀ ਹੈਗਾ, ਅਸੀਂ ਜਿਹੜਾ ਰੈਂਟ ਟੂ ਓਨ, ਪਹਿਲਾਂ ਜੇ ਤੁਸੀਂ ਰੈਂਟ ਕਰਦਾ ਕੋਈ, ਉਹਨੂੰ ਉਹਨੇ ਘਰ ਨੂੰ ਓਨ ਕਰਨਾ, ਉਹ ਅਸੀਂ ਇੱਕ ਉਹਨਾਂ ਲਈ ਮਾਹੌਲ ਬਣਾਵਾਂਗੇ। ਬੈਂਕਸ ਜਿਹੜੀਆਂ ਉਹਨਾਂ ਨੂੰ ਕਵਾਂਗੇ ਉਹਨਾਂ ਤੋਂ ਪੈਸੇ ਲੈ ਕੇ ਜਿਹੜੇ ਹੈਗੇ ਜਿਹੜੀ ਮੌਰਗੇਜ ਪੇਮੈਂਟਸ ਉਹਨੂੰ ਘੱਟ ਕਰਨਾ। ਇੱਕ ਹੋਮ ਟੈਕਸ ਕ੍ਰੀਏਟ ਕਰਾਂਗੇ, ਜਿਹੜਾ ਟੈਕਸ ਕ੍ਰੈਡਿਟ, ਜਿਹੜਾ ਹੋਮ ਟੈਕਸ ਕ੍ਰੈਡਿਟ ਜਿਹਨੂੰ ਡਬਲ ਕਰ ਦਿਆਂਗੇ। ਉਹਦੇ ਨਾਲ ਕੀ ਹੋਊਗਾ, ਜਿਸ ਤਰ੍ਹਾਂ RRSP 'ਚ ਟੈਕਸ ਫ੍ਰੀ ਇਨਕਮ ਆਉਂਦੀ ਆ, ਉਹ ਅਪ ਟੂ $30,000 ਜਿਹੜੇ ਨੇ ਉਹ ਅਸੀਂ ਉਹਨਾਂ ਨੂੰ ਦੇਵਾਂਗੇ। ਔਰ ਦੂਸਰਾ ਇਹ ਹੈਗਾ ਕਿ 1.4 ਮਿਲੀਅਨ ਜਿਹੜੇ ਹੋਮਸ ਨੇ, ਜਾਂ ਉਹਨੂੰ ਅਸੀਂ ਰੈਨੋਵੇਟ ਕਰਾਂਗੇ ਜਾਂ ਅਸੀਂ ਨਵੇਂ ਬਣਾਵਾਂਗੇ ਜਾਂ ਰਿਪੇਅਰ ਕਰਾਂਗੇ। ਸੋ ਉਹ ਉਹਦੇ ਵਿੱਚ ਹੈਗਾ, ਉਹ ਲੈ ਕੇ ਆਵਾਂ। ਔਰ ਨਾਲ ਹੀ ਇਹ ਹੈਗਾ ਕਿ ਅਸੀਂ ਜਿਹੜੇ ਹੋਮ ਓਨਰਸ਼ਿਪ ਆ ਉਹ ਸਿਰਫ ਕੈਨੇਡੀਅਨ ਫੈਮਲੀਜ਼ ਲਈ ਪਹਿਲਾਂ ਸੀਮਿਤ ਕਰਨਾ ਚਾਹੁੰਦੇ ਹਾਂ। ਉਹਦੇ ਵਿੱਚ ਜਿਹੜਾ ਵਾ ਅਗਲੇ 2 ਸਾਲ ਜਿਹੜਾ ਫੋਰਨ ਬਾਇਰ ਹੈਗਾ ਉਹਨੂੰ ਅਸੀਂ ਜਿਹੜਾ ਹਾਊਸ ਬਾਏ ਕਰਨ ਤੋਂ ਜਿਹੜਾ ਉਹਨੂੰ ਰੋਕ ਲਾਵਾਂਗੇ। ਔਰ ਬਿਡਿੰਗ ਹੋ ਰਹੀ ਸੀ ਇਸ ਵੇਲੇ, ਤੁਸੀਂ ਦੇਖੋ ਜਿਹੜੀ ਬਲਾਈਂਡ ਬਿਡਿੰਗ ਹੋ ਰਹੀ ਆ, ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ, ਤੇ ਉਹ ਅਸੀਂ ਜਿਹੜੀ ਆ ਉਹ ਵੀ ਅਸੀਂ ਬੰਦ ਕਰਨੀ ਹੈਗੀ ਆ। ਇਹੋ ਜਿਹੀਆਂ ਪਾਲਿਸੀ ਜਦੋਂ ਲੈ ਕੇ ਆਵਾਂਗੇ ਉਹਦੇ ਨਾਲ ਜਿਹੜੀ ਆ ਉਹ ਰਾਹਤ ਮਿਲੇ। ਔਰ ਪਿੱਛੇ ਵੀ ਕੰਮ ਕੀਤਾ, ਦੇਖੋ ਹਾਊਸਿੰਗ ਸਟ੍ਰੈਟਜੀ ਦੇ ਵਿੱਚ ਜੇ ਪਿੱਛੇ ਦੇਖਿਆ ਜਾਵੇ, ਅਸੀਂ $40 ਬਿਲੀਅਨ ਇਨਵੈਸਟ ਕੀਤੇ 10 ਸਾਲਾਂ 'ਚ ਹੋਮ ਅਫੋਰਡੇਬਿਲਿਟੀ। ਇੱਕ ਰੈਪਿਡ ਹਾਊਸਿੰਗ ਲੈ ਕੇ ਆਂਦੀ, ਸਰੀ ਦੇ ਵਿੱਚ ਹੀ $26 ਮਿਲੀਅਨ ਅਸੀਂ ਮੇਅਰ ਨੂੰ ਦਿੱਤਾ ਵੀ ਖੜੇ ਪੈਰ ਜਿਹੜੇ ਨੇ ਘਰ ਬਣਾਓ, ਤੇ ਫਿਰ ਵੀ ਅਸੀਂ ਹੋਰ ਇਨਸੈਂਟਿਵ ਜਿਹੜੇ ਮਿਊਨਿਸਪੈਲਿਟੀ ਨੂੰ ਦੇਵਾਂਗੇ ਜੇਕਰ ਉਹ ਆਪਣੀ ਜਿਹੜੀ ਆ ਪ੍ਰੋਡਕਸ਼ਨ ਵਧਾਉਂਦੇ ਆ। ਜੀ ਬਿਲਕੁਲ। ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ੈਰੀ ਜੀ, ਧਾਲੀਵਾਲ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਜੀ ਸਤਿ ਸ਼੍ਰੀ ਅਕਾਲ ਜੀ। ਮਿਸਟਰ ਬਰਾੜ ਸਤਿ ਸ਼੍ਰੀ ਅਕਾਲ। ਮੇਰਾ ਧਾਲੀਵਾਲ ਸਾਹਿਬ ਨੂੰ ਇੱਕ ਸਵਾਲ ਆ, ਅੱਗੇ ਵੀ ਕੀਤਾ ਸੀ ਮੈਂ, ਪਰ ਮੈਂ ਹੁਣ ਥੋੜਾ ਜਿਹਾ ਇਹਦਾ ਡਿਫਰੈਂਟ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਇੱਥੋਂ ਦੀਆਂ ਇਹ ਕਈ ਯੂਨੀਵਰਸਿਟੀਆਂ ਹੁਣ ਰੈਕਗਨਾਈਜ਼ ਹੋ ਗਈਆਂ ਇੰਡੀਆ ਵਾਸਤੇ। ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ, ਪਰ ਮੈਂ ਐਜ਼ ਏ ਕੈਨੇਡੀਅਨ ਜਿਹੜੇ ਸਾਡੇ ਇੱਥੋਂ ਦੇ ਬੱਚੇ ਉਹਨਾਂ ਮੈਂ ਜ਼ਰੂਰ ਸੋਚਦਾ ਕਿ ਈਵਨ ਸਾਡੇ ਬੱਚੇ ਜੇ ਵੱਡੇ ਹੋ ਕੇ ਪੜ੍ਹ ਵੀ ਗਏ ਆ ਤਾਂ ਪਿੱਛੇ ਬੱਚੇ ਸਾਡੇ ਹੋਰ ਵੀ ਹੈਗੇ ਆ, ਜਿੱਦਾਂ ਫਰੇਜ਼ਰ ਵੈਲੀ ਯੂਨੀਵਰਸਿਟੀ ਆ ਜਾਂ ਹੋਰ ਕਈ ਯੂਨੀਵਰਸਿਟੀਆਂ, ਉੱਥੇ ਹੁਣ ਲਈ ਬੱਚੇ ਆ ਰਹੇ ਆ। ਪਰ ਉਹ ਜਿਹੜਾ ਮੇਰਾ ਲਾਸਟ ਸਵਾਲ ਸੀਗਾ ਮੈਸ ਆਫ ਸਿਸਟਮ, ਉਹ ਹੁਣ ਮੈਸ ਆਫ ਸਿਸਟਮ ਤਾਂ ਹੋਊਗਾ ਜਦੋਂ, ਕਿਉਂਕਿ ਹੁਣ ਵੀ ਹੋਇਆ ਪਿੱਛੇ ਜੇ ਮੇਰੇ ਆਪਣੇ ਲੜਕੇ ਯੂਨੀਵਰਸਿਟੀ ਜਾਂਦੇ ਸੀ ਤਾਂ ਉਹਨਾਂ ਨੂੰ ਕਈ ਕਲਾਸਾਂ ਬਾਹਰ ਜਾ ਕੇ ਲੈਣੀਆਂ ਪਈਆਂ, ਪਰ ਉਹ ਇੰਨਾ ਮੈਸ ਅਪ ਹੋ ਜਾਊਗਾ ਕਿ ਜਿਹੜੇ ਇੱਥੇ ਬੱਚੇ ਆ, ਜਿਹੜੇ ਇੱਥੋਂ ਦੇ ਟੈਕਸ ਪੇਰੈਂਟਸ ਆ, ਲੌਂਗ ਟਾਈਮ ਤੋਂ ਇੱਥੇ ਰਹਿ ਰਹੇ ਆ, ਉਹਨਾਂ ਨੂੰ ਇਹ ਬੜੀ ਵੱਡੀ ਮੁਸੀਬਤ ਆ ਜਾਊਗੀ। ਕਿਉਂਕਿ UBC ਦੇ ਵਿੱਚ ਤਾਂ ਧਾਲੀਵਾਲ ਸਾਹਿਬ ਨੂੰ ਪਤਾ ਹੋਊਗਾ, ਜਦੋਂ ਬੱਚੇ ਪਹਿਲਾਂ ਵੀ ਸੀਗੇ, ਜਦੋਂ ਚਾਈਨੀਜ਼ ਜਿਹੜੇ ਬੱਚੇ ਅੱਜ ਤੋਂ 86 ਵੇਲੇ ਆਉਂਦੇ ਸੀ ਤਾਂ ਉਹ ਜ਼ਿਆਦਾ ਉਹਨਾਂ ਨੂੰ ਸੀਟਾਂ ਮਿਲ ਜਾਂਦੀਆਂ ਯੂਨੀਵਰਸਿਟੀ। ਤਕਰੀਬਨ ਮੈਂ ਇਸ ਚੀਜ਼ ਤੋਂ ਝਿਜਕਦਾ ਨਹੀਂ, ਵੇਚ ਹੀ ਦਿੰਦੇ ਆ ਸੀਟਾਂ।
ਪਰ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ, ਠੀਕ ਹੈ, ਇਹਨਾਂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕਰਦੀ ਆ, ਧਾਲੀਵਾਲ ਸਾਹਿਬ ਆਪ ਵੀ ਕਰਦੇ, ਮੈਂ ਤਾਂ ਇਹਨਾਂ ਨੂੰ ਸੁਜੈਸ਼ਨ ਦੇਵਾਂਗਾ। ਹੁਣ ਇਹ ਫ੍ਰੀ ਹੈਗੇ ਆ, ਇਹ ਗਰਾਊਂਡ ਲੈਵਲ ਦੇ ਇਹੋ ਜਿਹੇ ਇਹ ਜਿਹੜੇ ਮੁੱਦੇ ਆ ਇਹਨਾਂ ਨੂੰ ਲਿਜਾ ਕੇ ਕੀ ਉੱਥੇ ਲੈ ਕੇ ਜਾਣਗੇ। ਇਹ ਮੈਂ ਹੋਪ ਕਰਦਾ ਕਿ ਲੈ ਕੇ ਜਾਣਗੇ, ਕਿਉਂਕਿ ਇਹ ਆਪ ਇੱਥੇ ਇਹਨਾਂ ਦੇ ਬੱਚੇ ਗਰੋ ਅਪ ਹੋਏ ਆ। ਸੋ ਇਹ ਬੜੀ ਵੱਡੀ ਸਮੱਸਿਆ ਹੋਊਗੀ। ਇਹ ਪਾਰਟ ਆਫ ਮੈਸ ਆਫ ਸਿਸਟਮ ਹੈ, ਇਹਦਾ ਕਨਸੈਪਟ ਮੇਰਾ ਇਹੀ ਹੈ, ਇਹ ਮੈਸ ਅਪ ਹੋਊਗਾ ਸਿਸਟਮ। ਔਰ ਇਹਨੂੰ ਇਹਦੇ ਲਈ ਇਹ ਕਿੱਦਾਂ ਅਵੇਅਰਨੈਸ ਹੋਵੇ ਇਹਨਾਂ ਦੀ ਸਰਕਾਰ ਫਿਊਚਰ ਦੇ ਵਿੱਚ, ਇਹ ਜ਼ਰੂਰ ਜਵਾਬ ਦੇ ਕੇ ਜਾਣ। ਥੈਂਕ ਯੂ ਤੁਹਾਡਾ ਸਮਾਂ ਦੇਣ ਦਾ ਜੀ। ਥੈਂਕ ਯੂ ਜੀ, ਥੈਂਕ ਯੂ। ਫਿਰ ਇੱਕ ਵਾਰ ਮਿਸਟਰ ਬਰਾੜ ਦਾ ਬਹੁਤ ਧੰਨਵਾਦ, ਕਿਉਂਕਿ ਹਮੇਸ਼ਾ ਸਾਰੂ ਸੋਚ ਦੇ ਮਾਲਕ ਨੇ ਇਹ, ਔਰ ਇਹ ਨਹੀਂ ਵੀ ਇਹ ਅੱਜ ਬਦਲ ਜਾਣਗੇ ਜਾਂ ਕੱਲ, ਕਿਉਂਕਿ ਜੇ ਪਿਛਲੀ ਹਿਸਟਰੀ ਜਦੋਂ ਤੋਂ ਦੇਖ ਲਵਾਂ, ਮੈਂ ਤਕਰੀਬਨ 1997 ਚ ਸਰੀ ਚ ਮੂਵ ਹੋਇਆ, ਉਸ ਦਿਨ ਤੋਂ ਮੈਂ ਇਹਨਾਂ ਨੂੰ ਦੇਖਿਆ, ਚਾਹੇ ਇਹਨਾਂ ਦਾ ਆਪਦਾ ਬਿਜ਼ਨਸ ਸੀ ਪੇਂਟਿੰਗ ਦਾ, ਉੱਥੋਂ ਇਹਨਾਂ ਦੇ ਨਾਲ ਜਿਹੜੀ ਚਾਹੇ ਰਿਲੀਜੀਅਸ ਇਹਨਾਂ ਦੀ ਸੋਚ ਲਾ ਲਓ, ਚਾਹੇ ਇਹਨਾਂ ਦੀ ਜਾਗਰੂਕ ਸੋਚ ਸਮਾਜ ਪ੍ਰਤੀ ਲਾ ਲਓ, ਇਹਨਾਂ ਨੇ ਹਮੇਸ਼ਾ ਜਿਹੜੀ ਆ ਇਹ ਮਸਲੇ ਜਿਹੜੇ ਆ ਉਹ ਰੇਜ਼ ਕੀਤੇ, ਔਰ ਕੰਸਿਸਟੈਂਟਲੀ। ਇਹ ਨਹੀਂ ਹੈਗਾ ਵੀ ਜੀ ਹੁਣ ਸੁਖ ਧਾਲੀਵਾਲ ਬੈਠਾ ਇਹਦੀ ਹੁਣ ਮਾਂਜੀ ਲਾਉਣੀ ਆ ਵੀ ਇਹਨੂੰ ਆਪਾਂ ਇਹ ਕੁਐਸਚਨ ਪੁੱਛ ਲਈਏ, ਕਿਉਂਕਿ ਆਮ ਕਈ ਵਾਰ ਕਈਆਂ ਦੀ ਹੁੰਦੀ ਆ ਵੀ ਕੈਂਡੀਡੇਟ ਆਇਆ ਉਹ ਕਾਲਰ ਜਿਹੜੇ ਨੇ ਉਹ ਕਰ ਦਿੰਦੇ ਨੇ ਜਿਹੜੇ ਨੇ ਫਲੱਡ ਵੀ ਜੀ ਇਹਨੂੰ ਹੁਣ। ਪਰ ਮੈਂ ਐਪਰੀਸ਼ੀਏਟ ਕਰਦਾ ਕਿ ਔਰ ਇੱਕ ਬਹੁਤ ਵਧੀਆ ਇਹਨਾਂ ਨੇ ਪੁਆਇੰਟ ਵੀ ਰੇਜ਼ ਕੀਤਾ ਉਹਦੇ ਵਿੱਚ, ਜਿਸ ਤਰ੍ਹਾਂ ਨੇ ਮੇਰੇ ਬੱਚਿਆਂ ਦੀ ਗੱਲ ਕੀਤੀ, ਤਿੰਨੇ ਮੇਰੇ ਬੱਚੇ ਇੱਥੇ ਬੋਰਨ ਹੋਏ, ਬੇਟੀਆਂ ਦੋਨੇ ਜਿਹੜੀਆਂ ਨੇ ਉਹ ਮੈਡੀਕਲ ਦੀ ਵਿਦਿਆ ਹਾਸਲ ਕਰਕੇ ਪ੍ਰੈਕਟਿਸਿੰਗ ਮੈਡੀਕਲ ਪ੍ਰੋਫੈਸ਼ਨਲਸ ਨੇ, ਫੈਮਿਲੀ ਫਿਜ਼ੀਸ਼ੀਅਨ ਤੇ ਦੂਜੀ ਨਿਓਨਟੋਲੋਜਿਸਟ ਹੈਗੀ ਇਸ ਵੇਲੇ, ਦੋਨੇ ਜਿਹੜੀਆਂ ਨੇ ਉਹ ਪ੍ਰੈਕਟਿਸ ਕਰ ਰਹੀਆਂ। ਔਰ ਛੋਟਾ ਮੇਰਾ ਬੇਟਾ, ਉਹਨੂੰ ਇਸ ਸਾਲ ਪਹਿਲੇ ਸਾਲ UBC 'ਚ ਦਾਖਲਾ ਮਿਲਿਆ। ਇਹਨਾਂ ਨੇ ਜਿਹੜਾ ਉਹ ਗੱਲ ਕਹੀ, ਉਹ ਸਾਨੂੰ ਵੀ ਥੋੜੀ ਜਿਹੀ ਸਮੱਸਿਆ ਤਾਂ ਪਹਿਲਾਂ ਲੱਗੀ। ਦੇਖੋ ਐਵੇਂ ਮੈਂ ਇਹਦੇ ਵਿੱਚ ਮੈਂ ਬਿਲਕੁਲ ਇਸ ਚੀਜ਼ ਨੂੰ ਮੰਨੂਗਾ। ਅਸੀਂ ਰਾਤ ਨੂੰ ਉਹਦੇ ਕਲੋਨੇ ਬੈਠੇ ਸੀਗੇ, ਅਸੀਂ ਗਏ ਹੋਏ ਸੀ, ਮੈਂ ਮੇਰਾ ਬੇਟਾ ਵੀ ਬਾਹਰ ਸੀ, ਉੱਥੇ ਇੰਟਰਨੈਟ ਦਾ ਵੀ ਪ੍ਰਬੰਧ ਨਹੀਂ ਸੀਗਾ, ਤੇ ਅਸੀਂ ਉਹਦੇ ਕੋਰਸ ਸਿਲੈਕਸ਼ਨ ਕਰਨੀ ਸੀ। ਉਹਨਾਂ ਨੇ ਟਾਈਮ ਦਿੱਤਾ UBC ਨੇ ਵੀ ਤੁਸੀਂ ਕੋਰਸ ਸਿਲੈਕਸ਼ਨ ਤੁਹਾਡੀ 1 ਵਜੇ ਜਾਂ 2 ਵਜੇ ਜਾਂ ਜੋ ਟਾਈਮ ਸੀ ਉਹਦਾ, ਅਸੀਂ ਉਸ ਟਾਈਮ ਤੇ ਐਂਟਰ ਕੀਤਾ। ਉਹਨੇ ਪਹਿਲਾਂ ਆਪਣੇ ਸਾਇੰਸ ਦੇ ਸਬਜੈਕਟ ਪਿਕ ਕਰ ਲਏ, ਇੰਗਲਿਸ਼ ਦੇ ਪਿਕ ਕਰਨੇ ਜਿਹੜੇ ਸੀ ਉਹ ਅਸਲੀ ਇੰਗਲਿਸ਼ ਦੇ ਪਹਿਲਾਂ ਕਰਨੇ, ਕਿਉਂਕਿ ਇੰਗਲਿਸ਼ ਦੇ ਕਾਮਨ ਹੁੰਦੇ। ਫਿਰ ਉਹਨੂੰ ਕਈ ਸਬਜੈਕਟ ਦੀ ਜਿਹੜੀਆਂ ਲੈਬਸ ਨਹੀਂ ਸੀ ਉਸ ਵੇਲੇ ਮਿਲੀਆਂ, ਕਈ ਇੰਗਲਿਸ਼ ਦੇ ਕੋਰਸ ਨਹੀਂ ਸੀ ਉਹਨੂੰ ਮਿਲੇ, ਚਲੋ। ਪਰ ਉਹ ਹੁਣ ਮੈਂ ਦੇਖਦਾ ਕਿ ਜਾਣ ਤੋਂ ਪਹਿਲਾਂ ਉਹਦਾ ਇਟ ਟੁਕ ਹਿਮ ਲਿਟਲ ਵਾਈਲ, ਪਰ ਉਹ ਜਿਹੜਾ ਸਾਰਾ ਉਹਦਾ ਕੋਰਸ ਵਰਕ ਸੀਗਾ, ਉਹ ਜਿਸ ਤਰੀਕੇ ਨਾਲ ਉਹ ਕੋਰਸ ਇੰਟਰੋਡਿਊਸ ਕਰਦੀ ਰਹੀ ਯੂਨੀਵਰਸਿਟੀ, ਉਹ ਕੋਰਸ ਉਹਨੂੰ ਮਿਲ ਗਏ। ਪਰ ਇਹਨਾਂ ਦਾ ਜਿਹੜਾ ਕੁਐਸਚਨ ਆ ਉਹ ਤੋਂ ਉੱਚਾ ਉੱਠਵਾਂ ਹੈਗਾ। ਉਹਦੇ ਵਿੱਚ ਕੀ ਹੈਗਾ ਕਿ ਇੱਕ ਸਾਨੂੰ ਚੀਜ਼ ਕਲੀਅਰ ਕਰਨੀ ਪੈਣੀ ਹੈਗੀ, ਕਿਉਂਕਿ ਜਿਹੜੇ ਐਜੂਕੇਸ਼ਨ ਹੈਗੀ ਆ ਇਹ ਫੈਡਰਲ ਮਸਲਾ ਨਹੀਂ, ਠੀਕ ਹੈ ਨੇ, ਕਿਉਂਕਿ ਐਜੂਕੇਸ਼ਨ ਜਿਹੜੀ ਆ, ਜਿਹੜੇ ਸਟੂਡੈਂਟ ਲੋਨ ਨੇ ਸਟੂਡੈਂਟਸ ਲਈ ਸਮਰ ਜੌਬਸ ਕ੍ਰੀਏਟ ਕਰਨੀਆਂ, ਉਹ ਅਸੀਂ ਕਰਦੇ ਹਾਂ। ਉਹਦੇ ਵਿੱਚ ਮਾਣ ਆ ਕਿ 4 ਗੁਣਾ ਅਸੀਂ ਐਤਕੀ ਸਮਰ ਜੌਬਸ ਕ੍ਰੀਏਟ ਕੀਤੀਆਂ ਸਟੂਡੈਂਟਸ ਦੇ ਲੋਨ, ਉਹਨੂੰ ਕਿਹਾ ਵੀ 1 ਸਾਲ ਲਈ ਤੁਹਾਨੂੰ ਦੇਣਾ ਨਹੀਂ ਪਊਗਾ, ਗ੍ਰਾਂਟਸ ਅਸੀਂ ਉਹਨਾਂ ਦੀ ਯੂਨੀਵਰਸਿਟੀ 'ਚ ਪੈਸੇ ਡਬਲ ਕਰਤੇ। ਇਹ ਤਾਂ ਹੈਗੀਆਂ ਸਹੂਲਤਾਂ, ਪਰ ਜੇ ਤੁਸੀਂ ਫੈਡਰਲੀ ਦੇਖੋ ਤਾਂ ਕੋਈ ਐਜੂਕੇਸ਼ਨ ਮਿਨਿਸਟਰ ਨਹੀਂ। ਕਿਉਂ? ਕਿਉਂਕਿ ਐਜੂਕੇਸ਼ਨ ਜਿਹੜੀ ਟੋਟਲ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਸੂਬਾ ਸਰਕਾਰਾਂ ਦੀ ਹੈਗੀ ਆ। ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ, ਉਹਦੇ ਵਿੱਚ ਸਾਨੂੰ ਇੱਕ ਚੀਜ਼ ਚਾਹੀਦੀ। ਮੈਂ ਯੂਨੀਵਰਸਿਟੀ ਨਾਲ ਗੱਲ ਕੀਤੀ, ਕਿਉਂਕਿ ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਸਾਡੇ ਇੱਥੇ ਸਰੀ 'ਚ ਆ, ਦੂਸਰੀ ਸਾਈਮਨ ਫਰੇਜ਼ਰ ਹੈ। ਮੈਂ ਉਹਨਾਂ ਦੇ ਜਦੋਂ ਚਾਂਸਲਰ ਨਾਲ ਡਾਇਰੈਕਟਰਸ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਸਾਡੇ ਕੋਲ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਨੇ ਨਾ ਸੀਟਸ, ਉਹ 12 ਤੋਂ 14% ਦੱਸਦੇ ਜਾਂ 15% ਜਿਹੜੀਆਂ, ਉਹ ਕਹਿੰਦੇ ਵੀ ਇੰਨੀਆਂ ਕੁ ਅਸੀਂ ਸੀਟਸ ਜਿਹੜੀਆਂ ਉਹ ਅਸੀਂ ਰੱਖੀਆਂ ਹੋਈਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ। ਉਹ ਇਸ ਕਰਕੇ ਰੱਖੀਆਂ ਨੇ ਕਿਉਂਕਿ ਉਹ 4-5 ਗੁਣਾ ਫੀਸ ਦਿੰਦੇ ਆ, ਉਹ ਜਿਹੜੀ ਫੀਸ ਆ ਉਹ ਸਬਸਿਡਾਈਜ਼ ਕਰਦੀ ਲੋਕਲ ਸਟੂਡੈਂਟਸ ਨੂੰ। ਪਰ ਜਿਹੜੀਆਂ ਲੋਕਲ ਸੀਟਸ ਹੈਗੀਆਂ ਨੇ ਉਹ ਸਿਰਫ ਤੇ ਸਿਰਫ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਫੰਡਿੰਗ ਕਰਦੀ, ਜਿੰਨੇ ਸਪੌਟ ਉਹਨੇ ਸਪੌਟ, ਉਹਨਾਂ ਦਾ ਸਪੌਟ ਕਦੇ ਨਹੀਂ ਲਿਆ ਜਾਂਦਾ। ਸੋ ਸਾਨੂੰ ਇਹ ਚਾਹੀਦਾ, ਇਹਨਾਂ ਨੇ ਬਹੁਤ ਵਧੀਆ ਪੁਆਇੰਟ, ਉਹਦੇ ਵਿੱਚ ਮੈਂ ਵੀ ਆਊਂਗਾ ਕਿਉਂਕਿ ਮੈਂ ਵੀ ਇੱਕ ਪੇਰੈਂਟ ਵੀ ਹੈ ਨਾ। ਜੇ ਇੱਕ ਲੋਕ ਮੈਨੂੰ ਚੁਣ ਕੇ ਭੇਜਦੇ, ਇੱਕ ਮੈਂ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਵੀ ਹੋਊਗਾ, ਪਰ ਐਟ ਦੀ ਸੇਮ ਟਾਈਮ ਮੈਂ ਇੱਕ ਪੇਰੈਂਟ ਹੋਣ ਦੇ ਨਾਤੇ ਮੇਰਾ ਆਪ ਦਾ ਬੱਚਾ ਜਾਂਦਾ। ਔਰ ਇਹਨਾਂ ਨੇ ਇਹ ਵੀ ਕਿਹਾ ਵੀ ਅੱਜ ਸਾਡੇ ਬੱਚੇ ਚਲੇ ਗਏ, ਕੱਲ੍ਹ ਨੂੰ ਹੋਰ ਵੀ ਬੱਚੇ ਜਿਹੜੇ ਆਉਣੇ, ਉਹਦੇ ਲਈ ਅਸੀਂ ਰਲ ਕੇ ਜਿਹੜਾ ਵਾ ਸਾਨੂੰ ਇੱਕ ਯਤਨ ਕਰਨਾ ਚਾਹੀਦਾ। ਮਿਸਟਰ ਬਰਾੜ ਉਹਨਾਂ ਨੂੰ ਪਰਟੀਕੂਲਰਲੀ ਇੱਕ ਜਿਹੜਾ ਵਾ ਕੰਸਟਰਕਟਿਵ ਗਰੁੱਪ, ਇਹ ਨਹੀਂ ਵੀ ਐਵੇਂ ਆਪਾਂ ਰੈਲੀਆਂ ਕਰੀਏ, ਰੌਲੀ ਪਾਈ ਜਾਏ, ਉਹਦੇ ਨਾਲ ਨਹੀਂ। ਇਨਫੈਕਟ ਬਣਨੀ ਤਾਂ ਡਾਇਲੋਗ ਨਹੀਂ ਆ, ਇੱਕ ਡਾਇਲੋਗ ਸੈਟਅਪ ਕਰਨ, ਉਸ ਮੈਂ ਵੀ ਆਉਣ ਨੂੰ ਤਿਆਰ ਹਾਂ। ਸਾਡੇ ਜਿਹੜੇ ਲੋਕਲ ਸੂਬੇ ਦੇ ਮੈਂਬਰ ਆਫ ਲੈਜਿਸਲੇਚਰ ਹੈਗੇ, ਉਹਨਾਂ ਨਾਲ ਆਪਾਂ ਗੱਲ ਕਰੀਏ,
ਉਹਨਾਂ ਨਾਲ ਗੱਲ ਕਰਕੇ ਦੇਖੀਏ ਵੀ ਅਸੀਂ ਜਿਹੜੇ ਯੂਨੀਵਰਸਿਟੀ ਦੇ ਵਿੱਚ ਲੋਕਲ ਯੂਨੀਵਰਸਿਟੀ ਸਪੌਟ ਕਿਸ ਤਰੀਕੇ ਨਾਲ ਵਧਾਉਣੇ ਆ, ਔਰ ਉਹ ਜਿਹੜੀ ਫੈਡਰਲ ਗਵਰਨਮੈਂਟ ਦੀ ਲੋੜ ਹੋਏਗੀ ਉਹਦੇ ਲਈ ਅਸੀਂ ਮੈਂ ਹਮੇਸ਼ਾ ਜਿਹੜਾ ਉਹਦੇ ਨਾਲ ਸਹਿਮਤੀ ਪ੍ਰਗਟਾਊਂਗਾ ਔਰ ਕਹੂੰਗਾ ਵੀ। ਔਰ ਮੇਰਾ ਬੜਾ ਵਧੀਆ ਰਿਲੇਸ਼ਨ ਆ ਇੱਥੇ, MLA ਚਾਹੇ NDP ਦੇ ਨੇ ਮੇਰੀ ਕੰਸਟੀਚੁਐਂਸੀ ਸਾਰੇ, ਮੈਂ ਉਹਨਾਂ ਨਾਲ ਬਹੁਤ ਵਧੀਆ ਢੰਗ ਨਾਲ, ਉਹ ਵੀ ਮੇਰੇ ਨਾਲ ਜੇ ਮੈਂ ਕਾਲ ਕਰਦਾ ਤਾਂ ਐਵਰੀ ਕਾਲ ਜਿਹੜੀ ਉਹਨਾਂ ਦੀ ਰਾਈਟ ਵੇ ਆਉਂਦੀ ਜਾਂ ਮੈਨੂੰ ਉਹ ਕੋਈ ਕਰਦੇ, ਕਿਉਂਕਿ ਅਸੀਂ ਰਲ ਕੇ ਦੇਖੋ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਸਾਡੀ ਪਾਰਟੀ ਪੋਲਿਟਿਕਸ ਅੱਡ ਹੋ ਸਕਦੀ ਪਰ ਲੋਕਾਂ ਦੇ ਲਈ ਅਸੀਂ ਕੰਮ ਇਕੱਠੇ ਹੋ ਕੇ ਕਰਦੇ। ਇਸੇ ਤਰ੍ਹਾਂ ਲੋਕਲ ਮੇਅਰ ਨੇ 2-3 ਵਾਰ ਮੇਰੇ ਨਾਲ ਉਹਨਾਂ ਨੇ ਇੱਕ ਮੀਟਿੰਗਸ ਕੀਤੀਆਂ, ਜਿਹੜੀ ਆਪਾਂ ਸਕਾਈ ਟ੍ਰੇਨ ਦੇ ਲੈ ਕੇ ਆਉਣ ਲਈ ਫੰਡਿੰਗ, ਉਹ ਆ ਕੇ ਗੱਲ ਕਰਦੇ ਸੀ, ਅਸੀਂ ਉਹ ਆਵਾਜ਼ ਅੱਗੇ ਲੈ ਕੇ ਜਾਂਦੇ। ਸੋ ਇਹਦੇ ਵਿੱਚ ਅਸੀਂ ਕੀ ਕਰੀਏ ਕਿ ਅਸੀਂ ਸਪੌਟ ਜਿਹੜੇ ਨੇ ਵਾਧੂ ਕ੍ਰੀਏਟ ਕਰੀਏ। ਉਹਦੇ ਵਿੱਚ ਪਿਛਲੇ 2 ਐਗਜ਼ਾਮਪਲਾਂ ਦੇ ਸਕਦਾ ਮਿਸਟਰ ਬਰਾੜ ਨੂੰ ਔਰ ਸਾਡੇ ਸਾਰੇ ਜਿਹੜੇ ਦਰਸ਼ਕ ਆ। ਹੁਣ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਵਿੰਗ ਬਣਾਉਣਾ ਸੀ, ਇੰਜੀਨੀਅਰਿੰਗ এনवायरमेंटल ਇੰਜੀਨੀਅਰਿੰਗ ਵਿੰਗ ਬਣਾਉਣਾ ਸੀ। ਉਹ 'ਚ ਉਹਨਾਂ ਨੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕਿਹਾ ਵੀ 400 ਨਵੇਂ ਸਪੌਟ ਅਸੀਂ ਕ੍ਰੀਏਟ ਕਰਾਂਗੇ। ਉਹਦੀ ਜਿਹੜੀ ਆਨਗੋਇੰਗ ਫੰਡਿੰਗ ਆ ਉਹ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਦਿੱਤੀ, ਪਰ ਉਹਨਾਂ ਨੂੰ ਕੈਪੀਟਲ ਫੰਡਿੰਗ ਦੀ ਵੀ ਲੋੜ ਸੀ। ਉਹ ਕੈਪੀਟਲ ਜਦੋਂ ਬਿਲਡਿੰਗ ਬਣਨੀ ਸੀ, ਮੇਰੇ ਹਿਸਾਬ ਦੇ ਨਾਲ ਜਿਹੜੀ ਲੈਂਡ ਸੀਗੀ ਉਹ ਸਿਟੀ ਨੇ ਦਿੱਤੀ। $40 ਮਿਲੀਅਨ ਜਿਹੜਾ ਇਨਵੈਸਟ ਕੀਤਾ ਸੀ ਅਸੀਂ ਫੈਡਰਲ ਗਵਰਨਮੈਂਟ ਨੇ ਪਾਇਆ ਸੀ, 40 ਮਿਲੀਅਨ ਜਿਹੜਾ ਸੀ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਾ ਕੇ ਉਹ ਬਿਲਡਿੰਗ ਖੜੀ ਕੀਤੀ ਤਾਂ 400 ਨਵੇਂ ਸਪੌਟ ਬਣੇ। ਇੱਦਾਂ ਹੀ ਹੁਣ KPGU ਦੀ ਗੱਲ ਕਰੀਏ, ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ 126 ਤੇ 72 ਤੇ ਆਪਣੀ ਕੰਸਟੀਚੁਐਂਸੀ ਸਰੀ 'ਚ ਹੀ ਆ ਮੇਰੇ, ਉਹ ਉੱਥੇ ਉਹਨਾਂ ਨੇ ਸਾਤੋਂ 14-15 ਮਿਲੀਅਨ ਮੰਗੇ ਸੀਗੇ ਕਿ ਅਸੀਂ ਇੱਕ ਵਿੰਗ ਹੈਗਾ ਉਹਨੂੰ ਅਸੀਂ ਵਧਾਉਣਾ ਹੈਗਾ ਕੈਪੀਟਲ। ਸੋ ਜਿੱਥੇ ਕੈਪੀਟਲ ਇਨਵੈਸਟਮੈਂਟਸ ਦੀ ਗੱਲ ਆਈ, ਅਸੀਂ ਸੂਬੇ ਦੇ ਨਾਲ ਉਦੋਂ ਅਨਾਉਂਸਮੈਂਟ, ਮੈਂ ਹੈਰੀ ਵੈਂਸ ਉਸ ਵੇਲੇ ਸੀਗੇ ਉੱਥੇ, ਸਾਡੇ MLA ਸਤਿਕਾਰਯੋਗ, ਅਸੀਂ ਜਾ ਕੇ ਉਹ ਅਨਾਉਂਸਮੈਂਟ ਜਿਹੜੀ ਸੀਗੀ ਉਹ ਕੀਤੀ। ਹੁਣ ਮੈਂ ਵਿੰਗ ਬਣਿਆ ਦੇਖਿਆ, ਕਿਉਂਕਿ ਪਿੱਛੇ ਜੇ ਵਾਰਤਾਲਾਪ ਕੀਤਾ ਸਟੂਡੈਂਟਸ ਨਾਲ, ਉਹ ਵਿੰਗ ਬਣ ਗਿਆ, ਠੀਕ ਹੈ ਨਾ। ਉਹ ਜਦੋਂ ਅਸੀਂ ਉਹਦੇ ਨਾਲ ਸਟੂਡੈਂਟਸ ਵੀ ਵਧਣਗੇ। ਸੋ ਇਹਨਾਂ ਦਾ ਪੁਆਇੰਟ ਇਹ ਹੈਗਾ ਵੀ ਜਦੋਂ ਇਹ ਸਪੋਰਟਸ ਦੀ ਗੱਲ ਆਉਂਦੀ, ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਯੂਨੀਵਰਸਿਟੀ ਦੇ ਵਿੱਚ ਨੰਬਰ ਆਫ ਸਪੋਰਟਸ ਦੀ ਗੱਲ ਆਉਂਦੀ ਤਾਂ ਐਜੂਕੇਸ਼ਨ ਜਿਹੜੀ ਹੈਗੀ ਆ ਇਹ ਪ੍ਰੋਵਿੰਸ਼ੀਅਲ ਮਸਲਾ ਹੈਗਾ। ਉਹ ਪ੍ਰੋਵਿੰਸ਼ੀਅਲ ਮਸਲੇ ਨੂੰ ਲੈ ਕੇ ਅਸੀਂ ਜਿਹੜਾ ਇੱਕ ਸਾਰਥਕ ਤਰੀਕੇ ਨਾਲ, ਜਿਸ ਤਰ੍ਹਾਂ ਇਹ ਕੰਸਟਰਕਟਿਵ ਤਰੀਕੇ ਨਾਲ ਮਿਸਟਰ ਬਰਾੜ ਹੋਣੀ ਜਿਹੜੀ ਅਰੇਂਜ ਕਰਦੇ ਆ ਵੌਇਸ, ਇੱਦਾਂ ਆਪਾਂ MLAs ਦੇ ਨਾਲ ਬੈਠ ਕੇ ਇੱਕ ਰਾਊਂਡ ਟੇਬਲ ਕਰ ਲੈਂਦੇ ਆ। ਜੇ ਲੱਗਦਾ ਕਿ ਅਸੀਂ ਰਲ ਕੇ ਜਿਹੜਾ ਸਿਟੀ ਨਾਲ ਵੀ ਰਹੋ, ਦੇਖੋ ਨਾ, ਜੇ ਹੁਣ ਐਪਸਫੋਰਡ ਦੇ ਵਿੱਚ ਫਰੇਜ਼ਰ ਵੈਲੀ ਆ, ਸਾਨੂੰ ਐਪਸਫੋਰਡ ਸਿਟੀ ਨੂੰ ਚਾਹੀਦਾ ਵੀ ਉਹ ਹੋਰ ਥੋੜੀ ਘਣੀ ਲੈਂਡ ਦੇ ਦੇਣ, ਸੂਬਾ ਪੈਸੇ ਪਾ ਦੇਵੇ, ਅਸੀਂ ਪਾ ਦਈਏ, ਕੈਪੀਟਲ ਇਨਵੈਸਟਮੈਂਟ ਕਰਕੇ ਹੋਰ ਨਵੇਂ ਸਪੌਟ ਬੜੇ, ਯੂਨੀਵਰਸਿਟੀ ਵੱਡੀਆਂ ਹੋ ਜਾਣ। ਕਲੋਨਾ ਦੀ ਹੁਣ ਲਾ ਲਓ, UBC ਦੀ ਕੈਂਪਸ ਵੱਡੀ ਹੋ ਰਹੀ, ਇਕੱਲਾ ਇੱਥੇ ਨਹੀਂ, ਸਾਰੇ ਜਿੱਥੇ ਸਾਡੇ BC ਜਾਂ ਕੈਨੇਡਾ ਦੀਆਂ ਯੂਨੀਵਰਸਿਟੀਜ਼ ਹੈਗੀਆਂ, ਅਸੀਂ ਪਰਟੀਕੂਲਰ ਤਾਂ ਹੁਣ ਮੈਂ ਇੱਥੇ ਸਰੀ ਦਾ ਨੁਮਾਇੰਦਾ, ਸਰੀ ਦੀ ਗੱਲ ਕਰੂੰਗਾ ਤੇ ਮੈਂ ਤਿਆਰ ਹਾਂ। ਬਿਲਕੁਲ ਕਲੀਅਰ ਹੋ ਗਿਆ ਨਾ ਕਿ ਐਜੂਕੇਸ਼ਨ ਜਿਹੜੀ ਹੈ ਸਪੌਟ, ਉਹ ਜਿਹੜੀ ਪੋਸਟ ਸੈਕੰਡਰੀ ਐਜੂਕੇਸ਼ਨ ਆ ਉਹ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਿਟੀ, ਠੀਕ ਹੈ, ਬਟ ਤੁਸੀਂ ਫਿਰ ਵੀ ਸਪੋਰਟ ਕਰਨ ਲਈ ਤਿਆਰ ਹੋ। ਯੂਨੀਵਰਸਿਟੀ ਇਹ ਪੱਕਾ ਕਹਿੰਦੀ ਹੈਗੀ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਲੋਕਲ ਸਟੂਡੈਂਟਸ ਦੇ ਸਪੌਟ ਜਿਹੜੇ ਆ ਉਹ ਨਹੀਂ ਲੈਂਦੇ ਹੈਗੇ। ਇਹ ਮੈਨੂੰ ਉਹਨਾਂ ਨੇ ਦੱਸਿਆ ਵੀ ਉਹ ਇਨਫੈਕਟ 4-5 ਗੁਣਾ ਫੀਸਾਂ ਨੇ, ਜਿਹੜੀ ਉਹਨਾਂ ਦੀ ਵਾਧੂ ਫੀਸ ਆਉਂਦੀ ਆ ਉਹ ਜਿਹੜੇ ਲੋਕਲ ਸਟੂਡੈਂਟਸ ਨੇ ਉਹਨਾਂ ਦੀ ਐਜੂਕੇਸ਼ਨ ਨੂੰ ਸਬਸਿਡਾਈਜ਼ ਕਰਨ ਵਿੱਚ ਮਦਦ ਕਰਦੇ ਹੈਗੇ। ਪਰ ਮੈਂ ਵਚਨਬੱਧ ਹਾਂ ਇਹਨਾਂ ਨਾਲ ਵੀ, ਔਰ ਤੁਹਾਡੇ ਹੋਰ ਦਰਸ਼ਕਾਂ ਅੱਗੇ ਵੀ ਕੀਤਾ, ਦੱਸਿਆ ਵਾ। ਅਸੀਂ ਦੇਖੋ ਰਣਦੀਪ ਨੇ ਇੱਥੇ ਕੈਨੇਡਾ ਸੀ, ਦੂਸਰੇ ਰਲ ਕੇ ਅਸੀਂ ਜਿਹੜਾ ਸੀ ਇਹ $40 ਮਿਲੀਅਨ ਇਨਵੈਸਟ ਕੀਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ। ਮੈਨੂੰ ਲੱਗਦਾ ਵੀ ਅਸੀਂ 14 ਮਿਲੀਅਨ ਦੀ ਟੋਟਲ ਇਨਵੈਸਟਮੈਂਟ ਸੀਗੀ, ਜਿਹੜੀ ਸੀ 80 ਮਿਲੀਅਨ ਹੋ ਗਏ ਆਪਣੇ ਸੂਬੇ ਦੇ ਪਾ ਕੇ। ਇੱਥੇ ਕੁਆਂਟਮ ਪੋਲੀਟੈਕਨਿਕ ਸੀ, ਦੋਨਾਂ ਯੂਨੀਵਰਸਿਟੀ ਨੂੰ ਜਿਹੜਾ ਸੀ ਉਹ ਕੈਪੀਟਲ ਇਨਵੈਸਟਮੈਂਟ 'ਚ ਹਿੱਸਾ ਪਾਇਆ। ਬਿਲਕੁਲ। ਸੁਖ ਧਾਲੀਵਾਲ ਜੀ, ਇੱਕ ਹੋਰ ਵੈਨਕੂਵਰ ਦੇ ਵਕੀਲਾਂ ਨੇ ਮੁੱਦਾ ਚੁੱਕਿਆ। ਉਹ ਕਹਿੰਦੇ ਨੇ ਜਿਸ ਤਰੀਕੇ ਨਾਲ ਹੁਣ ਆਪਣਾ ਓਵਰਡੋਜ਼ ਇੱਕ ਬਹੁਤ ਵੱਡਾ ਮੁੱਦਾ ਹੈ, ਓਵਰਡੋਜ਼ ਅਵੇਅਰਨੈਸ ਡੇ ਵੀ ਆ ਰਿਹਾ, ਤੇ ਉਹ ਕਹਿੰਦੇ ਨੇ ਕਿ ਇਹੀ ਜਿਹੜਾ ਮੁੱਦਾ ਹੈ ਇਹ ਚੋਣ ਕੈਂਪੇਨ ਦੇ ਵਿੱਚੋਂ ਗਾਇਬ ਹੈ। ਇਲੈਕਸ਼ਨ ਦੇ ਵਿੱਚ ਕਹਿੰਦੇ ਚੋਣ ਪ੍ਰਚਾਰ ਦੇ ਵਿੱਚ ਕੋਈ ਪਾਰਟੀ ਇਸ ਮੁੱਦੇ ਨੂੰ ਟੱਚ ਹੀ ਨਹੀਂ ਕਰ ਰਹੀ। ਅਪ੍ਰੈਲ ਦਾ ਜਿਹੜਾ ਸਰਵੇ ਸੀ ਉਹਦੇ ਵਿੱਚ ਅਸੀਂ ਦੇਖਿਆ ਵੀ ਕਿੰਨੇ ਸਾਰੇ ਬੱਚੇ ਜਿਹੜੇ ਨੇ ਉਹਨੇ ਸ਼ਾਇਦ ਕੋਵਿਡ ਨਾਲ ਡੈਥ ਨਹੀਂ ਹੋਈਆਂ, ਕਿਸੇ ਹੋਰ ਹਾਦਸੇ ਨਾਲ ਨਹੀਂ ਹੋਈਆਂ, ਜਿਹੜੀਆਂ ਓਵਰਡੋਜ਼ ਨਾਲ ਹੋਈਆਂ। ਸੋ ਇਹ ਮੁੱਦਾ ਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣ ਰਿਹਾ, ਕਿਉਂ ਨਹੀਂ ਚੁੱਕਿਆ ਜਾ ਰਿਹਾ? ਦੇਖੋ, ਇੱਕ ਬੜਾ ਗੰਭੀਰ ਮਸਲਾ ਹੈਗਾ ਜਿਹੜਾ ਤੁਸੀਂ ਕਿਹਾ ਹੈਗਾ ਜੀ, ਔਰ ਇਹਦੇ ਤੇ ਕੰਟੀਨਿਊਡ ਵਰਕ ਕਰਨ ਦੀ ਜ਼ਰੂਰਤ ਹੈ। ਉਹਦੇ ਵਿੱਚ ਸਾਡੀ ਪੁਲਿਸ ਜਿਹੜੀ ਆ ਉਹ ਬੜਾ ਵਧੀਆ ਕੰਮ ਕਰਦੀ, ਸਾਡੇ ਹੈਲਥ ਆਰਗੇਨਾਈਜੇਸ਼ਨ ਜਿਹੜੀਆਂ ਨੇ, ਮੈਂ ਦੇਖ ਰਿਹਾ ਕਿਉਂਕਿ ਮੈਨੂੰ ਮੌਕਾ ਮਿਲਿਆ ਇਹਨਾਂ ਨਾਲ। ਹੋਮਲੈਸਨੈਸ ਸੀਗੀ ਅੱਗੇ, ਜਿਹੜੇ ਕਿੰਗ ਜੋਰਜ ਤੋਂ ਅਗਲੀ ਸਟਰੀਟ ਸੀਗੀ, ਮੈਨੂੰ 134 ਜਾਂ ਜੋ ਵੀ, ਉਹਦੇ ਉੱਤੇ ਪਹਿਲਾਂ ਤੰਬੂ ਲੱਗੇ ਸੀਗੇ, ਉੱਥੇ ਫਿਰ ਜਿਹੜੀ ਸੀ ਉਹ ਹਾਊਸਿੰਗ ਬਣਾਏ ਗਏ, ਉਹਨਾਂ ਦੇ ਯੂਨਿਟ ਉੱਥੇ ਮੂਵ ਕੀਤੇ ਗਏ। ਤੇ ਜਦੋਂ ਓਵਰਡੋਜ਼ ਦੀ ਗੱਲ ਆਉਂਦੀ ਨਾ,
ਉਹਦੇ ਵਿੱਚ ਅਸੀਂ ਕਿਹਾ ਸੀ ਫੈਡਰਲੀ ਮਦਦ ਕੀਤੀ ਵੀ ਜਿਹੜੀਆਂ ਸੇਫ ਇੰਜੈਕਸ਼ਨ ਸਾਈਟਸ ਹੋਣੀਆਂ ਚਾਹੀਦੀਆਂ, ਔਰ ਉਹਦੀ ਮੁਖਾਲਫਤ ਕਿਹਨੇ ਕੀਤੀ? ਕੰਜ਼ਰਵੇਟਿਵ ਨੇ। ਉਹ ਕਹਿੰਦੇ ਨਹੀਂ, ਜੇ ਤੁਹਾਡੇ ਕੋਲ ਸੇਫ ਇੰਜੈਕਸ਼ਨ ਸਾਈਟਸ ਹੈਗੀਆਂ ਨੇ, ਕੰਜੰਪਸ਼ਨ ਜਿੱਥੇ ਜੇ ਕੋਈ ਕਿਸ ਆਦੀ ਹੈਗਾ ਉਹਨੂੰ ਕੱਢਣਾ ਵਾ, ਉਹ ਆਰਗੇਨਾਈਜੇਸ਼ਨ ਦੀ ਅਸੀਂ ਮਦਦ ਕਰ ਰਹੇ ਹਾਂ, ਔਰ ਨਾਲ ਹੀ ਉਹਨਾਂ ਨੂੰ ਐਟਲੀਸਟ ਜੇ ਉਹ ਪ੍ਰੋਫੈਸ਼ਨਲ ਕੋ ਜਾਣਗੇ ਉੱਥੇ, ਉਹਦੇ ਨਾਲ ਕੰਟਰੋਲਡ ਤਾਂ ਜਿਹੜਾ ਰਹੂਗਾ, ਤਾਂ ਕਿ ਜਿਹੜੀਆਂ ਡੈਥਸ ਹੁੰਦੀਆਂ। ਸੋ ਉਹਦੇ ਉੱਤੇ ਉਦੋਂ ਸਾਡੀ ਜਿਹੜੀ ਫੈਡਰਲ ਗਵਰਨਮੈਂਟ ਦੇ ਰਿਸੋਰਸਿਸ ਹੈਗੇ ਆ, ਉਹ ਅਸੀਂ ਉਹਦੇ ਵਿੱਚ ਆਲਰੇਡੀ ਪਾਏ ਹੈਗੇ ਆ, ਕਿਹਾ ਵੀ ਇੱਧਰ ਨੂੰ ਤਵੱਜੋ ਦਿੱਤੀ, ਕਿਉਂਕਿ ਪ੍ਰੀਵੈਂਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਪ੍ਰੀਵੈਂਸ਼ਨ ਜਿਹੜੀ ਹੈਗੀ ਆ ਡਰੱਗਸ ਦੇ ਵਿੱਚ ਆਉਣ ਤੋਂ ਪਹਿਲਾਂ ਜੇ ਹੋਵੇ, ਇਨਫੈਕਟ ਉਹ ਬੜੀਆਂ 2 ਸਟਾਰਕ ਚੋਇਸ ਹੈਗੀਆਂ। ਉਹਦੇ ਵਿੱਚ NDP ਸਾਡੀ ਸਪੋਰਟ ਕਰਦੀ ਸੀ, ਪਰ ਕੰਜ਼ਰਵੇਟਿਵ ਕਹਿੰਦੀ ਸੀ ਵੀ ਸੇਫ ਇੰਜੈਕਸ਼ਨ ਸਾਈਟ ਹੁਣ ਦੇਖੋ ਸਰੀ ਦੇ ਵਿੱਚ ਬਣੀ ਆ, ਕੋਈ ਕੱਲ ਨਹੀਂ ਅੱਗੇ ਵੈਨਕੂਵਰ ਈਸਟ ਸਾਈਡ ਤੇ ਸੀਗੀ, ਬਹੁਤ ਸਾਰੇ ਲੋਕ ਐਵਰੀ ਡੇ ਆ ਕੇ ਉਹਦਾ ਜਿਹੜਾ ਸੀਗਾ ਫਾਇਦਾ ਉਹ ਲੈ ਰਹੇ ਸੀ ਤੇ ਹੈਲਪ ਜਿਹੜੀ ਸੀ ਉਹ ਹੋ ਰਹੀ ਸੀ। ਬਿਲਕੁਲ। ਸੋ ਦੂਜੀ ਚੀਜ਼ ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਜਦੋਂ ਚੋਣ ਪ੍ਰਚਾਰ ਲਈ ਨਿਕਲ ਰਹੇ ਨੇ, ਸਪੈਸ਼ਲੀ ਅਸੀਂ ਵੀਕਐਂਡ ਦੇ ਉੱਤੇ ਦੇਖੀਏ ਜੀ, ਸੈਟਰਡੇ ਸੰਡੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਿਹਦੇ ਵਿੱਚ ਅਫਗਾਨਿਸਤਾਨ ਇੱਕ ਵੱਡਾ ਮੁੱਦਾ ਹੈ, ਮਾਸਕ ਪਾਉਣ ਦੀ ਖਿਲਾਫਤ, ਵੈਕਸੀਨੇਸ਼ਨ ਜਿਹੜੀ ਹੈ ਉਹਨੂੰ ਮੈਂਡੇਟ ਕਰਨਾ। ਸੋ ਇਹ ਬਹੁਤ ਤਰ੍ਹਾਂ ਦੇ ਇਸ਼ੂ ਹੈ ਜਿਨ੍ਹਾਂ ਦੇ ਉੱਤੇ ਖਿਲਾਫਤ ਕੀਤੀ ਜਾ ਰਹੀ, ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ। ਜਸਟਿਨ ਟਰੂਡੋ ਨੂੰ ਇੱਥੋਂ ਤੱਕ ਕਿ ਆਪਣੀ ਕਾਨਫਰੰਸ ਜਿਹੜੀ ਹੈ ਉਹ ਕੈਂਸਲ ਕਰਨੀ ਪਈ। ਸ਼ੁਰੂਆਤੀ ਦੌਰ ਦੇ ਵਿੱਚ ਇਹ ਵਿਰੋਧ ਸਾਹਮਣੇ ਨਹੀਂ ਆ ਰਿਹਾ ਸੀ, ਸ਼ੁਰੂਆਤੀ ਦੌਰ ਦੇ ਵਿੱਚ ਗੇਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਡੇ ਪਾਲੇ ਦੇ ਵਿੱਚ ਸੀਗੀ, ਲਿਬਰਲ ਪਾਰਟੀ ਵੱਲ ਨੂੰ ਸੀਗੀ, ਪਰ ਹੁਣ ਗੇਂਦ ਉਲਟ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੀ ਹੈ। ਜੇ ਫੇਵਰਟਿਜ਼ਮ ਦੀ ਗੱਲ ਕਰ ਲਈਏ, ਜੇ ਸਰਵੇ ਹੋ ਰਹੇ ਨੇ, ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਜਸਟਿਨ ਟਰੂਡੋ ਪਹਿਲਾਂ ਅੱਗੇ ਸੀਗੇ, ਪਰ ਹੁਣ ਜਿਹੜਾ ਲੋਕ ਨੇ ਸਪੈਸ਼ਲੀ ਯੰਗ ਜਨਰੇਸ਼ਨ ਵੋਟਿੰਗ ਦੇ ਵਿੱਚ ਵੀ ਕਹਿੰਦੇ ਪਿੱਛੇ ਹੀ ਰਹਿ ਰਹੀ ਹੈ, ਇਸ ਵਾਰ ਘੱਟ ਦਿਖਾਈ ਦੇ ਰਹੀ ਹੈ, ਜ਼ਿਆਦਾ ਨਹੀਂ ਅੱਗੇ ਆ ਰਹੀ। ਔਰ ਜੇ ਯੰਗ ਜਨਰੇਸ਼ਨ ਦੇ ਸਰਵੇ ਹੋ ਵੀ ਰਹੇ ਨੇ ਤਾਂ ਉਹ ਜ਼ਿਆਦਾ ਕੰਜ਼ਰਵੇਟਿਵ ਦੇ ਨਾਲ ਜਾਂ ਜਗਮੀਤ ਸਿੰਘ ਹੋਰਾਂ ਦੇ ਨਾਲ ਜਾ ਰਹੇ ਨੇ। ਸੋ ਇਹ ਕਿੱਥੇ ਕਮੀਆਂ ਰਹਿ ਰਹੀਆਂ ਨੇ? ਦੇਖੋ ਕਮੀ ਕੋਈ ਨਹੀਂ, ਪਰ ਸਿਰਫ ਇੱਕ ਹੈਗਾ, ਕਿਉਂਕਿ ਕਈ ਚੀਜ਼ਾਂ ਸਾਡੀ ਜਿਹੜੀ ਹੈ ਨਾ ਉਹ ਅਵੇਅਰਨੈਸ ਨਹੀਂ ਹੈਗੀ। ਹੁਣ ਸਾਡਾ ਜਿਹੜਾ ਮੇਨ ਫੋਕਸ ਹੈਗਾ, ਤੁਸੀਂ ਹੁਣ ਮਾਸਕ ਦੀ ਗੱਲ ਕੀਤੀ, ਕੋਵਿਡ ਦੀ ਗੱਲ ਕੀਤੀ, ਕਿਉਂਕਿ ਦੇਖੋ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨ ਜਿਹੜੇ ਨੇ, ਅਸੀਂ ਸਾਰਿਆਂ ਨੂੰ ਪਹਿਲਾਂ ਕੀ ਕੀਤਾ, ਸਾਰਿਆਂ ਨੂੰ ਵੱਡੀ ਤਵੱਜੋ ਦਿੱਤੀ ਵੀ ਕੈਨੇਡੀਅਨ ਜਿਹੜੇ ਨੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਾਡੇ ਲਈ ਸਾਰਿਆਂ ਨਾਲੋਂ ਜ਼ਰੂਰੀ ਹੈਗੀ, ਠੀਕ ਹੈ ਨਾ। ਹੁਣ ਜਦੋਂ ਅੰਕੜੇ ਸ਼ੋਅ ਕਰਦੇ ਆ ਵੀ ਜੇ ਵੈਕਸੀਨੇਸ਼ਨ ਲੱਗੀ ਆ ਤਾਂ ਤੁਹਾਡੇ ਕੋਵਿਡ ਹੋਣ ਦੇ ਤੁਹਾਨੂੰ ਘੱਟ ਚਾਂਸ ਹੈ। ਸੋ ਅਸੀਂ ਇਨਕਰੇਜ ਕਰ ਰਹੇ ਸੀ ਲੋਕਾਂ ਨੂੰ। ਦੇਖੋ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਵੈਕਸੀਨੇਸ਼ਨ ਦੀਆਂ ਡੋਜ਼ਸ ਲਿਆ ਕੇ, ਜੇ ਹੁਣ ਨਹੀਂ ਕੋਈ ਲਵਾਉਂਦਾ ਇਹ ਤਾਂ ਉਹਨਾਂ ਦੀ ਮਰਜ਼ੀ ਹੈਗੀ ਨਾ, ਠੀਕ ਹੈ ਨਾ। ਜੇ ਹੁਣ ਮਾਸਕ ਸਾਨੂੰ ਜਿਹੜੀਆਂ ਉਹ ਸੂਬੇ ਦੇ, ਦੇਖੋ ਉਹਦੇ ਵਿੱਚ ਜਸਟਿਨ ਟਰੂਡੋ ਦਾ ਤਾਂ ਅਨਾਉਂਸ ਨਹੀਂ ਕਰਦੇ ਵੀ ਮਾਸਕ ਪਾਓ, ਠੀਕ ਹੈ ਨਾ, ਜਸਟਿਨ ਟਰੂਡੋ ਤਾਂ ਫੋਲੋ ਕਰਦੇ ਆ। ਫੈਸਲਾ ਕੌਣ ਕਰਦਾ? ਜਿਹੜਾ ਚੀਫ ਮੈਡੀਕਲ ਆਫਿਸਰ ਆ। ਹੁਣ BC ਦੇ ਵਿੱਚ ਜਿਹੜਾ ਵਾ ਉਹ ਅੱਡ ਆ, ਅਲਬਰਟਾ 'ਚ ਅੱਡ ਆ, ਸਸਕੈਚੁਅਨ ਛੋਰ ਨੇ, ਹਰ ਥਾਂ ਤੇ ਅੱਡੋ ਅੱਡ ਗਾਈਡਲਾਈਨਸ ਨੇ, ਔਰ ਉਹਨੂੰ ਸੂਬਿਆਂ ਦੇ ਜਿਹੜੇ ਨੇ ਚੀਫ ਮੈਡੀਕਲ ਆਫਿਸਰ, ਸਾਡੇ ਹੁਣ ਡਾਕਟਰ ਪਵਨੀ ਹੈਨਰੀ ਨੇ, ਕਦੇ ਉਹ ਕਹਿੰਦੇ ਨੇ ਵੀ ਮਾਸਕ ਪਾਉਣੀਆਂ ਚਾਹੀਦੀਆਂ ਨੇ, ਕਦੇ ਕਹਿੰਦੇ ਨੇ ਮਾਸਕ ਤੋਂ ਬਿਨਾਂ ਸਰ ਜੂਗਾ, ਤੇ ਅਸੀਂ ਕੀ ਕਰਦੇ ਹੈਗੇ ਆ, ਅਸੀਂ ਉਸੇ ਚੀਜ਼ ਨੂੰ ਫੋਲੋ ਕਰਦੇ ਹਾਂ ਕਿ ਨਹੀਂ ਕਰਦੇ? ਕਿਉਂ? ਕਿਉਂਕਿ ਉਹ ਜਿਹੜੀ ਐਡਵਾਈਸ ਆ ਉਹ ਪੋਲੀਟੀਕਲ ਐਡਵਾਈਸ ਨਹੀਂ ਗੀ, ਉਹ ਇੱਕ ਪ੍ਰੋਫੈਸ਼ਨਲ ਐਡਵਾਈਸ ਹੈਗੀ। ਸੋ ਜੇ ਅਸੀਂ ਉਹ ਪ੍ਰੋਫੈਸ਼ਨਲ ਐਡਵਾਈਸ ਜਸਟਿਨ ਟਰੂਡੋ ਵੀ ਫੋਲੋ ਕਰ ਰਹੇ, ਮੈਂ ਵੀ ਕਰ ਰਿਹਾ, ਮੇਰਾ ਪਰਿਵਾਰ ਨੇ ਵੀ ਕੀਤਾ, ਔਰ ਬਹੁਤ ਸਾਰੇ ਤੁਹਾਡੇ ਜਦੋਂ ਦੇਖਦੇ ਆ 84% ਤੋਂ ਉੱਤੇ ਲੋਕ ਆ ਉਹਨਾਂ ਨੇ ਸਿੰਗਲ ਡੋਜ਼ ਲਵਾ ਚੁੱਕੇ ਆ, 73% ਤੋਂ ਉੱਤੇ ਲੋਕ ਜਿਹੜੇ ਆ ਫੁੱਲੀ ਵੈਕਸੀਨੇਟਡ ਹੈਗੇ। ਮੈਂ ਤਾਂ ਇਨਕਰੇਜ ਕਰਦਾ ਜਿਹੜੇ ਲੋਕਾਂ ਨੇ ਨਹੀਂ ਲਵਾਈ, ਪਲੀਜ਼ ਜਾ ਕੇ ਛੇਤੀ ਤੋਂ ਛੇਤੀ ਵੈਕਸੀਨੇਸ਼ਨ ਲਵਾਓ। ਉਸ ਤੇ ਅਸੀਂ ਫਾਰਮ ਆ, ਅਸੀਂ ਰੈਲੀ ਦੇਖੋ, ਨਾ ਜਸਟਿਨ ਟਰੂਡੋ ਨੇ ਬੈਕ ਆਊਟ ਹੋਣਾ ਉਸ ਤੋਂ, ਨਾ ਮੈਂ ਹੋਣਾ ਵੀ ਜਿਹੜੀ ਵੈਕਸੀਨ, ਕਿਉਂਕਿ ਸਾਡਾ ਮੇਰਾ ਫੋਕਸ ਇਹ ਹੈਗਾ ਕਿ ਮੇਰੇ ਕੰਸਟੀਟੂਐਂਟਸ ਜਿਹੜੇ ਨੇ ਉਹ ਉਹਨਾਂ ਦੀ ਹੈਲਥ ਜਿਹੜੀ ਆ, ਸੇਫਟੀ ਬੜੀ ਇੰਪੋਰਟੈਂਟ ਹੈਗੀ। ਉਹਦੇ ਵਿੱਚ ਜੇਕਰ ਕੋਈ ਆ ਕੇ ਵਿਘਨ ਪਾਉਂਦਾ ਤੇ ਸਾਨੂੰ ਹਰ ਸਟੈਪ ਜਿਹੜਾ ਉਹ ਲੈ ਕੇ ਆਉਣਾ ਪੈਣਾ ਕਿ ਅਸੀਂ ਉਹਨਾਂ ਦੀ ਸੇਫਟੀ ਜਿਹੜੀ ਹੈਗੀ ਆ, ਹੈਲਥ ਐਂਡ ਸੇਫਟੀ, ਉਹਨੂੰ ਬਰਕਰਾਰ ਰੱਖ ਸਕੀਏ। ਐਡੀ ਵੱਡੀ ਤਾਦਾਦ ਦੇ ਵਿੱਚ ਜੇ 75% ਤੋਂ ਉੱਤੇ ਲੋਕ ਫੁੱਲੀ ਵੈਕਸੀਨੇਟਡ ਨੇ, 85 ਤੋਂ ਉੱਤੇ ਲੋਕ ਆਲਮੋਸਟ ਜਿਹੜੇ ਨੇ ਸਿੰਗਲ ਡੋਜ਼ ਲਵਾ ਚੁੱਕੇ ਆ ਐਲੀਜੀਬਲ, ਤੇ ਅਸੀਂ ਕਿਉਂ ਜਿਹੜੇ ਥੋੜਾ ਜਿਹਾ ਸਮਾਲ ਗਰੁੱਪ ਆਫ ਪੀਪਲ ਜਿਹੜੇ ਨਹੀਂ ਚਾਹੁੰਦੇ ਵੀ ਅਸੀਂ ਮਾਸਕ ਨਹੀਂ ਪਾਉਣੀਆਂ, ਅਸੀਂ ਵੈਕਸੀਨੇਸ਼ਨ ਨਹੀਂ ਲਵਾਉਣੀ, ਵਾਈ ਵੀ ਆਰ ਸਟੈਂਡਿੰਗ ਇਨ ਦਾ ਵੇ ਆਫ ਪੀਪਲ ਜਿਨ੍ਹਾਂ ਨੂੰ ਇਸ ਵੇਲੇ ਜ਼ਰੂਰਤ ਹੈ। ਉਹਦੇ ਉੱਤੇ ਅਸੀਂ ਕਿਹਾ, ਫਿਰ ਅਸੀਂ ਸੂਬਿਆਂ ਨੂੰ ਕਿਹਾ ਵੀ ਦੇਖੋ ਜੇ ਪਾਸਪੋਰਟ ਲੈ ਕੇ ਆਉਣੇ ਆ, ਅਸੀਂ ਤਾਂ ਜੇ ਫੈਡਰਲ ਗਵਰਨਮੈਂਟ ਨੇ ਕਹਿ ਦਿੱਤਾ ਵੀ ਹਰੇਕ ਸੂਬਾ ਆਪੋ ਆਪਣੀ ਜਿਸ ਤਰੀਕੇ ਨਾਲ ਉਹ ਚਾਹੁੰਦਾ ਇੰਪਲੀਮੈਂਟ ਕਰਨੀ ਉਹ ਕਰੇ, ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ। ਦੇਖੋ ਸਾਡਾ ਫਰਜ਼ ਹੈ ਜੇ ਫੈਡਰਲ ਗਵਰਨਮੈਂਟ ਕੀ ਹੈਗਾ ਕਿ ਜਿਸ ਤਰੀਕੇ ਨਾਲ ਪ੍ਰੋਵਿੰਸ਼ੀਅਲ ਹੈਲਥ ਆਫਿਸਰ
ਸੂਬਿਆਂ ਦੇ ਪ੍ਰੀਮੀਅਰ ਡਿਸੀਜਨ ਕਰਨਗੇ ਜੀ ਵੀ ਕਿਹੋ ਜਿਹਾ ਉਹਨਾਂ ਨੇ ਉਹ ਜਿਹੜਾ ਵੈਕਸੀਨੇਸ਼ਨ ਸਰਟੀਫਿਕੇਟ ਜਾਂ ਬਿਲਕੁਲ, ਪਾਸਪੋਰਟ ਜਾਂ ਹਾਂਜੀ। ਕੁਛ ਵੀ ਲੈ ਕੇ ਆਉਣਾ, ਅਸੀਂ ਉਹਨਾਂ ਦੇ ਵਿੱਚ ਰਿਸੋਰਸ ਪਾਵਾਂਗੇ। ਕਿਉਂ ਪਾਉਣੇ ਆ? ਕਿਉਂਕਿ ਦੇਖੋ ਹੁਣ ਜੇ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਪਈ, ਉਹ ਲੋਕਾਂ ਦੀ ਸਹੂਲਤ ਲਈ। ਆਰਸੀਐਮਪੀ ਵੀ ਇਸ ਵੈਕਸੀਨ ਪਾਸਪੋਰਟ ਤੋਂ ਬਹੁਤ ਚਿੰਤਾ ਦੇ ਵਿੱਚ ਹੈ। ਉਹ ਦੇਖੋ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਵੀ ਕੱਲ ਨੂੰ ਹੁਣ ਵੈਕਸੀਨੇਸ਼ਨ ਪਾਸਪੋਰਟ ਜਿਹੜੇ ਲੈ ਕੇ ਆਉਂਦੇ, ਕਿਉਂਕਿ ਲੋਕਾਂ ਨੇ ਲੰਘਣਾ ਜਿਹਨੇ ਕਰਨੀ ਆ ਉਹਨੂੰ ਇਵੈਂਚੁਅਲੀ ਜਿਹੜਾ ਵਾ ਜੇ ਉਹਨੂੰ ਇੰਪਲੀਮੈਂਟ ਕਿਹਨੇ ਕਰਨਾ। ਜੇ ਹੁਣ ਸਿਟੀ ਬਾਇਲਾ ਬਣਾਉਂਦੀ ਆ ਤਾਂ ਸਿਟੀ ਬਾਇਲਾ ਆਫੀਸਰ ਹੋਊਗਾ। ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਫੈਡਰਲ ਗਵਰਨਮੈਂਟ ਕੋਈ ਲੈ ਕੇ ਆਉਂਦੀ ਤਾਂ ਉਹਦੇ ਵਿੱਚ ਜਿਹੜੀ ਆ। ਸੋ ਦੇਖੋ ਚਿੰਤਤ ਜ਼ਰੂਰ ਨੇ, ਪਰ ਸਾਨੂੰ ਲੋਕਾਂ ਦੀ ਇਸ ਵੇਲੇ ਸਾਰਿਆਂ ਨਾਲੋਂ ਮਹੱਤਵਪੂਰਨ, ਤੁਸੀਂ ਮੈਨੂੰ ਦੱਸੋ ਸ਼ਾਇਰੀ, ਤੁਹਾਡਾ ਇੱਕ ਇੱਕ ਕਲਰ ਇਹ ਕਹੂਗਾ, ਕਿਸੇ ਨੂੰ ਪੁੱਛ ਲਓ ਉਹ ਇਹ ਕਹਿਣਗੇ ਵੀ ਸਾਰਿਆਂ ਨਾਲੋਂ ਜ਼ਰੂਰੀ ਪਿਛਲੇ 2 ਸਾਲਾਂ 'ਚ ਕੀ ਸੀ? ਆਪਦੀ ਜਾਨ, ਬਿਲਕੁਲ, ਆਪਦੀ ਸਿਹਤ, ਆਪਦੇ ਪਰਿਵਾਰ ਦੀ ਸਿਹਤ, ਸਾਡੀ ਕਮਿਊਨਿਟੀ ਦੀ, ਸਾਡੇ ਫਿਰ ਸ਼ਹਿਰ ਦੀ, ਫਿਰ ਸਾਡੇ ਸੂਬੇ ਦੀ, ਪ੍ਰੀਮੀਅਰਾਂ ਨੂੰ ਹੋ ਤੇ ਪ੍ਰਧਾਨ ਮੰਤਰੀ ਨੂੰ ਕੀ ਸੀਗਾ ਜਦੋਂ ਜਸਟਿਨ ਟਰੂਡੋ, ਉਹਨਾਂ ਨੂੰ ਸੀ ਕਿ ਸਾਰੇ ਕੈਨੇਡਾ ਦੀ। ਸੋ ਜਦੋਂ ਉਹਨਾਂ ਦੀ ਸਿਹਤ ਦੇ ਪ੍ਰਤੀ ਅਸੀਂ ਫਿਕਰਮੰਦ ਹੈਗੇ ਆ ਤੇ ਸਾਨੂੰ ਕੋਈ ਇਹ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਇਨਕਰੇਜ ਕਰਨਾ ਚਾਹੀਦਾ ਆਪਦੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ ਵੀ ਭਾਈ ਜਾ ਕੇ ਲਵਾਓ। ਇੱਕ ਮੇਰੇ ਬਹੁਤ ਵਧੀਆ ਇੱਥੇ ਪਰਿਵਾਰ ਆ, ਮੈਂ ਨਾਂ ਨਹੀਂ ਲੈਣਾ, ਬਹੁਤ ਹੀ ਇੰਨਾ ਮਤਲਬ ਮੇਰੇ ਸਪੋਰਟਰ ਨੇ ਔਰ ਰੱਬ ਰੂਪ ਬੰਦੇ ਨੇ, ਮਤਲਬ ਵਧੀਆ ਇਨਸਾਨ ਨੇ। ਕਮਿਊਨਿਟੀ ਦੇ ਵਿੱਚ ਬਹੁਤ ਉਹਨਾਂ ਦਾ ਕਾਰੋਬਾਰ ਵੀ ਆ, ਇੱਕ ਮਤਲਬ ਵੱਡਾ ਟੱਬਰ ਕਰਕੇ ਉਹਨਾਂ ਦਾ ਮਤਲਬ ਦਬਦਬਾ ਵੀ ਜਿੱਦਾਂ ਹੁੰਦਾ ਮਤਲਬ ਪੂਰਾ ਹੈਗਾ। ਔਰ ਉਹਦੇ ਵਿੱਚ 2 ਬੱਚਿਆਂ ਨੇ ਨਹੀਂ ਵੈਕਸੀਨੇਸ਼ਨ ਲਵਾਈ ਸੀ, ਠੀਕ ਹੈ ਨਾ। ਇੱਕ ਬੱਚਾ ਕਿਤੇ ਬਾਹਰ ਚਲੇ ਗਿਆ ਸ਼ਹਿਰ ਤੋਂ, ਉਹ ਵਾਪਸ ਆਇਆ, ਹਜੇ ਉਹ 25 ਸਾਲ ਦਾ ਉਮਰ, ਠੀਕ ਹੈ ਨਾ। ਉਹਨਾਂ ਨੂੰ ਆਉਂਦੇ ਇੱਥੇ ਕੋਵਿਡ ਹੋ ਗਿਆ, ਆ ਹੁਣ ਥੋੜੀ ਦੇਰ ਦੀ ਗੱਲ ਹੈਗੀ। ਤੇ ਹੁਣ ਫਿਰ ਜਦੋਂ ਕੋਵਿਡ ਹੁੰਦਾ ਮਾਂ ਪਿਓ ਤਾਂ ਵਰੀਡ ਹੁੰਦਾ ਹੀ ਆ ਨਾ, ਠੀਕ ਹੈ ਨਾ। ਹੁਣ ਉਹ ਬੱਚੇ ਜਿਹੜੇ ਸੀ ਬਾਕੀ ਸਾਰੀ ਫੈਮਿਲੀ ਨੇ ਲਵਾਈ ਹੋਈ ਆ। ਉਹ ਦੇਖੋ 2 ਬੱਚੇ ਰਹੇ, ਹੁਣ ਦੂਜਾ ਬੱਚਾ ਇੱਕ ਮੈਨੂੰ ਮਿਲਿਆ ਉਹਨਾਂ ਦਾ ਜਿਹਨੇ ਨਹੀਂ ਲਵਾਈ ਸੀ, ਉਹ ਮੈਨੂੰ ਉੱਤੇ ਕਹਿੰਦਾ ਅੰਕਲ ਮੈਂ ਵੀ ਅੱਜ ਚੱਲਿਆ ਵੈਕਸੀਨੇਸ਼ਨ ਲਵਾਉਣ। ਮੈਂ ਕਿਹਾ ਦੈਟਸ ਗੁੱਡ, ਐਕਸਲੈਂਟ, ਬਤਾ ਇਨਕਰੇਜ ਕੀਤਾ ਉਹਨੂੰ। ਮੈਂ ਕਿਹਾ ਇਹ ਬੇਟੇ ਬਹੁਤ ਵਧੀਆ ਕੰਮ ਕਰ ਰਿਹਾ। ਕਿਉਂ? ਕਿਉਂਕਿ ਸਾਨੂੰ ਇਨਕਰੇਜ ਕਰਨਾ ਪੈਣਾ ਹੈਗਾ। ਜਿਹੜੇ ਬੱਚੇ ਜਿਹੜੇ ਪਾਰਟਿਕੂਲਰਲੀ ਤੁਸੀਂ ਯੰਗ ਪੀਪਲ ਗੱਲ ਕੀਤੀ ਹੈਗੀ, ਉਹਨਾਂ ਨੂੰ ਇਨਕਰੇਜ ਕਰਨਾ ਪੈਣਾ। ਇਹ ਯੰਗ ਪੀਪਲ ਦੀ ਐਗਜ਼ਾਮਪਲ ਹੀ ਦੇ ਰਿਹਾ, ਔਰ ਬਹੁਤ ਵਧੀਆ ਪਰਿਵਾਰ ਆ, ਬੱਚੇ ਵੀ ਇੰਨੇ ਚੰਗੇ ਆ, ਡਾਊਨ ਟੂ ਅਰਥ ਨੇ। ਮਤਲਬ ਜੇ ਮੈਂ ਮਤਲਬ ਜਿਹੜੇ ਵੀ ਬੰਦੇ ਉਹ ਪਰਿਵਾਰ ਨਾਲ ਵਰਤਦੇ ਨੇ, ਜਿੱਥੇ ਰੱਬ ਰੂਪ ਮਤਲਬ ਪਰਿਵਾਰ ਆ, ਰੱਬ ਦੀ ਗੱਲ ਕਰਨੀ, ਰਿਲੀਜੀਅਸ ਉਹਨਾਂ ਦਾ ਬਲੀਫ ਆ, ਕੰਮ ਦੇ ਵਿੱਚ ਮਿਹਨਤ ਦੇ ਵਿੱਚ ਉਹਨਾਂ ਨੇ ਨਹੀਂ ਕਸਰ ਛੱਡੀ ਇੱਥੇ ਆ ਕੇ, ਔਰ ਫੈਮਿਲੀ ਦਾ ਸੋਤਾ ਇਕੱਠੇ ਰਹਿਣਾ। ਉਹ ਬੱਚੇ ਜਿਹੜੇ ਸੀ 2 ਉਹ ਕਹਿੰਦੇ ਨਹੀਂ ਅਸੀਂ ਨਹੀਂ ਲਵਾਉਣੀ, ਪਰ ਇਵੈਂਚੁਅਲੀ ਜਦੋਂ ਇੱਕ ਨੂੰ ਹੋ ਗਿਆ, ਠੀਕ ਹੈ ਨਾ, ਹੁਣ ਇੱਕ ਰਹਿ ਗਿਆ ਬੱਚਾ, ਉਹਨੂੰ ਕਹਿੰਦਾ ਨਹੀਂ ਮੈਂ ਤਾਂ ਅੰਕਲ ਚੱਲਿਆ ਅੱਜ ਲਵਾਉਣ। ਮੈਂ ਕਿਹਾ ਠੀਕ ਹੈ ਬੇਟੇ। ਸੋ ਇਸ ਕਰਕੇ ਜੇ ਲੱਗਦਾ ਨਾ ਕੋਈ ਤੁਹਾਨੂੰ ਹੈ ਸ਼ਰੀਰ, ਦੇਖੋ ਮੀਡੀਆ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਅਸੀਂ ਤਾਂ ਓਨਲੀ ਆਈ ਕੈਨ ਟੈਲ ਸੋ ਮੈਨੀ ਪੀਪਲ। ਸੁਖ ਧਾਲੀਵਾਲ ਜੀ, ਮੀਡੀਆ ਦਾ ਰੋਲ ਨਿਭਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਆਪਣੀ ਕੰਪਲੀਟ ਕਰਨੀ ਪਈ, ਕਿਉਂਕਿ ਅਸੀਂ ਵੀ ਆਪਣਾ ਕੰਮ ਨਹੀਂ ਰੋਕਣਾ ਚਾਹੁੰਦੇ ਸੀ। ਸਪੈਸ਼ਲੀ ਜਦੋਂ ਇਸ ਪਲੇਟਫਾਰਮ ਤੇ ਬੈਠ ਕੇ ਅਸੀਂ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਹਰ ਤਰ੍ਹਾਂ ਦੀ ਅਪਡੇਟਸ ਦੇਣੀਆਂ ਹੁੰਦੀਆਂ, ਸੋ ਅਸੀਂ ਵੀ ਬਿਮਾਰ ਪੈਣਾ ਅਫੋਰਡ ਨਹੀਂ ਕਰ ਸਕਦੇ ਸੀ। ਸੋ ਇਸ ਲਈ ਪਹਿਲੀਆਂ 'ਚ ਵੈਕਸੀਨੇਸ਼ਨ ਕਰਵਾਈ। ਸਾਡਾ ਈਵਨ ਇਲੈਕਸ਼ਨ ਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਰਾਈਟ ਵੀ ਹਰੇਕ ਕੈਂਡੀਡੇਟ ਤੋਂ ਪੁੱਛਿਆ ਗਿਆ ਵੀ ਤੁਸੀਂ ਫੁੱਲੀ ਵੈਕਸੀਨੇਟਡ ਹੈ, ਠੀਕ ਹੈ ਨਾ। ਔਰ ਕਈ ਲਾਪਰਵਾਹ ਨੇ, ਚਲੋ ਅਸੀਂ ਕਹਿਤਾ। ਹੁਣ ਜੇ ਉਹਨਾਂ ਨੇ ਤਾਂ ਈਵਨ ਇਹ ਵੀ ਪੁੱਛਦੇ ਸੀ ਵੀ ਤੁਸੀਂ ਕਿਤੇ ਬਾਹਰ ਤਾਂ ਨਹੀਂ ਟਰੈਵਲ ਕੀਤਾ, ਇੰਟਰਨੈਸ਼ਨਲੀ ਤਾਂ ਨਹੀਂ ਗਏ ਜੀ। ਜੇ ਹੁਣ ਇਹੋ ਜਿਹੀ ਸਮੱਸਿਆ ਦੇ ਵਿੱਚ ਅੱਗੇ ਦੇਖੋ ਕਮਲ ਖਹਿਰਾ ਸੀ, ਉਹਨਾਂ ਨੂੰ ਆਪਣੀ ਪਾਰਲੀਮੈਂਟਰੀ ਸੈਕਟਰੀ ਦੀ ਸੀਟ ਜਿਹੜੀ ਸੀਗੀ ਉਹ ਛੱਡਣੀ ਪਈ। ਇਹ ਸ਼ੋਅ ਕਰਦਾ ਵਾ ਵੀ ਚਲੋ ਉਹ ਹਜੇ ਡੈਥ ਸਿਚੁਏਸ਼ਨ 'ਚ ਆਪਦੇ ਚਾਚੇ ਦੀ ਜਾਂ ਕਿਹਦੀ ਸਿਚੁਏਸ਼ਨ ਗਈ ਸੀ। ਫਿਰ ਮੈਨੂੰ ਪੁੱਛਿਆ, ਕਿਉਂਕਿ ਸਾਰਿਆਂ ਨਾਲੋਂ ਜ਼ਿਆਦਾ ਤਾਂ ਮੈਂ ਹੀ ਤੋਰੇ ਫੇਰੇ ਤੇ ਰਹਿੰਦਾ ਸੀ, ਉਹਨਾਂ ਸੋਚਿਆ ਵੀ ਸੁੱਖ ਤਾਂ ਗਿਆ ਹੀ ਹੋਊਗਾ। ਪਰ ਮੈਂ ਬਿਲਕੁਲ ਜਿਹੜਾ ਹੈਗਾ ਸੀ ਇਸ ਪੈਂਡੈਮਿਕ ਦੇ ਦੌਰਾਨ ਮੈਂ ਨਹੀਂ ਬਾਹਰ ਗਿਆ। ਕਿਉਂ ਨਹੀਂ ਗਿਆ? ਕਿਉਂਕਿ ਜੇ ਮੈਂ ਐਗਜ਼ਾਮਪਲ ਨਹੀਂ ਬਣ ਸਕਦਾ ਤਾਂ ਮੈਂ ਲੋਕਾਂ ਨੂੰ ਕੀ ਦੱਸੂ, ਠੀਕ ਹੈ ਨਾ। ਸੋ ਜੇ ਮੈਂ ਆਪ ਡਬਲ ਵੈਕਸੀਨੇਟਡ ਨਹੀਂ ਹੈਗਾ, ਮੈਂ ਦੂਜਿਆਂ ਨੂੰ ਕਿਸ ਤਰ੍ਹਾਂ ਕਹੂੰਗਾ? ਜੀ ਬਿਲਕੁਲ। ਜਿਹੜੀ ਫਸਟ ਅਪਰਚੂਨਿਟੀ ਮੈਨੂੰ ਮਿਲੀ, ਤੇ ਫਸਟ ਜਿਹੜੀ ਡੋਜ਼ ਮਿਲੀ ਬਈ, ਜਿਹੜੀ ਉਹਨਾਂ ਨੇ ਦਵਾਈ ਲਾਉਣੀ ਸੀਗੀ ਉਹ ਲਾਏ, ਮੈਂ ਉਹੀ ਜਿਹੜੀ ਸੀ ਲਈ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ, ਪਲੀਜ਼ ਜੇ ਹਜੇ ਵੀ ਵੈਕਸੀਨੇਸ਼ਨ 'ਚ ਕੋਈ ਰਹਿ ਗਿਆ ਤੁਸੀਂ ਵੈਕਸੀਨੇਟ ਹੋਵੋ। ਜੇ ਅਸੀਂ ਵੈਕਸੀਨੇਟਡ ਹੀ ਹੋ ਗਏ ਫਿਰ ਸਾਨੂੰ ਪਾਸਪੋਰਟ ਦੀ ਜਾਂ ਜਿਹੜੀ ਇਹ ਸਮੱਸਿਆ ਕਾਹਦੀ ਆ ਵੀ ਅਸੀਂ ਜਿਹੜਾ ਜੀ ਉਹ ਲੈ ਕੇ ਆ ਰਹੇ ਹਾਂ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੁਖ ਧਾਲੀਵਾਲ ਨੂੰ ਇੱਕ ਸਵਾਲ ਸੀ ਜੀ। ਬਿਲਕੁਲ ਸਰ, ਪੁੱਛ ਸਕਦੇ ਹੋ ਜੀ ਸਵਾਲ। ਹਾਂਜੀ, ਸੁਖ ਧਾਲੀਵਾਲ ਨੂੰ ਸਵਾਲ ਸੀ ਜੀ ਕਿ ਹਾਂਜੀ, ਇਹਨਾਂ ਨੇ ਪਿਛਲੇ ਸਾਲ ਸਤੰਬਰ 'ਚ ਸਪਲੀਮੈਂਟਰੀ ਵਧਾਉਣ ਵਾਸਤੇ ਅਨਾਉਂਸ ਕਿਹਾ ਸੀ ਵੀ 75 ਸਾਲ ਤੋਂ ਜਿਹੜੇ ਵੱਧ ਆ ਉਹਨਾਂ ਦੇ ਵਧਾਇਆ ਜਾਊ ਜੀ। ਫਿਰ ਇਹਨਾਂ ਨੂੰ ਪੁੱਛਿਆ ਸੀ ਤਾਂ ਇਹਨਾਂ ਨੇ ਦੱਸਿਆ ਸੀ ਬਈ ਸੈਨੇਟ ਦੀ ਮੀਟਿੰਗ 'ਚ ਇਹ ਬਿੱਲ ਗਿਆ ਵਾ,
ਤੇ ਉਹਦੀ ਬਾਬਤ ਸਾਨੂੰ ਦੱਸਿਆ ਜਾਵੇ ਕੀ ਕੁਛ ਹੈ। ਬਾਕੀ ਆ 10% ਐਕਸਟੈਂਸ਼ਨ ਜਿਹੜੀ ਆਈ ਹੈ ਇਹ 'ਚ 500 ਆਇਆ ਲੰਪਸਮ ਲਿਖਿਆ, ਇਹ ਸਾਨੂੰ ਸਮਝ ਨਹੀਂ ਆਉਂਦੀ ਕੀ ਹੈ, ਇਹ ਦੱਸਿਆ ਜਾਵੇ ਜੀ। ਥੈਂਕ ਯੂ ਜੀ। ਬਹੁਤ ਵਧੀਆ। ਦੇਖੋ ਨਾ ਪਾਲਿਸੀ ਜਿਹੜੀ ਆ ਹੁਣ ਆਪਾਂ ਡਿਸਕਸ਼ਨ ਕਰਦੇ ਆ, ਕਾਲਰਾਂ ਤੇ ਪਾਲਿਸੀ ਆ ਰਹੀ ਨੇ। ਇਹਨਾਂ ਨੇ ਗੱਲ ਕੀਤੀ ਵੀ 75 ਸਾਲ ਤੋਂ ਉੱਪਰ ਜਿਹੜੇ ਸੀਨੀਅਰ ਸੀ ਉਹਨਾਂ ਦੀ ਅਸੀਂ 10% ਉਹ ਵਧਾਵਾਂਗੇ, ਪਲੱਸ ਵਨ ਟਾਈਮ ਜਿਹੜਾ $500 ਜਿਹੜਾ ਉਹਨਾਂ ਨੂੰ ਅਸੀਂ ਉੱਪਰ ਦਾ ਕਰਾਂਗੇ। ਉਹ ਆਲਰੇਡੀ ਜਿਹੜੀ ਪਾਲਿਸੀ ਆ ਉਹ ਇੰਪਲੀਮੈਂਟ ਹੋ ਗਈ। ਔਰ ਉਸ ਤੋਂ ਪਿੱਛੇ ਦੇਖਿਆ ਜਾਵੇ ਅਸੀਂ ਵਾਅਦਾ ਕੀਤਾ ਸੀ 2015 ਜਦੋਂ ਸੀ, ਕਿਉਂਕਿ ਕੰਜ਼ਰਵੇਟਿਵ ਸਰਕਾਰ ਕਹਿੰਦੀ ਸੀ ਵੀ ਅਸੀਂ 65 ਸਾਲ ਤੇ ਪੈਨਸ਼ਨ ਨਹੀਂ ਦੇਣੀ, ਅਸੀਂ 67 ਤੇ ਦੇਵਾਂਗੇ, 2 ਸਾਲ ਹੋਰ ਲੋਕਾਂ ਨੂੰ ਜਿਹੜਾ ਹੈਗਾ ਸੀਨੀਅਰਸ ਨੂੰ ਉਹਦੇ ਵਿੱਚੋਂ ਦੀ ਪਾਵਰਟੀ ਦੇ ਵਿੱਚੋਂ ਦੀ ਜਾਣਾ ਪਵੇ। ਅਸੀਂ ਕਿਹਾ ਨਹੀਂ, ਅਸੀਂ ਉਸ 67 ਸਾਲ ਦੀ ਬਜਾਏ 65 ਸਾਲ ਜਿਹੜੀ ਸੀਗੀ ਉਹਨਾਂ ਦੀ ਏਜ ਬਰਕਰਾਰ ਰੱਖੀ। ਹੁਣ ਅਸੀਂ ਕੀ ਸੋਚਿਆ ਕਿ ਬਹੁਤ ਸਾਰੇ ਲੋਕਾਂ ਦੀ ਕਾਲਜ ਆ ਰਹੀਆਂ ਸੀ, ਮੈਨੂੰ ਆਈਆਂ, ਹੋਰ ਐਮਪੀਜ਼ ਜਿਹੜੇ ਸੀ ਉਹ ਚੁਣੇ ਹੋਏ ਨੁਮਾਇੰਦੇ ਹੋਣਗੇ ਉਸ ਵੇਲੇ ਉਹਨਾਂ ਨੂੰ ਵੀ ਗਈਆਂ। ਉਹਦੇ ਵਿੱਚ ਅਸੀਂ ਇਹ ਕਿਹਾ ਵੀ ਦੇਖੋ 75 ਸਾਲ ਤੋਂ ਉੱਤੇ ਤਾਂ ਅਸੀਂ ਫੈਸਲਾ ਦਿੱਤਾ ਕਰ, ਹੁਣ ਜਿਹੜੇ 65 ਸਾਲ ਤੋਂ ਹੈਗੇ ਨੇ 70 ਸਾਲ ਦੇ ਵਿੱਚ ਜਾਂ 75 ਤੱਕ ਏਜ ਦੇ ਹੈਗੇ ਨੇ, ਉਹਨਾਂ ਨੂੰ ਵੀ ਤਾਂ ਲੋੜ ਹੈਗੀ। ਉਹਦੇ ਵਿੱਚ ਅਸੀਂ ਹੁਣ ਅਨਾਉਂਸਮੈਂਟ ਕੀਤੀ ਵੀ ਸਿੰਗਲ ਸੀਨੀਅਰ ਜਿਹੜੇ ਆ ਉਹਨਾਂ ਨੂੰ $500 ਪ੍ਰਤੀ ਜਿਹੜਾ ਹੈਗਾ ਸਾਲ, ਤੇ ਜਿਹੜਾ $750 ਜਿਹੜੇ ਮੈਂ ਕਪਲ ਹੈਗੇ ਆ ਅਸੀਂ ਉਹਨਾਂ ਨੂੰ ਦੇਵਾਂਗੇ, ਤਾਂ ਕਿ ਅਸੀਂ ਉਹਨਾਂ ਦੀ ਮਦਦ ਕਰੀ। ਇਕੱਲਾ ਇਹ ਨਹੀਂ, ਨਾਲ ਇਹ ਵੀ ਕਿਹਾ ਵੀ ਜਿਹੜੇ ਸੀਨੀਅਰਸ ਨੂੰ ਅਸੀਂ ਅਪ ਟੂ $1,500 ਟੈਕਸ ਕ੍ਰੈਡਿਟ ਦੇਵਾਂਗੇ ਜੇ ਉਹਨਾਂ ਨੇ ਐਕਸੈਸੀਬਲ ਹੋਮ ਬਣਾਉਣਾ ਆਪਦੇ ਲਈ, ਠੀਕ ਹੈ ਨਾ, ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੇ, ਉਹ ਐਕਸੈਸੀਬਿਲਿਟੀ ਲਈ ਉਹਨਾਂ ਨੇ ਮੋਡੀਫਾਈ ਕਰਨਾ ਹੋਮ ਨੂੰ। ਉਸ ਤੋਂ ਬਾਅਦ ਅਸੀਂ ਇਹ ਵੀ ਕਿਹਾ ਕਿ ਜੇ ਇੱਕ ਨਵੀਂ ਸਪੋਜ਼ ਕਰੋ ਵੀ ਸੀਨੀਅਰ ਜਿਹੜੇ ਨੇ ਉਹ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੇ ਆ, ਤੁਸੀਂ ਕੋਈ ਹੋਰ ਯੂਨਿਟ ਉਹਨੂੰ ਐਕਸਟੈਂਡ ਕਰਨਾ ਘਰ ਨੂੰ, ਅਸੀਂ ਉਹ 'ਚ ਵੀ ਉਹਨਾਂ ਦੀ ਹੈਲਪ ਕਰਾਂਗੇ। ਹੋਮ ਕੇਅਰ ਦੇ ਵਿੱਚ ਕਿਹਾ ਵੀ ਅਸੀਂ 50,000 ਹੋਮ ਕੇਅਰ ਵਰਕਰ ਜਿਹੜੇ ਆ ਉਹ ਟ੍ਰੇਨ ਕਰਾਂਗੇ ਵੀ ਸੀਨੀਅਰਸ ਦੀ ਮਦਦ ਲਈ ਜਿਹੜਾ ਹੈਗਾ। ਔਰ ਡਾਕਟਰਸ ਕਿਹਾ 7500 ਨਵੇਂ ਫੈਮਿਲੀ ਡਾਕਟਰ ਜਿਹੜੇ ਆ ਉਹ ਲੈ ਕੇ ਆਵਾਂਗੇ। ਸੋ ਜਦੋਂ ਸੀਨੀਅਰ ਦੀ ਚਾਹੇ ਉਹ ਪੈਨਸ਼ਨ ਦੀ ਗੱਲ ਕਰ ਲਈਏ, ਚਾਹੇ ਸਿਹਤ ਸੇਵਾਵਾਂ ਦੀ ਗੱਲ ਕਰ ਲਈਏ, ਉਧਰ ਨੂੰ ਧਿਆਨ ਜਿਹੜਾ ਸਾਡਾ ਉਹ ਲੱਗਿਆ ਹੈ। ਸੋ ਇਹ ਕਲੀਅਰ ਹੋਊਗਾ ਕੁਐਸਚਨ ਜੀ। ਸੁਖ ਧਾਲੀਵਾਲ ਜੀ, ਮੈਨੂੰ ਅਖੀਰ ਦੇ ਵਿੱਚ ਸਿਰਫ ਇਹਨਾਂ ਦੱਸ ਦਿਓ ਵੀ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਕੀ ਕੀਤਾ ਜਾਣਾ, ਜਿਹੜੇ ਉੱਥੇ ਫਸੇ ਲੋਕ ਹੈ ਇਸ ਵੇਲੇ ਪ੍ਰੋਸੈਸ ਦੇ ਵਿੱਚ ਕੀ ਚੱਲ ਰਿਹਾ ਉਹਨਾਂ ਲਈ? ਦੇਖੋ, ਮੇਰਾ ਰੈਗੂਲਰ ਰਾਬਤਾ ਜਿਹੜਾ ਹੈਗਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮੰਤਰੀ ਨੇ ਦਾ ਰੋਲ ਹੈਗਾ ਆਪਣੇ ਹਰਜੀਤ ਸਿੰਘ ਸੱਜਣ ਹੋਣੀ, ਇਸੇ ਤਰ੍ਹਾਂ ਮੈਡੀਚੀਨੋ ਜਿਹੜੇ ਇਮੀਗ੍ਰੇਸ਼ਨ ਮੰਤਰੀ ਦਾ ਰੋਲ ਸੀ ਉਹਨਾਂ ਕੋਲ, ਉਹਨਾਂ ਦੋਹਾਂ ਨਾਲ ਮੇਰਾ ਰਾਬਤਾ ਜਿਹੜਾ ਵਾ ਉਹ ਪੈਦਾ ਹੈਗਾ ਜੀ। ਉਹਦੇ ਵਿੱਚ ਉਹ ਹਰ ਟਰਾਈ ਹੈਗੀ ਕਿ ਉਹਨਾਂ ਨੇ ਕਿਹਾ ਕਿ ਅਸੀਂ 20,000 ਜਿਹੜੇ ਨੇ ਅਫਗਾਨਿਸਤਾਨ ਤੋਂ ਲੈ ਕੇ ਆਉਣੇ ਨੇ, ਚਾਹੇ ਉਹ ਇੰਟਰਪ੍ਰੇਟਰ ਜਿਨ੍ਹਾਂ ਨੇ ਕੈਨੇਡੀਅਨ ਫੋਰਸਿਸ ਦੀ ਮਦਦ ਕੀਤੀ ਹੋਵੇ, ਚਾਹੇ ਉਹ ਮਿਨੋਰਟੀਜ਼ ਹੈਗੀਆਂ ਜਿਹਦੇ ਵਿੱਚ ਸਿੱਖਸ ਐਂਡ ਹਿੰਦੂਜ਼ ਦੀ ਆਪਾਂ ਗੱਲ ਕਰ ਲਈਏ। ਪਿਛਲੇ ਹਫ਼ਤੇ ਮੈਂ ਗਿਆ ਹੋਇਆ ਸੀਗਾ ਇਲੈਕਸ਼ਨ ਦੌਰੇ ਦੇ ਉੱਤੇ, ਕੈਲਗਰੀ ਗਿਆ ਸੀ, ਪਰ ਇੱਥੇ ਮੈਂ ਵਰਚੁਅਲੀ ਮੀਟਿੰਗ ਕੀਤੀ। ਇੱਥੇ ਮੀਟਿੰਗ ਹੋਈ ਸੀਗੀ ਮੰਦਿਰ ਦੇ ਵਿੱਚ, ਹਿੰਦੂ ਵੈਦਿਕ ਕਲਚਰ ਸੁਸਾਇਟੀ ਨੇ ਹੋਰ ਜਿਹੜੀਆਂ ਸੀ ਰਿਲੀਜੀਅਸ ਆਰਗੇਨਾਈਜੇਸ਼ਨ ਸਾਰਿਆਂ ਨੂੰ ਇਕੱਠਾ ਕਰਕੇ ਕਿਹਾ ਸੀ ਵੀ ਅਸੀਂ ਜਿਹੜਾ ਵਾ ਉਹ ਸਰਕਾਰ ਥਾਈਂ ਆਵਾਜ਼ ਪਹੁੰਚਾਈਏ ਵੀ ਜਿਹੜੇ ਹਿੰਦੂਜ਼ ਐਂਡ ਸਿੱਖਸ ਜਿਹੜੇ ਹੈਗੇ ਨੇ ਉੱਥੇ ਫਸੇ ਉਹਨਾਂ ਨੂੰ ਕੱਢੀਏ। ਉਹਦੇ ਲਈ ਅਸੀਂ ਜਿਹੜਾ ਹੈਗਾ ਸਾਡੀ ਯਤਨ ਜਿਹੜਾ ਹੈਗਾ ਉਹ ਜਾਰੀ ਹੈਗਾ। ਉਹਦੇ ਵਿੱਚ ਦੇਖੋ ਸਿਚੁਏਸ਼ਨ ਤੁਹਾਨੂੰ ਪਤਾ ਵੀ ਬੜੀ ਗੰਭੀਰ ਆ, ਕਿਉਂਕਿ ਤਾਲਿਬਾਨ ਦੇ ਜਿਹੜੇ ਚੈੱਕ ਪੋਸਟ ਲੱਗੇ ਹੋਏ ਨੇ ਉਹਨਾਂ ਨੂੰ ਪਾਰ ਕਰਨਾ ਕੋਈ ਸੌਖਾ ਨਹੀਂ। ਪਰ ਸਾਡਾ ਦਫ਼ਤਰ ਵੀ ਮੈਂ ਦੇਖਿਆ ਬਹੁਤ ਸਾਰੇ ਲੋਕ ਨੇ, ਔਰ ਮੈਨੂੰ ਬਹੁਤ ਸਾਰੀਆਂ ਕਾਲ ਜਾ ਰਹੀਆਂ ਦੂਜੇ ਇਲਾਕਿਆਂ ਤੋਂ ਜਿੱਥੇ ਜਿਹੜੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਜਿਹੜੀਆਂ ਕੰਸਟੀਚੁਐਂਸੀ ਦੇ ਵਿੱਚ ਉਹਨਾਂ ਦੀ ਕਾਲਾਂ ਨਹੀਂ ਆਨਸਰ ਹੋ ਰਹੀਆਂ, ਸਾਡੇ ਕੋਲ ਆ ਰਹੇ ਨੇ ਅਫਗਾਨਿਸਤਾਨ ਤੋਂ ਜਿਹੜੇ ਲੋਕਾਂ ਦੇ ਮਸਲੇ। ਅਸੀਂ ਇੱਕ ਇੱਕ ਕਰਕੇ ਸਾਡਾ ਦਫ਼ਤਰ ਹਜੇ ਵੀ, ਚਾਹੇ ਹੁਣ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚੋਂ ਦੀ ਜਾ ਰਿਹਾ, ਮੇਰੀ ਪੂਰੀ ਤਵੱਜੋ ਲੱਗੀ ਹੋਈ ਆ ਵੀ ਕੋਈ ਵੀ ਇਨਸਾਨ, ਕਿਉਂਕਿ ਇਨਸਾਨੀਅਤ ਆ ਨਾ, ਜਦੋਂ ਇਹ ਜੀ ਪਿੱਛੇ ਇਸ਼ੂ ਆਇਆ ਉਹ ਸੀਰੀਅਨ ਰਿਫਿਊਜੀ ਦਾ ਇਸ਼ੂ ਆ ਗਿਆ ਉਸ ਵੇਲੇ, ਅੱਜ ਜਿਹੜਾ ਹੈਗਾ ਉਹ ਅਫਗਾਨਿਸਤਾਨ ਦੇ ਵਿੱਚ ਮਿਨੋਰਟੀ ਜਿਹੜੀਆਂ ਨੇ ਉਹ ਖਤਰੇ 'ਚ ਹੈਗੀਆਂ ਨੇ, ਉਹ ਮਿਨੋਰਟੀਜ਼ ਨੂੰ ਜਿਹੜਾ ਲੈ ਕੇ ਆਉਣ ਲਈ ਸੋ ਉੱਥੇ ਅਸੀਂ ਵਚਨਬੱਧ ਕੰਮ ਚੱਲ ਰਿਹਾ ਜੀ। ਬਿਲਕੁਲ, ਥੈਂਕ ਯੂ ਸੋ ਮਚ ਸੁਖ ਧਾਲੀਵਾਲ ਜੀ, ਤੁਸੀਂ ਸਮਾਂ ਕੱਢਿਆ, ਸ਼ੋਅ ਦਾ ਹਿੱਸਾ ਬਣੇ, ਔਰ ਸਪੈਸ਼ਲੀ ਜੋ ਕੰਮ ਇਸ ਵੇਲੇ ਤੁਸੀਂ ਕਰ ਰਹੇ ਹੋ ਉਹਨਾਂ ਦੇ ਉੱਤੇ ਬਖੂਬੀ ਤੇ ਬਾਰੀਕੀ ਦੇ ਨਾਲ ਚਾਨਣਾ ਪਾਇਆ। ਥੈਂਕ ਯੂ ਸੋ ਮਚ। ਥੈਂਕ ਯੂ ਸ਼ੈਰੀ ਤੁਹਾਡਾ, ਔਰ ਤੁਹਾਡੇ ਸਾਰੇ ਕਾਲਰਸ ਦਾ, ਦਰਸ਼ਕ ਦਾ, ਕਾਲਰ ਪਰਟੀਕੂਲਰਲੀ ਅੱਜ ਐਕਚੁਅਲੀ ਪਾਲਿਸੀ ਦਾ ਮਜ਼ਾ ਆਉਂਦਾ ਡਿਸਕਸ ਕਰਨ ਦਾ। ਕਿਉਂਕਿ ਹਰ ਇੱਕ ਕਾਲਰ ਜਿਹੜਾ ਸੀ ਉਹ ਸਾਰਥਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਉਹ ਗੱਲ ਲੈ ਕੇ ਆਏ। ਇਹ ਨਹੀਂ ਹੈਗਾ ਵੀ ਜੀ ਉਹ ਅਸੀਂ ਜਿਹੜਾ ਹੈਗਾ ਉਹ ਚਿੱਕੜ ਸਾਲਣ ਵਾਲੀ ਗੱਲ ਹੁੰਦੀ ਆ। ਇਹ ਇਸ ਤਰ੍ਹਾਂ ਜਿਹੜਾ ਵਾ, ਦੇਖੋ ਮੈਂ ਵੀ ਇਹਦੇ ਵਿੱਚੋਂ ਪੋਲੀਟਿਕਸ ਦੀ ਨਹੀਂ, ਜਿਹੜੀ ਸਾਡੀ ਪਾਲਿਸੀਆਂ ਨੇ ਉਹ ਮੈਂ ਦੱਸੀਆਂ ਹੈਗੀਆਂ। ਬਾਕੀ ਜਿਹੜਾ ਹੈਗਾ
ਮੈਂ ਉਹਨਾਂ ਦਾ ਧੰਨਵਾਦ ਕਰਦਾ। ਤੁਸੀਂ ਈਵਨ ਕੋਵਿਡ ਦੇ ਦੌਰਾਨ ਵੀ ਜਿਹੜੀ ਅਵੇਅਰਨੈਸ ਲੈ ਕੇ ਆਂਦੀ ਨਾ, ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕੀ ਵੈਕਸੀਨੇਟਡ ਨੇ, ਉਹ ਉਦੋਂ ਹੀ ਹੋਏ ਨੇ ਜਦੋਂ ਜਾਂ ਡਰ ਪੈਦਾ ਹੁੰਦਾ ਸੀ ਜਾਂ ਮੀਡੀਆ ਜਦੋਂ ਤੁਸੀਂ ਐਜ ਏ ਰੋਲ ਅਦਾ ਕਰਦੇ ਸੀ ਲੋਕਾਂ ਤਾਈਂ ਜਿਹੜੀ ਸੀਗੀ ਉਹ ਇਨਫੋਰਮੇਸ਼ਨ ਟਾਈਮ ਤਰੀਕੇ ਨਾਲ ਲੈ ਕੇ ਜਾਣ ਦੀ। ਸੋ ਚੈਨਲ ਪੰਜਾਬੀ ਦਾ ਤੁਹਾਡਾ, ਤੁਹਾਡੇ ਕਾਲਰ ਦਾ, ਦਰਸ਼ਕ ਦਾ ਧੰਨਵਾਦ। ਫਿਰ ਇੱਕ ਵਾਰ ਮੈਂ ਤਾਂ ਇਹੀ ਕਹਿਣਾ ਵਾ, ਦੇਖੋ ਮੈਨੂੰ ਜਦੋਂ ਵੀ ਮੌਕਾ ਮਿਲਦਾ ਤੇ ਮੈਨੂੰ ਬੇਨਤੀ ਤਾਂ ਕਰਨੀ ਪੈਂਦੀ ਵੀ ਦੇਖੋ ਸਰੀ ਨਿਊਟਨ ਦੇ ਵਿੱਚ ਤੁਹਾਡਾ ਆਪਣਾ ਚੁਣਿਆ ਹੋਇਆ ਜਿਹੜਾ ਉਮੀਦਵਾਰ ਤੁਸੀਂ ਚੁਣ ਕੇ ਅੱਗੇ ਭੇਜਿਆ ਪਿੱਛੇ, ਹੁਣ ਪਰਖਿਆ ਹੋਇਆ ਔਰ ਤੁਹਾਡੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਜਿਹੜਾ ਵਾ ਉਹ ਇਹ ਨਹੀਂ ਵੀ ਇਲੈਕਸ਼ਨ ਟਾਈਮ ਤੁਹਾਡੇ ਕੋਲ ਆਉਂਦਾ, ਹਮੇਸ਼ਾ ਤੁਹਾਡੇ 'ਚ ਹਾਜ਼ਰ ਰਹਿੰਦਾ। ਇੱਕ ਵਾਰ ਫਿਰ ਮੌਕਾ ਦਿਓ, ਸਰੀ ਨਿਊਟਨ 'ਚੋਂ ਇੱਕ ਵੋਟ ਪਾਓ। ਜੇ ਕੋਈ ਨਹੀਂ ਵੀ ਮੈਨੂੰ ਪਾਉਣੀ ਚਾਹੁੰਦਾ ਪਰ ਹੋਰ ਵੀ ਆਪਦੇ ਮਨਪਸੰਦ ਹੈ, ਕਿਉਂਕਿ ਵੋਟ ਦਾ ਜਿਹੜਾ ਅਧਿਕਾਰ ਆ ਸਾਡਾ ਉਹ ਬਹੁਤ ਜ਼ਰੂਰੀ ਆ। ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਲਿਬਰਲ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਪਾਓ ਤੇ ਨਾਲ ਹੀ ਜਿਹੜਾ ਹੈਗਾ ਜਸਟਿਨ ਟਰੂਡੋ ਨੂੰ ਅਗਲਾ ਫਿਰ ਪ੍ਰਧਾਨ ਮੰਤਰੀ ਚੁਣ ਕੇ ਭੇਜੋ ਤਾਂ ਕਿ 20 ਸਤੰਬਰ ਨੂੰ ਜਿਹੜੇ ਰਹਿੰਦੇ ਕੰਮ ਆ ਉਹ ਪੂਰੇ ਕਰ ਸਕੇ। ਬਿਲਕੁਲ ਸੁਖ ਧਾਲੀਵਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਧੰਨਵਾਦ ਜੀ, ਔਰ ਚੜ੍ਹਦੀ ਕਲਾ 'ਚ ਰਹੋ ਔਰ ਤੁਹਾਡੇ ਦਰਸ਼ਕ ਵੀ। ਬਿਲਕੁਲ। ਸੋ ਸੁਖ ਧਾਲੀਵਾਲ ਜੀ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਾਰੀਆਂ ਪਾਲਿਸੀਜ਼ ਦੇ ਉੱਤੇ ਗੱਲਾਂ ਹੋਈਆਂ ਤੇ ਬਹੁਤ ਹੀ ਬਾਰੀਕੀ ਦੇ ਨਾਲ ਗੱਲਾਂ ਹੋਈਆਂ। ਹੁਣ ਇਹਦੇ ਵਿੱਚ ਇਹ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਖਾਸ ਹੋ ਸਕਦਾ ਹੈ, ਕਮਿਊਨਿਟੀ ਲਈ ਕੀ ਐਲਾਨ ਹੋ ਸਕਦੇ ਨੇ, ਉਹ ਵੀ ਉਹਨਾਂ ਨੇ ਕਿਤੇ ਨਾ ਕਿਤੇ ਇਨਡਾਇਰੈਕਟਲੀ ਜਿਹੜੇ ਨੇ ਉਹ ਸਾਨੂੰ ਦੱਸੇ ਨੇ। ਹੁਣ ਤੁਸੀਂ ਥੋੜਾ ਸਮਾਂ ਬਚ ਗਿਆ, ਇਸ ਚੀਜ਼ ਤੇ ਸੋਚ ਵਿਚਾਰ ਕਰੋ ਕਿ ਵੋਟ ਪਾਉਣ ਦਾ ਹੱਕ ਕਦੋਂ ਭੁਗਤਾਉਣਾ ਹੈ ਤੇ ਉਸ ਹੱਕ ਦੇ ਵਿੱਚ ਕਿਹੜੀ ਪਾਰਟੀ ਨੂੰ ਫਤਵਾ ਤੁਸੀਂ ਦੇਣਾ ਹੈ। ਸੋ ਇਸੇ ਸੋਚ ਵਿਚਾਰ ਕਰੋ ਤੇ ਵੋਟ ਪਾਉਣ ਜਿਹੜਾ ਉਹ ਜ਼ਰੂਰ ਜਾਇਓ, ਕਿਉਂਕਿ ਉਹ ਤੁਹਾਡਾ ਹੱਕ ਹੈ ਔਰ ਹੱਕ ਨੇ ਆਪਣੇ ਹੱਕ ਦਾ ਜਿਹੜਾ ਉਹ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਜਾਜ਼ਤ ਜੀ। ਬਿਲਕੁਲ ਇੱਕ ਨੰਬਰ ਮੈਂ ਦੱਸ ਦਵਾਂ, ਦਫ਼ਤਰ ਦਾ ਨੰਬਰ 604 441 5000। ਜੇ ਕੋਈ ਇਨਫੋਰਮੇਸ਼ਨ ਲੈਣੀ, ਵੋਟ ਪਾਉਣੀ ਕਿੱਥੇ ਪੈਣੀ ਆ, ਉਹ ਅਸੀਂ ਦੱਸ ਸਕਦੇ ਹਾਂ। ਔਰ ਉਹਦੇ ਪ੍ਰੋਸੈਸ 'ਚ ਵੀ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੋਵੇ, ਕੋਈ ਵੀ ਕੁਐਸਚਨ ਹੈਗਾ, ਉਹ 604 441 5000 ਦਫ਼ਤਰ 'ਚ, ਜਾਂ ਮੇਰਾ ਆਪਣਾ ਓਨ ਸੈੱਲ ਫੋਨ ਜਿਹੜਾ ਉਹ ਪੱਕਾ ਉਹੀ ਹੈ 604 626 5000 626 5000 626 5000। ਬਿਲਕੁਲ ਸੁਖ ਧਾਲੀਵਾਲ ਜੀ। ਸੋ ਜੇ ਤੁਹਾਨੂੰ ਕੋਈ ਕਨਫਿਊਜ਼ਨ ਪੈਦਾ ਆ ਰਹੀ ਹੈ, ਕੁਝ ਵੋਟ ਪਾਉਣ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿੱਧਰ ਪਾਣੀ ਹੈ, ਜ਼ਾਹਿਰ ਜੀ ਗੱਲ ਇਹ ਪਤਾ ਹੋਗਾ ਵੀ ਕਿਹਨੂੰ ਪਾਣੀ ਹੈ, ਪਰ ਕਿੱਦਾਂ ਪਾਣੀ ਹੈ ਇਹ ਜੇ ਨਹੀਂ ਪਤਾ ਲੱਗਦਾ ਤੇ ਸੁਖ ਧਾਲੀਵਾਲ ਜੀ ਉਹਨਾਂ ਨੇ ਆਪਣਾ ਨੰਬਰ ਬੋਲਿਆ। ਸੋ ਤੁਸੀਂ ਉਸ ਕੰਟੈਕਟ ਦੇ ਉੱਤੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ ਤੇ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਮਿਲ ਸਕਦੀ ਹੈ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।